ਆਇਲਸ ਕੀ ਆ ਬੇਸਿਕਲੀ, ਮਤਲਬ ਸਿਰਫ ਇੱਕ ਲੈਂਗੁਏਜ 'ਚ ਪਰਫੈਕਟ ਹੋਣਾ ਆਇਲਸ ਆ, ਜਾਂ ਫਿਰ ਇਹਨੂੰ ਬਿਲਕੁਲ ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਲੋਕ ਇਹਨੂੰ PCS ਗ੍ਰੇਡ ਦਾ ਐਗਜ਼ਾਮ ਸਮਝ ਰਹੇ ਨੇ, ਹੈ ਨਾ, ਕਿ ਲੋਕ ਆਇਲਸ ਤੁਹਾਡੀ ਹੁਣ ਤੱਕ ਦੀ ਐਜੂਕੇਸ਼ਨ 'ਚ ਤੁਸੀਂ ਕਿੰਨੀ ਭਾਸ਼ਾ ਸਿੱਖ ਚੁੱਕੇ ਹੋ ਆਲਰੇਡੀ, ਸਿਰਫ ਉਹਨੂੰ ਜੱਜ ਕਰਦਾ। ਅਤੇ PPSC ਤੋਂ ਬਾਅਦ ਸਭ ਤੋਂ ਮਸ਼ਹੂਰ ਜੇ ਕੋਈ ਪੇਪਰ ਹੈਗਾ ਤਾਂ ਉਹ ਆਇਲਸ ਹੈ। ਤਾਂ ਮੈਨੂੰ ਲੱਗਿਆ ਕਿ ਮੈਂ ਇੱਕ ਵਾਰੀ ਆਇਲਸ 'ਚੋਂ ਪੀਅਰ ਹੋ ਕੇ ਵੇਖਾਂ ਕਿ ਮੈਂ ਕਿੱਥੇ ਕੁ ਖੜਦਾ। ਇੱਕ ਨਾ ਸਾਡੇ ਦਿਮਾਗ 'ਚ ਵੀ ਆ ਕਿ ਆਇਲਸ ਵਾਲਿਆਂ ਨੇ ਪੰਜਾਬ ਪੱਟਤਾ। ਇਹ ਅਕਸਰ ਸਾਨੂੰ ਸੁਣਨ ਨੂੰ ਮਿਲਦਾ। ਮਤਲਬ ਮੈਨੂੰ ਤਾਂ ਇਹ ਹੋਪ ਹੀ ਨਹੀਂ ਸੀਗੀ ਕਿ ਮੇਰੇ ਵਰਗੇ ਬੰਦੇ ਨੂੰ, ਨਾ ਕਾਮਯਾਬ ਬੰਦੇ ਨੂੰ, ਕੋਈ ਜੋਬ ਦੇ ਵੀ ਦਊਗਾ, ਮੈਨੂੰ ਲੱਗਦਾ ਨਹੀਂ ਸੀ। ਅਤੇ ਮੈਂ ਆਪਣੀ ਲਾਈਫ 'ਚ ਸਿੱਖਿਆ ਕਿ ਕਦੇ ਦਰਿਆ ਨੂੰ ਨੱਕਾ ਨਹੀਂ ਲੱਗ ਸਕਦਾ। ਬਟ ਮੈਨੂੰ ਇਹ ਲੱਗਦਾ ਕਿ ਹੁਣ 90% ਬੱਚੇ ਬਣਨਾ ਚਾਹੁੰਦੇ ਨੇ ਆਪਣੇ ਚਾਚੇ ਜਾਂ ਤਾਏ ਦੇ ਉਸ ਮੁੰਡੇ ਵਰਗੇ ਜਿਹੜਾ ਕੈਨੇਡਾ 'ਚ ਪਰਸਨਲ ਕਾਰ ਹੈ ਉਹਦੇ ਕੋਲ, ਉਹ ਕੰਮ 'ਤੇ ਜਾਂਦਾ ਹੈ, ਉਹ ਨਵੇਂ ਕੱਪੜੇ ਲੈਂਦਾ ਹੈ, ਉਹ ਸੋਸ਼ਲ ਮੀਡੀਆ 'ਤੇ ਫੋਟੋਜ਼ ਪਾਉਂਦਾ ਹੈ। ਕਈ ਵਾਰੀ ਸਾਨੂੰ ਕੋਈ 2000 ਦਾ ਤੋਹਫਾ ਵੀ ਦੇ ਦਿੰਦਾ ਤਾਂ ਸਾਡੇ ਮਨ 'ਤੇ ਬੋਝ ਹੋ ਜਾਂਦਾ ਕਿ ਮੈਂ ਹੁਣ ਇਹਨੂੰ 3000 ਦਾ ਲੈ ਦਾਂ ਤਦ ਮੈਨੂੰ ਸਹੀ ਲੱਗੂ, ਹੈ ਨਾ। ਅਤੇ ਜਿਹੜੇ ਬੱਚੇ 'ਤੇ ਅਸੀਂ 20 ਲੱਖ ਰੁਪਏ ਲਾਤਾ, ਉਹਨੂੰ ਅਸੀਂ ਇੱਕ ਕਿੱਦਾਂ ਦੇ ਬੋਝ 'ਚ ਦੱਬ ਕੇ ਮਤਲਬ ਬਾਹਰ ਭੇਜ ਰਹੇ ਹਾਂ, ਹੈ ਨਾ, ਉਹ ਸਿਰਫ ਉਹੀ ਨਿਆਣਾ ਸਮਝ ਸਕਦਾ ਇਸ ਚੀਜ਼ ਨੂੰ। ਜਦੋਂ ਤੁਸੀਂ ਬਾਹਰ ਬੈਠ ਰਹੇ ਜਾਂ ਇਕੱਲੇ ਰਹਿ ਰਹੀ ਇੱਕ ਲੜਕੀ ਨੂੰ ਇਸ ਚੀਜ਼ 'ਤੇ ਕਿੰਤੂ ਪਰੰਤੂ ਜਾਂ ਪਰਿਵਾਰਕ ਪ੍ਰੈਸ਼ਰ ਕ੍ਰੀਏਟ ਕਰਦੇ ਹੋ, ਮੈਨੂੰ ਲੱਗਦਾ ਕਿ ਉਹ ਇਨਸਾਨ ਲਈ ਸਲੋ ਡੈਥ ਦਾ ਕੰਮ ਕਰਦੀ ਹੈ। ਅਤੇ ਉਸ ਸਮੇਂ 'ਤੇ ਜਦੋਂ ਉਸ ਬੱਚੇ ਨੂੰ ਉਸ ਚੀਜ਼ ਦਾ ਜਵਾਬ ਦੇਣਾ ਹੋਵੇ ਜਿਹਦਾ ਜਵਾਬ ਉਹਦੇ ਕੋਲ ਹੈ ਹੀ ਨਹੀਂ, ਮੈਨੂੰ ਲੱਗਦਾ ਇਹ ਮੈਂਟਲ ਪ੍ਰੈਸ਼ਰ ਬਹੁਤ ਕ੍ਰੀਏਟ ਕਰ ਦਿੰਦਾ, ਇਹ ਡਿਪਰੈਸ਼ਨ ਵੱਲ ਨੂੰ ਲੈ ਜਾਂਦਾ। ਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਬੱਚੇ ਦਾ ਵਿਆਹ ਕਰਨਾ ਹੈ ਤਾਂ ਬੱਚੇ ਦੇ ਵਿਆਹ ਦਾ ਆਧਾਰ ਆਇਲਸ ਨਹੀਂ ਹੋਣਾ ਚਾਹੀਦਾ। 90% ਤਾਂ ਉਹਨਾਂ ਲੜਕਿਆਂ ਨੂੰ ਬੋਲਣ ਦੀ ਵੀ ਅਕਲ ਨਹੀਂ ਹੁੰਦੀ ਜਿਹੜੇ ਲੜਕੇ ਲੜਕੀਆਂ 'ਤੇ ਪੈਸਾ ਲਾ ਦਿੰਦੇ ਨੇ। ਜਦੋਂ ਅਸੀਂ ਬਹੁਤ ਚੀਜ਼ਾਂ ਇੰਸਟੈਂਟ ਰਿਜ਼ਲਟ 'ਚ ਚਾਹੁੰਦੇ ਹਾਂ, ਜਲਦੀ ਰਿਜ਼ਲਟ ਚਾਹੁੰਦੇ ਹਾਂ, ਤਾਂ ਹੀ ਅਸੀਂ 90% ਗਲਤ ਕੰਮ ਕਰ ਬੈਠੇ ਹਾਂ। ਅਤੇ ਇਸ ਚੀਜ਼ ਤੋਂ ਸਾਨੂੰ ਬਚਣਾ ਚਾਹੀਦਾ। ਤੁਹਾਡੇ ਕੋਲ ਕਿੱਦਾਂ ਦੇ ਲੋਕ ਆਉਂਦੇ ਆ, ਮਤਲਬ ਜ਼ਿਆਦਾ ਉਹ ਫਰਸਟ੍ਰੇਸ਼ਨ ਤੁਹਾਨੂੰ ਪਿੰਡਾਂ ਵਾਲਿਆਂ 'ਚ ਮਿਲਦੀ ਆ ਜਾਂ ਫਿਰ ਸ਼ਹਿਰੀ ਵੀ ਹੁਣ ਇਸ ਚੀਜ਼ ਦਾ ਕਰੇਜ਼ ਰੱਖ? ਮੈਨੂੰ ਲੱਗਦਾ ਹੈ ਕਿ ਜੇ ਅੱਜ ਦੇ ਟਾਈਮ 'ਚ ਕਿਸੇ ਨੂੰ ਵੀ ਮੌਕਾ ਮਿਲਦਾ ਹੈ ਤੇ ਉਹ ਡਰੋਪ ਨਹੀਂ ਕਰਨਾ ਚਾਹੁੰਦਾ। ਜਿਹੜੇ ਲੋਕ ਪੰਜਾਬ ਲਈ ਚਿੰਤਤ ਨੇ ਉਹਨਾਂ ਨੂੰ ਲੱਗਦਾ ਕਿ ਇਹ ਪ੍ਰਵਾਸ ਖਤਰਨਾਕ ਹੈ ਨਾ, ਤੇ ਤੁਸੀਂ ਇਹਨੂੰ ਚੰਗਾ ਸੋਚਦੇ ਹੋ। ਤੇ ਹੁਣ ਉਹਨਾਂ ਦੇ ਪੇਰੈਂਟਸ ਦੀ ਇਹੀ ਮੋਟੀਵੇਸ਼ਨ ਹੈ ਵੀ ਇਹ 4 ਸਾਲ 'ਚ ਪੈਸੇ ਦਾ ਤਾਂ ਨੁਕਸਾਨ ਹੈ ਹੀ ਹੈ, ਪਰ ਜਿੰਨੇ ਨੂੰ ਤੇਰੀ ਡਿਗਰੀ ਪੂਰੀ ਹੋਣੀ ਇੰਨੇ ਨੂੰ ਤੂੰ ਸ਼ਾਇਦ ਬਾਹਰ ਪਰਮਾਨੈਂਟ ਸਿਟੀਜ਼ਨ ਹੋ ਸਕਦਾ ਜਾਂ ਪਰਮਾਨੈਂਟ ਰੈਜ਼ੀਡੈਂਟ ਹੋ ਸਕਦਾ। ਜੇ ਤੁਹਾਡੇ ਮੂੰਹੋਂ 4-5 ਸ਼ਬਦ ਇੰਗਲਿਸ਼ ਤੇ ਨਹੀਂ ਨਿਕਲਦੇ ਤਾਂ ਬੰਦਾ ਹੀ ਨਹੀਂ ਸਮਝ ਰਿਹਾ ਕੋਈ ਵੀ। ਸਿਚੁਏਸ਼ਨ ਦਾ ਜਿਹੜਾ ਮੇਨ ਕਾਰਨ ਹੈ ਉਹ ਹੈਗਾ ਕਿ ਕਦੋਂ ਇੱਕ ਵਿਦਿਅਕ ਅਦਾਰਾ ਇੱਕ ਵਪਾਰਕ ਅਦਾਰਾ ਬਣ ਜਾਂਦਾ ਹੈ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਰੁਪਿੰਦਰ ਕੌਰ ਸੰਧੂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਖਾਸ ਮੁਲਾਕਾਤ 'ਚ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਅਸੀਂ ਬਹੁਤ ਵਾਰ ਸਿਰਫ ਪਰਦਿਆਂ ਦੇ ਉੱਪਰ ਹੀ ਕਾਮਯਾਬ ਕਹਾਣੀਆਂ ਦੇਖਦੇ ਹਾਂ, ਪਰ ਪਰਦਿਆਂ ਦੇ ਬਾਹਰ ਵੀ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਨੇ ਜਿਹੜੀਆਂ ਕਿ ਤੁਹਾਨੂੰ ਦਿਖਾਉਣੀਆਂ ਜ਼ਰੂਰੀ ਹੁੰਦੀਆਂ ਨੇ। ਅੱਜ ਦੀ ਇਸ ਮੁਲਾਕਾਤ 'ਚ ਜੋ ਸ਼ਖਸੀਅਤ ਮੇਰੇ ਨਾਲ ਨੇ, ਬਿਲਕੁਲ ਉਹਨਾਂ ਦੀ ਇਸੇ ਤਰ੍ਹਾਂ ਦੀ ਇੱਕ ਕਹਾਣੀ ਹੈ। ਪਰ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਜੋ ਮਹਿਸੂਸ ਕਰਦੀ ਹਾਂ ਉਹ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਜਿਵੇਂ ਅਸੀਂ ਬੱਚੇ ਨੂੰ ਪਾਲ ਰਹੇ ਹੁੰਦੇ ਹਾਂ, ਅਸੀਂ ਉਸ ਨੂੰ ਜ਼ਿੰਦਗੀ 'ਚ ਇੱਕ ਸਬਕ ਹੈ ਜਿਹੜਾ ਉਹ ਕਈ ਵਾਰੀ ਚਾਹੁੰਦਿਆਂ ਜਾਂ ਨਾ ਚਾਹੁੰਦਿਆਂ ਇਹੀ ਸਿਖਾਉਂਦੇ ਰਹਿੰਦੇ ਹਾਂ ਕਿ ਤੇਰੀ ਪੜ੍ਹਾਈ ਲਿਖਾਈ ਦਾ ਮਤਲਬ ਸਿਰਫ ਕਾਮਯਾਬ ਹੋਣਾ ਹੈ, ਅਤੇ ਕਾਮਯਾਬ ਵੀ ਅਸੀਂ ਸਿਰਫ ਅਤੇ ਸਿਰਫ ਪੈਸੇ ਨਾਲ ਕਾਮਯਾਬ ਹੋਣ ਨੂੰ ਕਹਿੰਦੇ ਹਾਂ। ਇਸੇ ਤਰ੍ਹਾਂ ਦੀ ਕਹਾਣੀ ਇਹਨਾਂ ਦੀ ਸੀ। ਇਹਨਾਂ ਨੇ ਆਪਣੀ ਪੜ੍ਹਾਈ ਜਦੋਂ ਸ਼ੁਰੂ ਕੀਤੀ ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਵੀ ਲਈ, ਸਪੋਰਟਸ 'ਚ ਵੀ ਗਏ, ਪਰ ਜ਼ਿੰਦਗੀ 'ਚ ਬਹੁਤ ਵਾਰ ਹਰ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਜਦੋਂ ਅਸਫਲਤਾ ਮਿਲਦੀ ਗਈ ਤਾਂ ਕਿਤੇ ਨਾ ਕਿਤੇ ਨਿਰਾਸ਼ ਵੀ ਹੋਏ। ਪਰ ਅੱਜ ਮਹਿਜ਼ 28 ਸਾਲਾਂ ਦਾ ਇਹ ਨੌਜਵਾਨ ਆਪਣੀ ਜ਼ਿੰਦਗੀ ਨੂੰ ਇਸ ਉਚਾਈ 'ਤੇ ਪਹੁੰਚਾ ਚੁੱਕਿਆ ਕਿ ਉਹ ਹੁਣ ਦੂਜਿਆਂ ਲਈ ਕਾਮਯਾਬੀ ਦੀ ਕਹਾਣੀ ਆ। ਉਹਨਾਂ ਦੇ ਫਾਦਰ ਸਾਹਿਬ ਨੌਕਰੀ ਕਰਦੇ ਸੀ, ਤਾਂ ਇਹ ਜ਼ਰੂਰੀ ਹੋ ਜਾਂਦਾ ਕਿ ਜਦੋਂ ਇਨਸਾਨ ਖੁਦ ਸਕਸੈਸਫੁਲ ਹੁੰਦਾ ਤਾਂ ਉਹਨੂੰ ਲੱਗਦਾ ਹੁੰਦਾ ਹੈ ਕਿ ਉਹਦਾ ਨਿਆਣਾ ਜਿਹੜਾ ਉਹਦੇ ਨਾਲੋਂ ਇੱਕ ਅਗਲੀ ਪੌੜੀ 'ਤੇ ਖੜਾ ਹੋਵੇ। ਇਸ ਪ੍ਰੈਸ਼ਰ ਨੂੰ ਵੀ ਇਹਨਾਂ ਨੇ ਝੱਲਿਆ। ਇਹੀ ਪ੍ਰੈਸ਼ਰ ਉਹ ਕਹਿੰਦੇ ਨੇ ਕਿ ਸ਼ਾਇਦ ਉਹਨਾਂ ਨੂੰ ਜ਼ਿੰਦਗੀ 'ਚ ਕਾਮਯਾਬ ਬਣਾਉਣ 'ਚ ਕੰਮ ਵੀ ਆਇਆ। ਬਹੁਤ ਸਾਰੇ ਉਹਨਾਂ ਨਾਲ ਆਪਾਂ ਉਹਨਾਂ ਮੁੱਦਿਆਂ 'ਤੇ ਵੀ ਗੱਲ ਕਰ ਸਕਦੇ ਹਾਂ, ਕਿਉਂਕਿ ਉਹਨਾਂ ਦਾ ਇੱਕ ਆਇਲਸ ਸੈਂਟਰ ਆ ਜਿਹੜਾ ਕਿ ਉਹ ਪਟਿਆਲਾ 'ਚ ਚਲਾ ਰਹੇ ਨੇ। ਕਿ ਪੰਜਾਬ ਦੇ ਅੰਦਰ ਇੱਕਦਮ ਜਿਹੜੀ ਇਹ ਮਾਈਗ੍ਰੇਸ਼ਨ ਵਾਲੀ ਇੱਕ ਸੋਚ ਆ ਗਈ ਹੈ। ਬਹੁਤ ਚੰਗੇ ਪਰਿਵਾਰ ਜਿਹੜੇ ਇੱਧਰ ਬਹੁਤ ਚੰਗੀ ਤਰ੍ਹਾਂ ਨਾਲ ਸੈੱਟ ਨੇ, ਉਹ ਵੀ ਸੋਚਦੇ ਨੇ ਕਿ ਅਸੀਂ ਬਾਹਰ ਜਾਣਾ। ਇਸ ਚੀਜ਼ ਨਾਲ ਉਹ ਬੇਹੱਦ ਜ਼ਿਆਦਾ ਜੁੜੇ ਹੋਏ ਨੇ। ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਇਸ ਵਿਸ਼ੇ ਦੇ ਉੱਪਰ ਕਹਿਣਾ ਚਾਹੁੰਦੇ ਨੇ। ਅੱਜ ਦੀ ਯੂਥ 'ਤੇ ਕਿਵੇਂ ਦਾ ਪ੍ਰੈਸ਼ਰ ਆ, ਪੰਜਾਬੀ ਨੂੰ ਲੈ ਕੇ ਸਾਡੇ ਮਨਾਂ 'ਚ ਕਿਵੇਂ ਦੇ ਸਵਾਲ ਨੇ, ਨੌਜਵਾਨ ਆਪਣੇ ਕਰੀਅਰ ਨੂੰ ਲੈ ਕੇ ਕੀ ਸੋਚਦੇ ਨੇ, ਬਹੁਤ ਸਾਰੀਆਂ ਗੱਲਾਂ ਆਪਾਂ ਉਹਨਾਂ ਨਾਲ ਕਰਨੀਆਂ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ।
ਜਦੋਂ ਮੈਂ ਤੁਹਾਡੀ ਇੰਟਰਵਿਊ ਕਰਨ ਲਈ ਸੋਚਿਆ ਸੀਗਾ ਤਾਂ ਮੈਂ ਸੱਚੀ ਕਹਿ ਰਹੀ ਹਾਂ, ਬਿਲਕੁਲ ਨਾ ਇੱਕ ਪਲੇਨ ਸਲੇਟ ਸੀਗੀ ਤੇ ਮੈਨੂੰ ਕੁਝ ਵੀ ਨਹੀਂ ਸੀ ਸਮਝ ਆ ਰਿਹਾ ਕਿ ਮੈਂ ਤੁਹਾਡੇ ਨਾਲ ਕੀ ਗੱਲ ਕਰੂੰਗੀ, ਹੈ ਨਾ। ਪਰ ਜਦੋਂ ਮੈਂ ਆਈ, ਆਪਾਂ ਬੈਠੇ, ਤਾਂ ਮੈਨੂੰ ਲੱਗਿਆ ਕਿ ਗੁਰਲਾਲ ਨਾਲ ਸਿਰਫ ਆਇਲਸ ਬਾਰੇ ਜਾਂ ਫਿਰ ਉਹਨਾਂ ਦੀ ਜ਼ਿੰਦਗੀ ਬਾਰੇ ਨਹੀਂ ਗੱਲ ਕੀਤੀ ਜਾ ਸਕਦੀ, ਹੈ ਨਾ। ਮੈਨੂੰ ਤੁਹਾਡੀ ਸੋਚ ਆ ਜਿਹੜੀ 28 ਸਾਲ ਤੋਂ ਜ਼ਿਆਦਾ ਲੱਗੀ, ਹੈ ਨਾ। ਤਾਂ ਉਹ ਚੀਜ਼ ਵਧੀਆ ਹੈ ਕਿ ਮੈਂ ਚਾਹੂੰਗੀ ਕਿ ਤੁਹਾਡੀ ਉਸੇ ਸੋਚ ਨੂੰ ਮੈਂ ਲੋਕਾਂ ਨੂੰ ਦਿਖਾਵਾਂ, ਤਾਂ ਜੋ ਇੱਕ ਨਾ ਸਾਡੇ ਦਿਮਾਗ 'ਚ ਵੀ ਆ ਕਿ ਆਇਲਸ ਵਾਲਿਆਂ ਨੇ ਪੰਜਾਬ ਪੱਟਤਾ। ਇਹ ਅਕਸਰ ਸਾਨੂੰ ਸੁਣਨ ਨੂੰ ਮਿਲਦਾ। ਬਿਲਕੁਲ। ਤਾਂ ਉਹ ਮੈਂ ਚਾਹੁੰਦੀ ਹਾਂ ਕਿ ਲੋਕਾਂ ਨੂੰ ਇੱਕ ਚੰਗਾ ਪੱਖ ਵੀ ਉਸ ਚੀਜ਼ ਦਾ ਦਿਖੇ, ਹੈ ਨਾ। ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਤੁਹਾਡੀ ਇੱਕ ਪਹਿਲੀ ਇੰਟਰਵਿਊ ਦੇਖੀ, ਹੈ ਨਾ, ਕਿ ਤੁਸੀਂ ਕਿਹਾ ਉਹਦੇ 'ਚ ਤੁਸੀਂ ਦੱਸਿਆ ਸੀਗਾ ਕਿ ਕਿੱਦਾਂ ਤੁਹਾਡੇ ਫਾਦਰ ਸਾਹਿਬ ਜੋਬ 'ਚ ਸੀਗੇ, ਹੈ ਨਾ। ਫਿਰ ਇੱਕ ਇੱਦਾਂ ਦਾ ਬੈਕਗਰਾਊਂਡ ਸੀਗਾ ਕਿ ਸ਼ਹਿਰੋਂ ਉੱਠ ਕੇ ਤੁਸੀਂ ਪਿੰਡੋਂ ਉੱਠ ਕੇ ਹੈ ਨਾ ਸ਼ਹਿਰ ਆਏ, ਤਾਂ ਇੱਕ ਪ੍ਰੈਸ਼ਰ ਸੀਗਾ ਕਿ ਵੀ ਜੇ ਸ਼ਹਿਰ ਆਇਆ ਤਾਂ ਸਕਸੈਸਫੁਲ ਹੋਣਾ, ਹੈ ਨਾ। ਜਾਂ ਜੇ ਫਾਦਰ ਸਾਹਿਬ ਨੂੰ ਵੀ ਸੀਗਾ ਕਿ ਜੇ ਮੈਂ ਨੌਕਰੀ 'ਤੇ ਤਾਂ ਬੱਚੇ ਉਸ ਤੋਂ ਅਗਲੀ ਪੌੜੀ 'ਤੇ ਹੋਣੇ ਚਾਹੀਦੇ ਆ। ਤਾਂ ਉਹ ਐਕਸਪੀਰੀਅੰਸ ਦੱਸੋ, ਜਦੋਂ ਹਰ ਵਾਰ ਗਵਰਨਮੈਂਟ ਜੋਬ ਲਈ ਟਰਾਈ ਕਰਨਾ ਫਿਰ ਸਕਸੈਸਫੁਲ ਨਹੀਂ ਹੋਇਆ, ਹੈ ਨਾ। ਤਾਂ ਉਹ ਪ੍ਰੈਸ਼ਰ ਕਿਵੇਂ ਦਾ ਸੀਗਾ, ਕਿੱਦਾਂ ਦਾ ਪ੍ਰੈਸ਼ਰ ਮਹਿਸੂਸ ਹੋਇਆ? ਪ੍ਰੈਸ਼ਰ ਕਾਫੀ ਟਾਈਮ ਤੋਂ ਸਾਡੇ 'ਤੇ ਹੁੰਦਾ ਅਤੇ ਉਹ ਡੇ ਬਾਏ ਡੇ ਪ੍ਰੈਸ਼ਰ ਕੁੱਕਰ ਵਾਂਗ ਸਾਡੇ 'ਤੇ ਵੱਧਦਾ ਜਾਂਦਾ ਹੈ। ਤੁਸੀਂ ਰੋਜ਼ ਮੋਰਨਿੰਗ ਉੱਠਦੇ ਹੋ ਅਤੇ ਤੁਹਾਨੂੰ ਕੱਲ੍ਹ ਨਾਲੋਂ ਪ੍ਰੈਸ਼ਰ ਵਧਿਆ ਫੀਲ ਹੁੰਦਾ। ਤੁਹਾਨੂੰ ਪਤਾ ਹੁੰਦਾ ਕਿ ਇਸ ਜਗ੍ਹਾ ਦੇ ਉੱਤੇ ਤੁਹਾਡੇ ਹੱਥ 'ਚ ਕੁਛ ਬਹੁਤੀਆਂ ਖਾਸ ਚੀਜ਼ਾਂ ਨਹੀਂ ਹੈਗੀਆਂ, ਕਿਉਂਕਿ ਤੁਸੀਂ ਆਲਰੇਡੀ ਆਪਣਾ ਬੈਸਟ ਦੇ ਹੀ ਰਹੇ ਹੁੰਦੇ ਹੋ। ਉਸ ਮੌਕੇ 'ਤੇ ਜਿੰਨੀ ਕੁ ਤੁਹਾਡੇ ਮੈਚਿਓਰਿਟੀ ਏਜ ਦੇ ਵਿੱਚ ਹੁੰਦੀ ਹੈ, ਮਾਇੰਡ 'ਚ ਹੁੰਦੀ ਹੈ, ਅਤੇ ਅਸੀਂ ਉਨਾ ਕੁ ਆਪਣਾ ਬੈਸਟ ਕਰ ਰਹੇ ਹੁੰਦੇ ਹਾਂ। ਉਸ ਸਿਚੁਏਸ਼ਨ ਐਸੀ ਹੁੰਦੀ ਹੈ ਕਿ ਜਦੋਂ ਤੁਹਾਡੇ ਮਾਂ ਪਿਓ ਵੀ ਤੁਹਾਡਾ ਚੰਗਾ ਹੀ ਚਾਹ ਰਹੇ ਹੁੰਦੇ ਨੇ। ਜਦੋਂ ਤੁਸੀਂ ਪ੍ਰੈਸ਼ਰਾਈਜ਼ ਫੀਲ ਹੋ ਕੇ ਅਸੀਂ ਕਾਮਨ ਆਪਣੇ ਕਿਸੇ ਦੋਸਤ ਨਾਲ ਸ਼ੇਅਰ ਕਰਦੇ ਹਾਂ ਤਾਂ ਉਹ ਹਰ ਕੋਈ ਸਾਨੂੰ ਇਹੀ ਕਹਿੰਦਾ ਵੀ ਯਾਰ ਤੇਰੇ ਮਾਂ ਪਿਓ ਨੇ ਤੇਰਾ ਚੰਗਾ ਹੀ ਚਾਹੁੰਦੇ ਨੇ। ਬਟ ਉਹ ਪ੍ਰੈਸ਼ਰ ਨੂੰ ਕਿਤੇ ਨਾ ਕਿਤੇ ਸਾਡਾ ਜਿਹੜਾ ਅੱਜ ਦੀ ਪ੍ਰੋਬਲਮ ਹੈ, ਸਾਡਾ ਜਿਹੜਾ ਯੂਥ ਹੈ, ਅਸੀਂ ਉਹਨੂੰ ਨੈਗੇਟਿਵ ਪਾਸੇ ਲੈਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਫਿਰ ਲੋਕਾਂ 'ਚ ਹਮਦਰਦੀ ਲੱਭਣੀ ਸ਼ੁਰੂ ਕਰ ਦਿੰਦੇ ਹਾਂ ਅਤੇ ਬਹੁਤ ਸਾਰੀ ਵਾਰੀ ਇਹ ਹਮਦਰਦੀ ਕੁਛ ਲੋਕ ਨਸ਼ਿਆਂ 'ਚ ਵੀ ਲੱਭ ਲੈਂਦੇ ਨੇ। ਬਹੁਤ ਵਾਰੀ ਅਸੀਂ ਇਹ ਹਮਦਰਦੀ ਨੂੰ ਆਪਣੇ ਫੇਲੀਅਰ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਬਟ ਲੱਕੀਲੀ ਮੇਰੀ ਜਰਨੀ ਦੇ ਵਿੱਚ ਮੈਨੂੰ ਪਰਮਾਤਮਾ ਨੇ ਇੰਨੀ ਹੈਲਪ ਕੀਤੀ, ਮੱਤ ਬੁੱਧ ਬਖਸ਼ੀ। ਮੈਂ ਉਸ ਪ੍ਰੈਸ਼ਰ ਨੂੰ ਫੀਲ ਕੀਤਾ। ਮੈਂ ਕੁਛ ਟਾਈਮ ਡਿਪਰੈਸ਼ਨ 'ਚ ਗਿਆ, ਬਟ ਇਹਦੇ ਵਿੱਚ ਚੰਗੀ ਗੱਲ ਇਹ ਸੀਗੀ ਕਿ ਮੈਂ ਆਪਣੀ ਜ਼ਿੰਦਗੀ ਦਾ ਮੈਂ ਬੇਸ ਲਾਈਨ ਦੇਖ ਚੁੱਕਿਆ ਸੀ। ਉਸ ਤੋਂ ਪਹਿਲਾਂ ਮੈਨੂੰ ਇਹ ਪਤਾ ਸੀਗਾ ਵੀ ਮੈਂ ਜਿਸ ਪਲੈਟਫਾਰਮ 'ਤੇ ਸੀਗਾ ਮੈਂ ਉਸ ਤੋਂ ਥੱਲੇ 'ਤੇ ਡਿੱਗ ਨਹੀਂ ਸਕਦਾ, ਕਿਉਂਕਿ ਜੇ ਤੁਸੀਂ ਜੋਬ 'ਤੇ ਨਹੀਂ ਹੈਗੇ ਹੋ, ਜੇ ਤੁਸੀਂ ਇਸਟੈਬਲਿਸ਼ਡ ਨਹੀਂ ਹੋ, ਫਿਰ ਇਹ ਨੈਚੁਰਲ ਜੀ ਗੱਲ ਹੈ ਵੀ ਤੁਸੀਂ ਉਹ ਤੋਂ ਥੱਲੇ ਤਾਂ ਜਾ ਨਹੀਂ ਸਕਦੇ। ਤਾਂ ਤੁਸੀਂ ਕੁਛ ਹੋਰ ਬਣੋ ਨਾ ਬਣੋ, ਤੁਸੀਂ ਇੱਕ ਬਿਹਤਰ ਇਨਸਾਨ ਤਾਂ ਬਣ ਸਕਦੇ ਹੋ। ਅਤੇ ਇੱਕ ਬਿਹਤਰ ਇਨਸਾਨ ਦੇ ਨਾਲ ਨਾਲ ਇੱਕ ਚੰਗਾ ਪੁੱਤ ਤੁਹਾਨੂੰ ਜਾਂ ਇੱਕ ਚੰਗਾ ਬੱਚਾ ਤੁਹਾਨੂੰ ਬਣਨਾ ਵੀ ਬਹੁਤ ਜ਼ਰੂਰੀ ਹੈ। ਉਹ ਪ੍ਰੈਸ਼ਰ ਨੂੰ ਪੋਜ਼ੀਟਿਵਲੀ ਫੀਲ ਕੀਤਾ ਅਤੇ ਮੈਨੂੰ ਜਿਹੜੀ ਚੀਜ਼ ਨੇ ਹੈਲਪ ਕੀਤਾ ਕਿ ਮੈਂ ਦੁਨੀਆ ਨੂੰ ਬਹੁਤ ਮਹਿਸੂਸ ਕਰਦਾ ਸੀ, ਮੈਂ ਓਬਜ਼ਰਵ ਕਰਦਾ ਸੀ ਕਿ ਮੈਂ ਇਹ ਦੇਖਦਾ ਸੀ ਕਿ ਕਿਹੜੀ ਅਪੋਰਚੁਨਿਟੀ ਕਿਸ ਸਮੇਂ 'ਤੇ ਮੈਨੂੰ ਮਿਲ ਰਹੀ ਹੈ ਅਤੇ ਮੈਨੂੰ ਇਹ ਲੈਣੀ ਚਾਹੀਦੀ ਹੈ ਕਿ ਨਹੀਂ। ਕਿਉਂਕਿ ਮੇਰੇ ਇੱਕ ਟੀਚਰ ਨੇ ਮੈਨੂੰ ਇਹ ਲਾਈਫ 'ਚ ਚੀਜ਼ ਸਿਖਾ ਦਿੱਤੀ ਸੀ ਕਿ ਜ਼ਿੰਦਗੀ 'ਚ ਤੁਸੀਂ ਕੀ ਬਣਨਾ ਹੈ ਇਹ ਥੋੜ੍ਹਾ ਜਿਹਾ ਘੱਟ ਇੰਪੋਰਟੈਂਟ ਹੁੰਦਾ ਹੈ, ਪਰ ਤੁਸੀਂ ਕੀ ਨਹੀਂ ਬਣਨਾ ਇਹ ਬਹੁਤ ਇੰਪੋਰਟੈਂਟ ਹੁੰਦਾ। ਅਤੇ ਉਸ ਤੋਂ ਬਾਅਦ 'ਚ ਡੇ ਬਾਏ ਡੇ ਪ੍ਰੈਸ਼ਰ ਬਣਦਾ ਰਿਹਾ। ਕਈ ਵਾਰੀ ਪਰਮਾਤਮਾ ਵੀ ਤੁਹਾਨੂੰ ਥੋੜ੍ਹਾ ਜਿਹਾ ਜ਼ਿਆਦਾ ਸੇਕ ਦੇਣਾ ਚਾਹੁੰਦਾ ਹੁੰਦਾ ਵੀ ਤੁਸੀਂ ਤਿੜਕੋ ਨਾ ਆਪਦੀ ਲਾਈਫ ਦੇ ਵਿੱਚ, ਤੁਸੀਂ ਲਾਸਟ ਤੱਕ ਜਾਓ। ਸਾਡੇ ਕਹਾਵਤ ਹੁੰਦੀ ਹੈ ਵੀ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਮੈਂ ਮੰਨਦਾ ਕਿ ਜਿਵੇਂ ਜੇ ਕੋਈ ਕੱਚਾ ਭਾਂਡਾ ਹੋਵੇ ਅਤੇ ਜੇ ਉਹਨੂੰ ਜ਼ਿਆਦਾ ਸੇਕਿਆ ਨਾ ਜਾਵੇ ਫਿਰ ਉਹਦੀ ਲਾਈਫ ਵੀ ਘੱਟ ਜਾਂਦੀ ਹੈ। ਬੇਸ ਲਾਈਨ ਆਪਣਾ ਵੇਖ ਲਿਆ ਸੀ, ਸਪੋਰਟਸ ਕੀਤਾ। ਸਪੋਰਟਸ ਦੇ ਵਿੱਚ ਚਲੋ ਮੇਰੀ ਆਦਤ ਹੈ, ਮੈਂ ਐਕਸੈਪਟ ਕਰਦਾ ਕਿ ਮੇਰੇ ਤੋਂ ਹੀ ਨਹੀਂ ਮੇਬੀ ਹੋ ਪਾਇਆ। ਬੈਸਟ ਆਪਣਾ ਦਿੱਤਾ। ਫਿਰ ਗਵਰਨਮੈਂਟ ਐਗਜ਼ਾਮਸ 'ਚ ਆ ਗਏ, ਜੋ ਸਾਡੀ ਆਲਮੋਸਟ ਜਨਰੇਸ਼ਨ ਜੋ ਚੱਲਦੀ ਹੈ। ਉਹਨੂੰ ਕਰਨ ਤੋਂ ਬਾਅਦ ਜਦੋਂ ਉੱਧਰ ਵੀ ਸਕਸੈਸ ਨਹੀਂ ਬਣਿਆ ਤਾਂ ਫਿਰ ਇਹ ਸਾਨੂੰ ਐਕਸਪੀਰੀਅੰਸ ਜਾਂ ਐਕਸਪੋਜਰ ਬੜਾ ਵਾਈਡ ਹੋ ਜਾਂਦਾ। ਫਿਰ ਮੈਨੂੰ ਇਹ ਪਤਾ ਸੀ ਕਿ ਜਿਸ ਪਲੈਟਫਾਰਮ 'ਤੇ ਮੈਂ ਇਸ ਟਾਈਮ ਹੈਗਾ ਮੈਂ ਇਸ ਤੋਂ ਨੀਚੇ ਤਾਂ ਨਹੀਂ ਜਾ ਸਕਦਾ। ਓਪੋਰਚੁਨਿਟੀਜ਼ ਨੇੜੇ ਤੇੜੇ ਆਉਂਦੀਆਂ ਰਹੀਆਂ, ਪਤਾ ਲੱਗਦਾ ਰਿਹਾ। ਫਿਰ ਮੈਂ ਸਡਨਲੀ ਇੰਸਟੀਟਿਊਟ ਜੁਆਇਨ ਕੀਤਾ, ਕਿਉਂਕਿ ਪਹਿਲੇ ਦੌਰ 'ਚ ਤਾਂ ਮੈਂ ਹੀ ਸੋਚਿਆ ਸੀਗਾ ਕਿ ਮੈਂ ਵੀ ਇੱਥੋਂ ਭੱਜ ਹੀ ਜਾਵਾਂਗਾ। ਮੈਂ ਆਪਣੇ ਨਾਲ ਇੱਥੋਂ ਦੀ ਸਰਕਾਰ ਨੂੰ, ਆਪਣੀ ਕਿਸਮਤ ਨੂੰ, ਸਾਰਿਆਂ ਨੂੰ ਦੋਸ਼ ਦੇਣਾ ਸ਼ੁਰੂ ਕਰ ਹੀ ਦਿੱਤਾ ਸੀਗਾ ਵੀ ਨਹੀਂ ਇੱਥੇ ਕੁਛ ਨਹੀਂ ਪਿਆ, ਜਾਂ ਆਲੇ ਦੁਆਲੇ ਸੌਖਾ ਰਸਤਾ ਸੋਚਦੇ ਸੀ ਲੱਭ ਲਵਾਂਗੇ। ਬਟ ਉਹ ਕਿਉਂਕਿ ਮੈਂ ਓਬਜ਼ਰਵ ਚੀਜ਼ਾਂ ਨੂੰ ਬਹੁਤ ਕਰਦਾ ਸੀ, ਮਹਿਸੂਸ ਕਰਦਾ ਸੀ। ਜਦੋਂ ਮੈਂ ਉਹਨਾਂ ਇੰਸਟੀਟਿਊਟਾਂ ਦੇ ਵਿੱਚ ਗਿਆ, ਮੈਂ ਉਹਨਾਂ ਦਾ ਪਾਰਟ ਬਣਿਆ, ਅਤੇ ਫਿਰ ਮੈਂ ਉਹਨੂੰ ਸਿਵਲ ਨਾਲ ਰਿਲੇਟ ਕਰਨ ਲੱਗ ਗਿਆ ਕਿ ਐਜੂਕੇਸ਼ਨ ਐਕਚੁਅਲ 'ਚ ਕੀ ਹੈ ਅਤੇ ਇਹ ਚੀਜ਼ਾਂ ਕਿੱਥੋਂ ਕੁ ਤੱਕ ਲੈ ਕੇ ਜਾਈਆਂ ਜਾ ਸਕਦੀਆਂ ਨੇ।
ਮੈਨੂੰ ਲੱਗਿਆ ਕਿ ਨਹੀਂ ਮੈਂ ਇਸ ਚੀਜ਼ ਨੂੰ ਬਿਹਤਰ ਕਰ ਸਕਦਾ, ਤੇ ਸਪੈਸ਼ਲੀ ਉਸ ਬੰਦੇ ਦੇ ਸਾਹਮਣੇ ਜਿਹੜਾ ਮੈਨੂੰ ਇਸ ਟਾਈਮ ਪੜ੍ਹਾ ਰਿਹਾ, ਮੈਂ ਰਿਲੇਟ ਕਰ ਪਾ ਰਿਹਾ ਸੀ ਬੱਚਿਆਂ ਨਾਲ, ਤੇ ਮੇਰੇ ਲਈ ਚੀਜ਼ਾਂ ਸਮਝਣੇ ਵੀ ਬੜੀਆਂ ਸੌਖੀਆਂ ਹੋ ਗਈਆਂ ਸੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਪਰਮਾਤਮਾ ਸੇਕ ਲਾਉਂਦਾ ਭਾਂਡਾ ਓਨਾ ਮਜ਼ਬੂਤ ਹੋ ਜਾਂਦਾ। ਮੈਂ ਜਦੋਂ ਉਹਨਾਂ ਨੂੰ ਪੜ੍ਹਾਉਂਦੇ ਵੇਂਦਾ ਸੀ, ਮੈਂ ਉਹਨੂੰ ਰਿਲੇਟ ਕਰਦਾ ਸੀ ਆਪਣੇ ਟੀਚਰਸ ਦੇ ਨਾਲ, ਤੇ ਮੈਂ ਆਪਣੀ ਲਾਈਫ ਦੇ ਵਿੱਚ ਮੇਰੇ 'ਤੇ ਬੜਾ ਵੱਡਾ ਇਨਫਲੂਐਂਸ ਹੈ ਮੇਰੇ ਟੀਚਰਸ ਦਾ, ਭਾਵੇਂ ਉਹ ਲਾਈਫ ਸਟਾਈਲ ਨੂੰ ਲੈ ਕੇ ਹੋਵੇ, ਭਾਵੇਂ ਤੁਹਾਡੀ ਸੋਚ ਨੂੰ ਲੈ ਕੇ ਹੋਵੇ। ਮੈਂ ਕੁਛ ਟਾਈਮ ਪੜ੍ਹਿਆ, 15 ਦਿਨ ਤੋਂ ਲੈ ਕੇ ਮਹੀਨਾ ਮੈਂ ਪੜ੍ਹਿਆ, ਅਤੇ ਮੇਰਾ ਬਹੁਤ ਚੰਗਾ ਬੈਂਡ ਸਕੋਰ ਆਇਆ ਉਸ ਤੋਂ ਬਾਅਦ 'ਚ। ਅਤੇ ਫਿਰ ਜਦੋਂ ਮੈਨੂੰ ਉਹਨਾਂ ਨੇ ਔਫਰ ਕੀਤਾ ਕਿ ਤੁਸੀਂ ਸਾਡੇ ਕੋਲ ਜੋਬ ਸ਼ੁਰੂ ਕਰ ਲਓ, ਮਤਲਬ ਮੈਨੂੰ ਤਾਂ ਇਹ ਹੋਪ ਹੀ ਨਹੀਂ ਸੀਗੀ ਕਿ ਮੇਰੇ ਵਰਗੇ ਬੰਦੇ ਨੂੰ, ਨਾਕਾਮਯਾਬ ਬੰਦੇ ਨੂੰ ਕੋਈ ਜੋਬ ਦੇ ਵੀ ਦਊਗਾ, ਮੈਨੂੰ ਲੱਗਦਾ ਨਹੀਂ ਸੀਗਾ। ਮਾਫ਼ ਕਰਨਾ, ਮੈਂ ਤੁਹਾਨੂੰ ਇੱਥੇ ਕੱਟ ਰਹੀ ਹਾਂ। ਮੈਂ ਅਸਲ 'ਚ ਜਾਣਨਾ ਚਾਹੁੰਦੀ ਸੀਗੀ ਕਿ ਮਤਲਬ ਇੱਕ ਟਾਈਮ ਸੀਗਾ ਕਿ ਤੁਸੀਂ ਆਪਣੀ ਐਜੂਕੇਸ਼ਨ ਪੂਰੀ ਕੀਤੀ ਹੈ ਨਾ, ਸਪੋਰਟਸ 'ਚ ਤੁਸੀਂ ਗਏ, ਉੱਥੇ ਬਹੁਤ ਸਾਰੇ ਮਾਂ ਪਿਓ ਨੂੰ ਹੁੰਦਾ ਵੀ ਕੁਛ ਨਹੀਂ ਕਰ ਸਕਦਾ ਤਾਂ ਤੂੰ ਖੇਡਾਂ 'ਚ ਚਲਿਆ ਜਾ, ਤੇਰੀ ਗ੍ਰੇਡੇਸ਼ਨ ਹੋ ਜਾਏਗੀ, ਅਤੇ ਇੱਕ ਬਹੁਤਾ ਨਹੀਂ ਤਾਂ ਤੈਨੂੰ ਕਾਂਸਟੇਬਲ ਦੀ ਜੋਬ ਹੈ ਜਿਹੜੀ ਆਪਾਂ ਆਮ ਬੱਚੇ ਨੂੰ ਉਦਾਹਰਨ ਦੇ ਦਿੰਦੇ ਹਾਂ ਨਾ, ਵੀ ਉਹ ਤਾਂ ਤੈਨੂੰ ਮਿਲ ਜਾਏਗੀ ਹੈ ਨਾ। ਪਰ ਕਿੰਨੀ ਜੋਬਸ ਲਈ ਤੁਸੀਂ ਟਰਾਈ ਕੀਤਾ, ਤੁਸੀਂ ਸਕਸੈਸਫੁਲ ਨਹੀਂ ਹੋਏ ਹੈ ਨਾ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਗਵਰਨਮੈਂਟ ਨੂੰ ਵੀ ਦੋਸ਼ ਦੇਣਾ ਸ਼ੁਰੂ ਕਰਤਾ, ਤਾਂ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਇਸ ਚੀਜ਼ ਵੀ ਉਹ ਬੱਚਾ ਜਿਹੜਾ ਸਕੂਲ ਦਾ ਬੈਸਟ ਬੱਚਾ ਰਿਹਾ ਹੈ ਨਾ, ਤੁਸੀਂ ਕਹਿੰਦੇ ਹੋ ਕਿ ਬਾਏ ਨੇਮ ਤੁਹਾਨੂੰ ਟੀਚਰਸ ਜਾਣਦੇ ਸੀਗੇ, ਸਪੋਰਟਸ 'ਚ ਚੰਗੇ ਸੀ, ਨੈਸ਼ਨਲ ਟੀਮ 'ਚ ਤੁਸੀਂ ਚਲੇ ਗਏ, ਤਾਂ ਮੈਨੂੰ ਤੁਹਾਡੀ ਗੱਲ ਸੁਣ ਕੇ ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਤੁਸੀਂ ਰਿਜ਼ਰਵੇਸ਼ਨ ਨੂੰ ਇਸ ਚੀਜ਼ ਦਾ ਕਾਰਨ ਮੰਨ ਸਕਦੇ ਹੋ ਆਪਣੀ ਜ਼ਿੰਦਗੀ 'ਚ, ਕਿ ਸਾਡੇ ਵਰਗੇ ਬੱਚੇ ਜਿਹੜੇ ਹਮੇਸ਼ਾ ਪਹਿਲੀ ਰੋਅ 'ਚ ਹੁੰਦੇ, ਉਹ ਕਿਤੇ ਨਾ ਕਿਤੇ ਇਸ ਚੀਜ਼ ਲਈ ਵੀ ਰਹਿ ਜਾਂਦੇ ਨੇ। ਦੇਖੋ, ਅਲਟੀਮੇਟਲੀ ਇਹ ਹੈਗਾ ਕਿ ਕਿਸੇ ਵੀ ਚੀਜ਼ ਦੀਆਂ, ਮੇਰਾ ਪਰਸਨਲ ਲਾਈਫ ਦਾ ਐਕਸਪੀਰੀਅੰਸ ਹੈ ਕਿ ਰਿਜ਼ਰਵੇਸ਼ਨ ਨੂੰ ਅੱਜ ਤੋਂ 6 ਸਾਲ ਪਹਿਲਾਂ ਮੈਂ ਕਿਸੇ ਹੋਰ ਨਿਗਾਹ ਨਾਲ, ਹੋਰ ਚਸ਼ਮੇ ਨਾਲ ਵੇਖਦਾ ਸੀ। ਮੈਨੂੰ ਲੱਗਦਾ ਕਿ ਜਿਹੜੇ ਚੰਗੇ ਅਤੇ ਤਾਕਤਵਰ ਲੋਕ ਨੇ ਉਹ ਸ਼ਿਕਾਇਤ ਨਹੀਂ ਕਰਦੇ, ਜਿਨ੍ਹਾਂ ਨੇ ਉੱਗਣਾ ਹੁੰਦਾ ਹੈ ਉਹ ਪੱਥਰ ਦਾ ਸੀਨਾ ਪਾੜ ਕੇ ਉੱਗ ਲੈਂਦੇ ਨੇ। ਅਤੇ ਮੈਂ ਆਪਣੀ ਲਾਈਫ 'ਚ ਸਿੱਖਿਆ ਕਿ ਕਦੇ ਦਰਿਆ ਨੂੰ ਨੱਕਾ ਨਹੀਂ ਲੱਗ ਸਕਦਾ। ਠੀਕ ਹੈ, ਤੁਸੀਂ ਇੱਕ ਪਲੇਟਫਾਰਮ 'ਤੇ ਐਡਜਸਟ ਜੇ ਨਹੀਂ ਹੋਏ, ਕਈ ਵਾਰੀ ਪਰਮਾਤਮਾ ਨੇ ਤੁਹਾਡੇ ਲਈ ਉਸ ਤੋਂ ਚੰਗਾ ਪਲੇਟਫਾਰਮ ਲਿਆ ਹੁੰਦਾ ਹੈ, ਬਟ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਪਹਿਲੇ ਪਲੇਟਫਾਰਮ ਦੇ ਉੱਤੇ ਨਾਕਾਮਯਾਬ ਹੋ ਕੇ ਬਹਾਨੇ ਲੱਭਣੇ ਸ਼ੁਰੂ ਕਰ ਦਿੰਦੇ ਹਾਂ। ਬਾਕੀ ਬਹੁਤ ਸਾਰੇ ਬੱਚਿਆਂ ਵਾਂਗ ਇਨੀਸ਼ੀਅਲ ਫੇਸਿਸ 'ਤੇ ਮੈਂ ਵੀ ਇਹ ਚੀਜ਼ਾਂ ਨੂੰ ਸੋਚਿਆ ਸੀਗਾ ਕਿ ਰਿਜ਼ਰਵੇਸ਼ਨਸ, ਬਟ ਮੈਨੂੰ ਇਹ ਲੱਗਦਾ ਕਿ ਇਹ ਚੀਜ਼ ਨੂੰ ਸਾਨੂੰ ਕੰਸੀਡਰ ਨਹੀਂ ਕਰਨਾ ਚਾਹੀਦਾ, ਸਾਨੂੰ ਦੂਜੀ ਵਾਰ, ਤੀਜੀ ਵਾਰ, ਚੌਥੀ ਵਾਰ, ਪੰਜਵੀਂ ਵਾਰ, ਕਿਉਂਕਿ ਅਲਟੀਮੇਟਲੀ ਤੁਹਾਡੇ ਲਈ ਜੋ ਚੀਜ਼ ਬਣੀ ਹੈ ਉਹ ਤੁਹਾਡੇ ਤੱਕ ਇੱਕੋ ਰਸਤੇ ਨਾਲ ਪਹੁੰਚ ਸਕਦੀ ਹੈ, ਅਤੇ ਉਹ ਮਿਹਨਤ ਦਾ ਰਸਤਾ ਹੈ। ਹੋ ਸਕਦਾ ਹੈ ਕਿ ਤੁਹਾਡੇ ਲਈ ਜੋ ਚੀਜ਼ ਮਿਲਣੀ ਹੈ ਉਹ ਜੇ 4 ਕਿਲੋਮੀਟਰ ਦੂਰ ਹੈ, ਅਤੇ ਤੁਸੀਂ ਮਤਲਬ, ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਮੈਂ ਜੈਕ ਮਾ ਨੂੰ ਫੋਲੋ ਕਰਦਾ, ਅਤੇ ਜੈਕ ਮਾ ਕਹਿੰਦਾ ਕਿ ਕੱਲ੍ਹ ਔਖਾ ਹੈ, ਪਰਸੋਂ ਬਹੁਤ ਹੀ ਜ਼ਿਆਦਾ ਔਖਾ ਹੈ, ਅਤੇ ਚੌਥੇ ਸਕਸੈਸ ਹੈ। ਪਰ ਪ੍ਰੋਬਲਮ ਇਹ ਹੈ ਕਿ 90% ਲੋਕ ਪਰਸੋਂ ਹੀ ਮਰ ਜਾਂਦੇ ਨੇ, ਕਿ ਕਈ ਵਾਰੀ ਤੁਹਾਡਾ ਉਹ ਲਾਸਟ ਪੜਾਅ ਹੁੰਦਾ ਹੈ। ਅਤੇ ਇਸ ਮੌਕੇ 'ਤੇ ਜੇ ਮੈਂ ਕਿਸੇ ਨੂੰ ਇੰਸਪਾਇਰ ਕਰਨ ਲਈ ਜਾਂ ਗਾਈਡ ਕਰਨ ਲਈ ਕਹਿ ਦਿਆਂ, ਰਿਜ਼ਰਵੇਸ਼ਨ ਮੈਨੂੰ ਇਹ ਲੱਗਦਾ ਕਿ ਉਦੋਂ ਵੀ ਉਹਨਾਂ ਬੱਚਿਆਂ ਲਈ ਵੀ ਐਗਜ਼ਿਸਟ ਕਰਦੀ ਹੈ ਜਿਹੜੇ ਅੱਜ ਜੋਬਾਂ 'ਤੇ ਹੈਗੇ ਨੇ, ਉਹਨਾਂ ਲਈ ਵੀ ਐਗਜ਼ਿਸਟ ਕਰਦੀ ਸੀ, ਅਤੇ ਉਹਨਾਂ ਲਈ ਵੀ ਐਗਜ਼ਿਸਟ ਕਰਦੀ ਹੈ ਜਿਹੜੇ ਜੋਬ 'ਤੇ ਨਹੀਂ ਹੈਗੇ। ਅਤੇ ਸਾਡੀ ਹਮੇਸ਼ਾ ਦੌੜ ਇਹੀ ਹੋਣੀ ਚਾਹੀਦੀ ਹੈ ਵੀ ਅਸੀਂ ਆਪਣੇ ਆਪ 'ਚ ਇੱਕ ਬਿਹਤਰ ਬਣ ਸਕੀਏ। ਅਸੀਂ ਸਕਸੈਸ ਨੂੰ ਸਿਰਫ ਤਾਂ ਹੀ ਨਹੀਂ ਲੈ ਸਕਦੇ ਕਿ ਜੇ ਅਸੀਂ ਜੋਬ ਸਿਕਿਉਰ ਕਰ ਲਿਆ। ਸਕਸੈਸ ਦੇ ਮਾਇਨੇ ਬਹੁਤ ਵੱਡੇ ਨੇ, ਬਹੁਤ ਸਾਰੇ ਲੋਕ ਆਪਣੀ ਲਾਈਫ 'ਚ ਉਹ ਵੀ ਸਕਸੈਸਫੁਲ ਨੇ ਜਿਹੜੇ ਰਿਜ਼ਰਵੇਸ਼ਨ ਤੋਂ ਬਾਹਰ ਨਿਕਲ ਕੇ ਆਪਣੇ ਆਪ ਨੂੰ ਉਹਨਾਂ ਨੇ ਡਿਸਕਵਰ ਕੀਤਾ। ਮੈਨੂੰ ਲੱਗਦਾ ਕਿ ਇਹ ਫੈਕਟਰ ਹੈ, ਬਟ ਇਹ ਸੋਚ ਕੇ ਸਾਨੂੰ ਮੈਦਾਨ ਛੱਡ ਜਾਣਾ, ਇਹ ਫੈਕਟਰ ਮੈਂ ਮੰਨਦਾ ਕਿ ਸਾਨੂੰ ਨਹੀਂ ਮਾਨਸਿਕਤਾ ਰੱਖਣੀ ਚਾਹੀਦੀ, ਸਾਨੂੰ ਦੂਜੀ ਵਾਰ ਜ਼ਿਆਦਾ ਐਨਰਜੀ ਨਾਲ ਆਉਣਾ ਚਾਹੀਦਾ, ਮੇਰੀ ਇਹ ਸੋਚ ਹੈ। ਤੁਸੀਂ ਵੀ ਆਇਲਸ ਇਸੇ ਲਈ ਕੀਤਾ ਸੀ ਕਿ ਮੈਂ ਬਾਹਰ ਚਲਿਆ ਜਾਵਾਂ? ਮੈਂ ਆਇਲਸ ਇਸ ਲਈ ਕੀਤਾ ਸੀ, ਮੈਨੂੰ ਇੱਕ ਵਾਰੀ ਆਪਣੀ ਕਪੈਸਿਟੀ 'ਤੇ, ਆਪਣੇ ਟੈਲੈਂਟ 'ਤੇ, ਆਪਣੇ ਹੁਨਰ 'ਤੇ ਸ਼ੱਕ ਹੋਣ ਲੱਗ ਗਿਆ ਸੀ। ਮੈਂ ਸੋਚਦਾ ਸੀ ਵੀ ਸ਼ਾਇਦ ਮੇਰੀ 'ਚ ਕਮੀ ਹੈ। ਮੈਂ ਡੇ 1 ਤੋਂ ਕਦੇ ਨਹੀਂ ਮੰਨਦਾ, ਮੈਂ ਕਿਸਮਤ ਫੈਕਟਰ ਬਹੁਤ ਘੱਟ ਮੰਨਦਾ। ਮੈਂ ਚਾਹੁੰਦਾ ਕਿ ਪਰਮਾਤਮਾ ਆਪਣਾ ਕੰਮ ਬਖੂਬੀ ਕਰ ਰਿਹਾ, ਉਹਨੂੰ ਕਰਨ ਦੇਣਾ ਚਾਹੀਦਾ। ਤੁਸੀਂ ਚੰਗਾ ਕਰ ਰਹੇ ਹੋ ਤਾਂ ਵੀ ਉਹ ਤੁਹਾਡੇ ਨਾਲ ਹੈ, ਅਤੇ ਜੇ ਮਾੜਾ ਕਰ ਰਹੇ ਹੋ ਤਾਂ ਵੀ ਤੁਹਾਡੇ ਨਾਲ ਹੈ। ਆਇਲਸ ਮੈਂ ਇਸ ਗੱਲ ਕਰਕੇ ਕੀਤਾ ਸੀ ਕਿ ਮੈਨੂੰ ਐਂ ਲੱਗਦਾ ਸੀ ਕਿ ਨਹੀਂ, ਮੇਰੇ 'ਚ ਹੀ ਹੁਨਰ ਨਹੀਂ ਰਿਹਾ। ਅਤੇ ਆਲੇ ਦੁਆਲੇ ਜਦੋਂ ਅਸੀਂ ਗੱਲ ਕਰਦੇ ਸੀ, ਅਤੇ ਸਾਡੇ ਟਾਈਮ ਮੰਨਿਆ ਜਾਂਦਾ, ਮੈਂ ਅੱਜ ਦੀ ਗੱਲ ਵੀ ਕਰ ਸਕਦਾ ਕਿ UPSC ਤੋਂ ਬਾਅਦ PPSC, ਅਤੇ PPSC ਤੋਂ ਬਾਅਦ ਸਭ ਤੋਂ ਮਸ਼ਹੂਰ ਜੇ ਕੋਈ ਪੇਪਰ ਹੈਗਾ ਤਾਂ ਉਹ ਆਇਲਸ ਹੈ। ਤਾਂ ਮੈਨੂੰ ਲੱਗਿਆ ਕਿ ਮੈਂ ਇੱਕ ਵਾਰੀ ਆਇਲਸ 'ਚੋਂ ਪੀਅਰ ਹੋ ਕੇ ਵੇਖਾਂ ਕਿ ਮੈਂ ਕਿੱਥੇ ਕੁ ਖੜ੍ਹਦਾ, ਤਾਂ ਕਿ ਮੈਨੂੰ ਉੱਥੋਂ ਆਈਡੀਆ ਹੋ ਜਾਵੇ ਕਿ ਮੇਰੇ ਕੋਲ ਟੈਲੈਂਟ ਹੈ ਕਿ ਮੇਰੇ ਕੋਲ ਟੈਲੈਂਟ ਨਹੀਂ। ਆਇਲਸ ਮੈਂ ਇਸ ਮਾਨਸਿਕਤਾ ਨਾਲ ਸ਼ੁਰੂ ਕੀਤਾ ਸੀ,
ਤੇ ਕੁਛ ਉਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ, ਮੇਰੇ ਕੋਲ ਕੁਛ ਕਰਨ ਲਈ ਨਹੀਂ ਸੀ ਤੇ ਮੈਂ ਡਿਪਰੈਸ਼ਨ 'ਚ ਸੀ। ਮੇਰੇ ਵੱਡੇ ਭਾਈ ਸਾਹਿਬ ਆਸਟ੍ਰੇਲੀਆ ਨੇ ਤੇ ਫਿਰ ਇੱਕ ਫੈਮਿਲੀ 'ਚ ਜਦੋਂ ਇੱਕ ਬੱਚਾ ਆਲਰੇਡੀ ਬਾਹਰ ਹੁੰਦਾ ਫਿਰ ਉਹ ਤੁਹਾਨੂੰ ਇਹੀ ਸੁਜੈਸ਼ਨ ਕਰਦਾ ਕਿ ਚੱਲ ਟੈਨਸ਼ਨ ਨਹੀਂ ਲੈਣੀ, ਕੋਈ ਗੱਲ ਨਹੀਂ, ਤੁਸੀਂ ਇਸ ਰਸਤੇ ਆ ਜਾਓ। ਮੈਂ ਕਦੇ ਸੋਚਿਆ ਨਹੀਂ ਸੀ ਸਿਵਲ ਕਰਦੇ, ਕਿਉਂਕਿ ਮੈਂ ਕੋਈ ਵੀ ਆਪਣੀ ਲਾਈਫ 'ਚ ਕੰਮ ਕੀਤਾ ਸੀ ਮੈਂ ਦਿਲੋਂ ਕੀਤਾ। ਮੈਂ ਸਪੋਰਟਸ ਪਰਸਨ ਵੀ ਸੀਗਾ ਤਾਂ ਮੈਂ ਦਿਲੋਂ ਇੰਜੋਏ ਕਰਦਾ ਸੀ। ਨੋ ਡਾਊਟ ਮੇਰੇ 'ਤੇ ਪੈਰੈਂਟਲ ਪ੍ਰੈਸ਼ਰ ਹੁੰਦਾ, ਸਭ 'ਤੇ ਹੁੰਦਾ ਕਿ ਜੋ ਅਸੀਂ ਅੱਜ ਬੀਜਣਾ ਉਹੀ ਅਸੀਂ ਕੱਲ੍ਹ ਵੱਢਣਾ, ਅਤੇ ਸਾਡੇ 'ਤੇ ਹੁੰਦਾ ਵੀ ਨਹੀਂ ਜੋਬ ਲਓ ਮੈਂ ਸੀਗਾ, ਉਹ ਨੋ ਡਾਊਟ ਹੁੰਦਾ, ਬਟ ਫਿਰ ਵੀ ਮੈਂ ਇੰਜੋਏ ਕਰਦਾ ਸੀਗਾ ਉਸ ਚੀਜ਼ ਨੂੰ। ਮੈਨੂੰ ਚੰਗਾ ਲੱਗਦਾ ਸੀ ਜਦੋਂ ਕੋਈ ਬੰਦਾ ਮੈਨੂੰ ਮੇਰੀ ਅਚੀਵਮੈਂਟ ਤੋਂ ਜਾਣਦਾ ਸੀ। ਸਿਵਲ ਦੇ ਵਿੱਚ ਵੀ ਇਹੀ ਸੀਗਾ। ਅਤੇ ਫਿਰ ਮੈਨੂੰ ਇਹ ਸੀਗਾ ਕਿ ਆਇਲਸ 'ਚ ਨਵਾਂ ਮਾਹੌਲ ਮਿਲੂਗਾ, ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਅਤੇ ਪਲੱਸ ਸੋਨੇ 'ਤੇ ਸੁਹਾਗਾ ਹੋ ਜਾਊਗਾ, ਨਾਲੇ ਮੇਰਾ ਪੇਪਰ ਕਲੀਅਰ ਹੋ ਗਿਆ, ਮੈਂ ਬਾਹਰ ਚਲਾ ਜਾਊਂਗਾ, ਪਲੱਸ ਨਾਲੇ ਮੇਰਾ ਇਹ ਟਾਈਮ ਜਿਹੜਾ ਹੈ ਵਾਸ਼ ਆਊਟ ਹੋ ਜਾਊਗਾ। ਤਾਂ ਮੈਂ ਇਸ ਮਾਨਸਿਕਤਾ ਨਾਲ ਆਇਲਸ ਕੀਤਾ ਸੀ। ਹੁਣ ਲੋਕ ਕਹਿ ਦਿੰਦੇ ਆ ਵੀ ਜੇ ਤੁਸੀਂ ਪੰਜਾਬ ਦਾ ਯੂਥ ਦੇਖਣਾ ਕਿੱਥੇ ਆ ਹੈ ਨਾ, ਤਾਂ ਤੁਸੀਂ ਆਇਲਸ ਸੈਂਟਰਾਂ 'ਤੇ ਜਾਓ, ਤੁਹਾਨੂੰ ਉੱਥੇ ਹੀ ਮਿਲੂਗਾ, ਚਾਹੇ ਉਹ ਕੋਈ ਪਿੰਡ ਦਾ ਬੱਚਾ, ਚਾਹੇ ਉਹ ਕੋਈ ਸ਼ਹਿਰ ਦਾ ਬੱਚਾ, ਈਵਨ ਕਿ ਮਤਲਬ ਪੋਸਟ ਗ੍ਰੈਜੂਏਟ ਬੱਚੇ ਵੀ ਜਿਹੜੇ ਆਇਲਸ ਕਰ ਰਹੇ ਨੇ ਹੈ ਨਾ। ਇੱਕ ਦੌਰ ਤਾਂ ਉਹ ਹੁੰਦਾ ਵੀ ਜਦੋਂ ਤੁਹਾਨੂੰ ਲੱਗਦਾ ਕਿ ਮੈਂ ਆਪਣੀ ਸਟੱਡੀ ਕੰਪਲੀਟ ਕਰ ਰਹੀ ਆ ਫਿਰ ਵੀ ਮੈਂ ਸਕਸੈਸਫੁਲ ਨਹੀਂ ਹੋਇਆ ਹੈ ਨਾ, ਪਰ ਹੁਣ ਯੂਥ ਵੇਟ ਹੀ ਨਹੀਂ ਕਰ ਰਹੀ। ਹੁਣ ਉਹ ਆਫਟਰ +2 ਜਿਵੇਂ ਆਪਾਂ ਨੂੰ ਹਰ ਇੱਕ ਨੂੰ ਪਤਾ ਕਿ +2 ਕੀਤੀ ਤੇ ਹਰ ਇੱਕ ਦਾ ਇੱਕ ਫੋਕਸ ਹੈ ਕਿ ਬੱਚੇ ਨੂੰ ਆਇਲਸ ਕਰਾਓ ਹੈ ਨਾ। ਇਸ ਚੀਜ਼ ਦਾ ਰੀਜ਼ਨ ਕੀ ਮੰਨਦੇ ਹੋ? ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦੀ ਹਾਂ ਕਿ ਮੇਰੀ ਇੱਕ ਫਰੈਂਡ ਆ ਗਵਰਨਮੈਂਟ ਜੌਬ 'ਤੇ ਨੇ। ਉਹ ਕਹਿੰਦੇ ਕਿ ਜਦੋਂ ਵੀ ਮੇਰੇ ਘਰ 'ਚ ਰਿਸ਼ਤੇਦਾਰੀ 'ਚ ਕਿਸੇ ਮੁੰਡੇ ਦਾ ਵਿਆਹ ਹੁੰਦਾ ਹੈ ਅਤੇ ਉਹਦੀ ਜਿਹੜੀ ਵਾਈਫ ਆ ਉਹਨੇ ਆਇਲਸ ਕੀਤਾ ਹੁੰਦਾ, ਅਤੇ ਮੇਰੇ ਸਹੁਰੇ ਮੈਨੂੰ ਦੇਖਣ ਲੱਗ ਜਾਂਦੇ ਆ ਵੀ ਤੇਰੇ 'ਚ ਇੰਨੀ ਵੀ ਕੈਪੇਬਿਲਿਟੀ ਨਹੀਂ ਕਿ ਤੂੰ ਆਇਲਸ ਕਰਕੇ ਤੁਸੀਂ ਦੋਵੇਂ ਜੀ ਬਾਹਰ ਚਲੇ ਜਾਓ ਹੈ ਨਾ। ਮਤਲਬ ਇਹ ਕਿੱਦਾਂ ਦੀ ਸੋਚ ਹੈ? ਅਤੇ +2 ਕਰਕੇ ਬੱਚਾ ਵੇਟ ਨਹੀਂ ਕਰਦਾ ਕਿ ਮੈਂ ਅੱਗੇ ਆਪਣੀ ਐਜੂਕੇਸ਼ਨ ਪੂਰੀ ਕਰਾਂ ਜਾਂ ਮੈਂ ਇੱਥੇ ਇੰਡੀਆ 'ਚ ਸਕਸੈਸਫੁਲ ਹੋ ਸਕਦਾ, ਉਹ ਸਿੱਧਾ ਸੈਂਟਰ 'ਤੇ ਪਹੁੰਚ ਜਾ। ਇਹ ਸੋਚ ਕਿੱਥੋਂ ਤੁਹਾਨੂੰ ਲੱਗਦਾ ਵੀ ਕਿਉਂ ਆ ਰਹੀ ਆ ਲੋਕਾਂ 'ਚ ਇੰਨੀ ਜ਼ਿਆਦਾ? ਵੇਖੋ, ਅਸੀਂ ਛੋਟੇ ਹੁੰਦੇ ਤੋਂ ਇੱਕ ਸ਼ਬਦ ਸੁਣਦੇ ਹੁੰਦੇ ਹਾਂ, ਲਾਈ ਲੱਗ, ਜਾਂ ਤੁਸੀਂ ਭੇਡ ਚਾਲ ਕਹਿ ਲਓ। +2 ਤੋਂ ਬਾਅਦ ਹਰੇਕ ਬੱਚੇ ਦੀ ਪਰਿਵਾਰਕ ਸਥਿਤੀ ਹੈ ਜਿਹੜੀ, ਚਾਹੇ ਉਹ ਕੋਈ ਪੰਜਾਬ ਬੋਰਡ ਦਾ ਪੜ੍ਹਿਆ, ਚਾਹੇ ਕੋਈ CBSE ਦਾ ਪੜ੍ਹਿਆ, ਚਾਹੇ ਕੋਈ ICSE ਦਾ ਪੜ੍ਹਿਆ, ਮੈਂ ਮੰਨਦਾ ਕਿ ਲੋਕਾਂ ਨੇ ਨਾ ਆਪਣੀ ਫੈਮਿਲੀ ਬੈਕਗਰਾਊਂਡ ਨੂੰ ਕੰਸੀਡਰ ਕਰਨਾ ਹੀ ਛੱਡ ਦਿੱਤਾ। ਜੇ ਕੋਈ ਬੱਚਾ ਚੰਗਾ ਕਰ ਸਕਦਾ ਹੈ ਉਹ ਵੀ, ਅਤੇ ਜੇ ਕੋਈ ਬੱਚਾ ਚੰਗਾ ਨਹੀਂ ਕਰ ਸਕਦਾ ਉਹ ਵੀ। ਅਸੀਂ ਮੰਨ ਕੇ ਚੱਲਦੇ ਹਾਂ ਜੀ, ਇੱਕ ਬੱਚੇ ਨੇ +2 ਪਾਸ ਆਊਟ ਕਰ ਲਈ ਜੀ 85 ਜਾਂ 90% ਲਈ, ਉਹਦੇ ਮਾਂ-ਪਿਓ ਦੀ ਉਸ ਬੱਚੇ ਨੂੰ ਲੈ ਕੇ ਕੁਛ ਹੋਰ ਨਿਗਾਹ ਹੋਣੀ ਚਾਹੀਦੀ ਹੈ। ਇੱਕ ਬੱਚੇ ਨੇ +2 ਪਾਸ ਆਊਟ ਕਰ ਲਈ 65 ਜਾਂ 60% 'ਤੇ, ਉਸ ਬੱਚੇ ਦੇ ਮਾਂ-ਪਿਓ ਨੂੰ ਕੁਛ ਹੋਰ ਕਰੀਅਰ ਕਾਉਂਸਲਿੰਗ ਦੇਣੀ ਚਾਹੀਦੀ ਹੈ। ਬਟ ਹੁਣ ਪ੍ਰੋਬਲਮ ਇਹ ਹੋ ਗਈ ਹੈ ਸਾਰੇ ਲੋਕਾਂ ਦੇ ਵਿੱਚ ਕਿ ਅਸੀਂ ਪਰਸੈਂਟੇਜ ਨੂੰ ਕੰਸੀਡਰ ਨਹੀਂ ਕਰਦੇ, ਜਾਂ ਅਸੀਂ ਬੱਚੇ ਦਾ ਜੋ ਇਨਰ ਟੈਲੈਂਟ ਹੈਗਾ ਉਹਨੂੰ ਕੰਸੀਡਰ ਨਹੀਂ ਕਰਦੇ। ਅਸੀਂ ਜਿਹੜਾ ਇੰਜੀਨੀਅਰ ਬਣਨ ਵਾਲਾ ਬੱਚਾ ਹੈ, ਚੰਗਾ ਇੰਜੀਨੀਅਰ ਬਣ ਸਕਦਾ ਹੈ, ਚੰਗਾ ਸਿਵਲ ਸਰਵੈਂਟ ਬਣ ਸਕਦਾ, ਅਸੀਂ ਉਹਨੂੰ ਕੰਪੇਅਰ ਕਰਨਾ ਹੀ ਛੱਡ ਦਿੱਤਾ ਹੈ। ਅਤੇ ਕਿਤੇ ਨਾ ਕਿਤੇ ਅਸੀਂ ਇਹ ਮੰਨ ਸਕਦੇ ਹਾਂ ਕਿ ਪਰਿਵਾਰਾਂ ਦੇ ਵਿੱਚੋਂ ਗਏ ਹੋਏ ਪਹਿਲੇ ਬੱਚੇ ਨੇ ਜਿਹੜੇ, ਜਾਂ ਪਿੰਡਾਂ ਦੇ ਵਿੱਚੋਂ ਗਏ ਹੋਏ ਜਿਹੜੇ 2 ਸਾਲ 4 ਸਾਲ ਜਾਂ 5 ਸਾਲ ਪਹਿਲਾਂ ਗਏ ਬੱਚੇ ਨੇ, ਉਹ ਇਸ ਚੀਜ਼ ਦਾ ਮੁੱਖ ਕਾਰਨ ਨੇ। ਕਿਉਂਕਿ ਇੱਕ ਛੋਟਾ ਬੱਚਾ ਆਪਣੀ ਨਵੀਂ ਉਮਰ ਦੇ ਵਿੱਚ ਆਪਣਾ ਮੈਂਟਰ ਜਾਂ ਆਪਣਾ ਰੋਲ ਮਾਡਲ ਸੈੱਟ ਕਰ ਲੈਂਦਾ। 90% ਇੰਟਰਵਿਊ ਵੇਖ ਰਹੇ ਬੱਚਿਆਂ ਨੂੰ ਇਹ ਪਤਾ ਹੋਏਗਾ ਕਿ ਉਹਨਾਂ ਨੂੰ ਅਕਸ਼ੇ ਕੁਮਾਰ ਪਸੰਦ ਹੈ ਕਿ ਸਲਮਾਨ ਖਾਨ ਪਸੰਦ ਹੈ, ਅਤੇ ਫਿਰ ਅਸੀਂ ਇਹ ਕਿੱਦਾਂ ਸੋਚ ਸਕਦੇ ਹਾਂ ਕਿ ਉਹ ਕਿੱਦਾਂ ਦੇ ਬਣਨਾ ਚਾਹੁੰਦੇ ਨੇ? ਇਹ 12ਵੀਂ ਕਲਾਸ ਤੱਕ ਉਹਨਾਂ ਨੂੰ ਨਹੀਂ ਪਤਾ ਹੁੰਦਾ। ਬਟ ਮੈਨੂੰ ਇਹ ਲੱਗਦਾ ਕਿ ਹੁਣ 90% ਬੱਚੇ ਬਣਨਾ ਚਾਹੁੰਦੇ ਨੇ ਆਪਣੇ ਚਾਚੇ ਜਾਂ ਤਾਏ ਦੇ ਉਸ ਮੁੰਡੇ ਵਰਗੇ ਜਿਹੜਾ ਕੈਨੇਡਾ 'ਚ ਪਰਸਨਲ ਕਾਰ ਹੈ ਉਹਦੇ ਕੋਲ, ਉਹ ਕੰਮ 'ਤੇ ਜਾਂਦਾ ਹੈ, ਉਹ ਨਵੇਂ ਕੱਪੜੇ ਲੈਂਦਾ ਹੈ, ਉਹ ਸੋਸ਼ਲ ਮੀਡੀਆ 'ਤੇ ਫੋਟੋਜ਼ ਪਾਉਂਦਾ ਹੈ, ਜਾਂ ਆਪਣੇ ਚਾਚੇ ਜਾਂ ਤਾਏ ਦੀ ਲੜਕੀ ਵਰਗੇ ਬਣਨਾ ਚਾਹੁੰਦੇ ਨੇ ਜੋ ਇੰਡੀਪੈਂਡੈਂਟ ਨੇ, ਜੋ ਪੈਸੇ ਲਈ ਆਪਣੇ ਮਾਂ-ਪਿਓ 'ਤੇ ਨਿਰਭਰ ਨਹੀਂ, ਅਤੇ ਪਲੱਸ ਉੱਠਦੇ ਬਹਿੰਦੇ ਜਾਗਦੇ ਉਹ ਇਹ ਕਹਿੰਦੇ ਸੁਣਦੇ ਨੇ ਆਪਣੇ ਘਰਦਿਆਂ ਨੂੰ ਕਿ ਸਾਡੇ ਬੱਚੇ ਨੇ ਸਾਨੂੰ ਆਈਫੋਨ ਭੇਜਤਾ, ਜਾਂ ਸਾਡੇ ਬੱਚੇ ਨੇ ਆ ਘਰ ਪਾ ਕੇ ਦੇ ਦਿੱਤਾ, ਗੱਡੀ ਲੈ ਕੇ ਦੇ ਦਿੱਤੀ। ਮੈਨੂੰ ਲੱਗਦਾ ਇਹਨਾਂ ਚੀਜ਼ਾਂ ਦਾ ਪ੍ਰਭਾਵ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਹੈ। ਅਤੇ ਜਦੋਂ ਇੱਕ ਛੋਟਾ ਬੱਚਾ ਇੱਕ 10ਵੀਂ ਜਾਂ 11ਵੀਂ ਜਾਂ 12ਵੀਂ ਕਲਾਸ ਦੇ ਵਿੱਚ ਹੀ ਇਹਨਾਂ ਰੋਲ ਮਾਡਲਸ ਨੂੰ ਜਾਂ ਇਹਨਾਂ ਬੱਚਿਆਂ ਨੂੰ ਓਬਜ਼ਰਵ ਕਰ ਲੈਂਦਾ, ਦੇਖ ਲੈਂਦਾ, ਅਤੇ ਉਹਨੂੰ ਲੱਗਦਾ ਕਿ ਮੈਨੂੰ ਬਾਹਰ ਜਾਣਾ ਚਾਹੀਦਾ। ਪਰ ਕਹਾਣੀ ਦਾ ਇੱਕ ਹੋਰ ਵੀ ਪੜਾਅ ਹੈ। ਮੈਨੂੰ ਇਹ ਲੱਗਦਾ ਕਿ ਜਦੋਂ ਉਹ ਆਪਣੇ ਸਾਹਮਣੇ ਆਪਣੇ ਉਸ ਜਾਂ ਚਾਚੇ ਜਾਂ ਤਾਏ ਦੇ ਬੇਟੇ ਨੂੰ ਵਹਿੰਦੇ ਨੇ ਜਿਹੜਾ ਉਹਨਾਂ ਤੋਂ 5 ਸਾਲ ਵੱਡਾ ਹੈ, ਪਰ ਉਹ ਇੱਥੇ ਕੁਛ ਨਹੀਂ ਕਰ ਰਿਹਾ, ਜਾਂ ਉਹ ਇੱਥੇ ਦੁੱਧ ਪਾ ਰਿਹਾ, ਜਾਂ ਉਹ ਇੱਥੇ ਖੇਤੀ ਕਰ, ਬਟ ਉਹਦੇ ਕੋਲ ਟੈਲੈਂਟ ਹੈ, ਉਹ ਕਰਨਾ ਚਾਹੁੰਦਾ, ਪਰ ਹੁਣ ਸਮਾਂ ਲੰਘਣ ਕਰਕੇ ਉਹਦੇ ਕੋਲ ਮੌਕਾ ਨਹੀਂ ਰਿਹਾ, ਅਤੇ ਉਹ ਆਪਣੇ ਆਪ ਨੂੰ ਉਹਦੇ ਵਰਗਾ ਨਹੀਂ ਬਣਨ ਦੇਣਾ ਚਾਹੁੰਦੇ। ਤਾਂ ਉਸ ਚੀਜ਼ ਤੋਂ ਡਰ ਕੇ ਜਾਂ ਲੰਘਦੇ ਵੜਦੇ ਉਹਨਾਂ ਦੇ ਚਾਚੇ ਤਾਏ ਉਹਨਾਂ ਨੂੰ ਇਹ ਗਾਈਡ ਕਰਦੇ ਨੇ ਵੀ ਸਾਡਾ ਟਾਈਮ ਲੰਘ ਗਿਆ, ਪਰ ਤੁਸੀਂ ਵਿਦਿਨ ਟਾਈਮ ਆਪ ਆਪਣਾ ਧਿਆਨ ਰੱਖਿਓ। ਮੈਨੂੰ ਲੱਗਦਾ 2 ਕਰੈਕਟਰ ਨੇ
ਜਿਹੜੇ ਅੱਜ ਦੇ ਟਾਈਮ 'ਚ ਬੱਚਿਆਂ ਨੂੰ ਆਇਲਸ ਦੇ ਰੁਝਾਵ ਪ੍ਰਤੀ ਧੱਕ ਰਹੇ ਨੇ। ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਤੁਸੀਂ ਕਿਹਦੇ ਵਰਗੇ ਬਣਨਾ ਚਾਹੁੰਦੇ ਹੋ ਤੇ ਤੁਸੀਂ ਕਿਹਦੇ ਵਰਗੇ ਬਣਨਾ ਨਹੀਂ ਚਾਹੁੰਦੇ, ਇਹ ਦੋ ਅਲੱਗ-ਅਲੱਗ ਫੈਕਟਰਸ। ਨਹੀਂ, ਪਰ ਮੈਂ ਮੰਨ ਸਕਦੀ ਹਾਂ ਵੀ ਹਾਂ ਤੁਸੀਂ ਬੱਚੇ ਉਸ ਚੀਜ਼ ਨੂੰ ਫੋਲੋ ਕਰਦੇ ਆ ਕਿ ਮੇਰੀ ਬੇਟੀ ਹੁਣ 15 ਸਾਲ ਦੀ ਆ, ਹੈ ਨਾ, ਤਾਂ ਉਹ ਆਪਣੇ ਮੇਰੇ ਕਜ਼ਨ ਦੇ ਬੱਚਿਆਂ ਨੂੰ ਦੇਖਦੀ ਹੈ, ਉਹ ਕਹਿੰਦੀ ਹੈ ਕਿ ਮੰਮਾ ਉਹਨਾਂ ਕੋਲੇ ਇੰਨੀ ਕਲਾਸ ਤੱਕ 8ਵੀਂ 7ਵੀਂ 'ਚ ਮੈਕਬੁੱਕ ਆ, ਹੈ ਨਾ, ਉਹਨਾਂ ਕੋਲ ਆਹ ਚੀਜ਼ ਆ, ਉਹ ਮਤਲਬ ਇੱਦਾਂ ਫਰੀडम ਆ ਉਹਨਾਂ ਕੋਲੇ, ਉਹ ਵਾਲ ਸਟ੍ਰੇਟ ਕਰ ਸਕਦੇ ਨੇ ਇਸ ਚੀਜ਼ 'ਚ, ਜਿਵੇਂ ਫੋਰਨ ਦਾ ਮਾਹੌਲ ਆ ਜੋ ਨਾ, ਉਹ ਚੀਜ਼ ਇੱਕ ਅਲੱਗ ਚੀਜ਼ ਹੋ ਗਈ ਕਿ ਹਾਂ ਅਸੀਂ ਉਹਨਾਂ ਦੀ ਫਰੀडम ਦੇਖੀ, ਉਹਨਾਂ ਨੂੰ ਅਸੀਂ ਪੈਸੇ ਵੱਲੋਂ ਫੋਲੋ ਕਰਦੇ ਹਾਂ। ਪਰ ਬਹੁਤ ਸਾਰੀਆਂ ਫੈਮਲੀਜ਼ ਨੇ ਜਿਨ੍ਹਾਂ ਕੋਲੇ ਦੋਵਾਂ ਜੀਆਂ ਕੋਲ ਗਵਰਨਮੈਂਟ ਜੋਬ ਹੋਊਗੀ, ਚੰਗਾ ਪੈਸਾ ਹੈ, ਚੰਗੀ ਜ਼ਮੀਨ ਜਾਇਦਾਦ ਆ, ਹੈ ਨਾ, ਤਾਂ ਉਹਨਾਂ ਨੂੰ ਵੀ ਲੱਗਦਾ ਕਿ ਇੱਥੇ ਜ਼ਿੰਦਗੀ ਹੋਈ ਨਹੀਂ ਹੈਗੀ, ਅਸੀਂ ਬਾਹਰ ਜਾਈਏ। ਇਸ ਸੋਚ ਨੂੰ ਮੈਂ ਹਾਲੇ ਤੱਕ ਸਮਝ ਹੀ ਨਹੀਂ ਪਾ ਰਹੀ। ਇਹਦੇ 'ਚ ਮੈਂ ਇਹ ਮੰਨਦਾ ਕਿ ਜੇ ਤੁਹਾਡੀ ਕਿਸੇ ਵੀ ਜਗ੍ਹਾ 'ਤੇ ਜਾਣ ਦੇ ਪ੍ਰਤੀ ਰਿਸਰਚ ਪੂਰੀ ਹੈ, ਰਿਸਰਚ ਕੰਪਲੀਟ ਹੈ ਕਿ ਤੁਹਾਡਾ ਜੋ ਸਕਿੱਲ ਹੈ, ਤੁਹਾਡਾ ਜੋ ਟ੍ਰੇਡ ਹੈ, ਉਹ ਉਸ ਪਰਟੀਕੂਲਰ ਜਗ੍ਹਾ 'ਤੇ, ਉਸ ਖਾਸ ਜਗ੍ਹਾ ਦੇ ਉੱਤੇ ਕਿੰਨਾ ਕੁ ਕੰਮ 'ਚ ਆਉਣ ਵਾਲੀ ਚੀਜ਼ ਹੈ, ਮੈਨੂੰ ਲੱਗਦਾ ਜੇ ਇਹ ਡਿਸੀਜ਼ਨ ਉਸ ਚੀਜ਼ ਦੇ ਮੱਦੇਨਜ਼ਰ ਲਿਆ ਜਾਵੇ ਤਾਂ ਬਿਹਤਰ ਹੈ। ਹੋ ਸਕਦਾ ਕਿ ਤੁਸੀਂ ਆਰਥਿਕ ਤੌਰ 'ਤੇ ਸੰਤੁਸ਼ਟ ਹੋਵੋ, ਜਾਂ ਸਾਹਮਣੇ ਬੈਠਾ ਬੱਚਾ ਕੋਈ ਵੀ ਬਾਹਰ ਵਾਲੇ ਬੱਚੇ ਨਾਲੋਂ ਆਰਥਿਕ ਤੌਰ 'ਤੇ ਇੱਥੇ ਸੰਤੁਸ਼ਟ ਹੋਵੇ, ਬਟ ਜਦੋਂ ਅਸੀਂ ਰੋਜ਼ ਸਵੇਰੇ ਉੱਠ ਕੇ ਅਖਬਾਰ ਪੜ੍ਹਦੇ ਹਾਂ ਜਾਂ ਜਦੋਂ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਨਿਊਜ਼ ਪੜ੍ਹਦੇ ਹਾਂ, ਉਹਨਾਂ ਦੇ ਪੋਲੀਟੀਕਲ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਉਹਨਾਂ ਨੂੰ ਜ਼ਿੰਮੇਵਾਰੀ ਲੈਂਦੇ ਅਤੇ ਨਿਭਾਉਂਦੇ ਵੇਖਦੇ ਹਾਂ, ਅਤੇ ਜਦੋਂ ਅਸੀਂ ਆਪਣੇ ਫੇਲੀਅਰਸ ਨੂੰ ਵੇਖਦੇ ਹਾਂ, ਅਸੀਂ ਉਸ ਚੀਜ਼ 'ਚ ਨਹੀਂ ਜਾਣਾ ਚਾਹੁੰਦੇ, ਬਟ ਜਦੋਂ ਅਸੀਂ ਇੱਥੇ ਜੋ ਅਸੀਂ ਕਲਪਨਾ ਕਰਦੇ ਹਾਂ ਉਸ ਤੋਂ ਬਹੁਤ ਨੀਚੇ ਆਪਣਾ ਦਾਇਰਾ ਮਹਿਸੂਸ ਕਰਦੇ ਹਾਂ, ਉਹ ਵੀ ਮੈਨੂੰ ਲੱਗਦਾ ਹੈ ਕਿ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਬਹੁਤ ਫੈਕਟਰ ਕਰਦੀ ਹੈ। ਕਿਉਂਕਿ ਪੈਸਾ ਇੱਕ ਟਾਈਮ 'ਤੇ ਤੁਹਾਨੂੰ ਸੰਤੁਸ਼ਟ ਕਰ ਸਕਦਾ ਹੈ, ਬਟ ਉਸ ਤੋਂ ਬਾਅਦ ਤੁਹਾਡੇ ਪਰਿਵਾਰ ਦੀ ਸੁਰੱਖਿਆ, ਤੁਹਾਡੀ ਸਿਹਤ, ਤੁਹਾਡਾ ਵਾਤਾਵਰਨ, ਅਤੇ ਮੈਨੂੰ ਲੱਗਦਾ ਇਹ ਚੀਜ਼ਾਂ ਦੀ ਵੀ ਬੜੀ ਅਹਿਮ ਭੂਮਿਕਾ ਹੈ ਜਿਹੜੀ ਇੱਥੇ ਸਥਾਪਿਤ ਲੋਕਾਂ ਨੂੰ ਵੀ ਅਲਿਓਰ ਕਰਦੀਆਂ ਨੇ, ਕੇਂਦਰਿਤ ਕਰਦੀਆਂ ਨੇ ਕਿ ਉਹ ਵੀ ਬਾਹਰ ਜਾਣ। ਇਹਦੇ 'ਚ ਬੜੇ ਮਲਟੀਪਲ ਫੈਕਟਰਸ ਨੇ। ਜਦੋਂ ਤੁਸੀਂ ਉੱਥੇ ਗੱਲ ਕਰਦੇ ਹੋ ਉਹਨਾਂ ਬੱਚਿਆਂ ਦੀ, ਮੈਨੂੰ ਇੱਕ ਐਗਜ਼ਾਮਪਲ ਯਾਦ ਆ ਹੁਣ ਤੱਕ। ਮੇਰੇ ਬ੍ਰਦਰ ਬਾਹਰ ਨੇ, ਮੈਨੂੰ ਇੱਕ ਵਾਰੀ ਦੱਸਦੇ ਸੀ ਕਿ ਉਹਨਾਂ ਦੇ ਘਰ 'ਚ ਇੱਕ ਰੁੱਖ ਲੱਗਿਆ ਹੋਇਆ ਸੀ, ਅਤੇ ਉਸ ਰੁੱਖ ਦੇ ਕੁਛ ਟਾਹਣੀਆਂ ਨਾ ਉਹਨਾਂ ਦੇ ਘਰ ਵੱਲ ਨੂੰ ਆ ਰਹੀਆਂ ਸੀ, ਅਤੇ ਉੱਥੇ ਉਹਨਾਂ ਨੂੰ ਨਾ ਇਨਫੋਰਮ ਕਰਨਾ ਪਿਆ ਪਹਿਲਾਂ। ਉਹ ਆਪਣੇ ਤਾਂ ਇੱਥੇ ਕੀ ਕਰਦੇ ਨੇ, ਆਪਾਂ ਕੁਹਾੜੀ ਚੱਕੀ ਦੇ ਦਰਖਤ 'ਤੇ ਚੜ੍ਹ ਕੇ ਅਤੇ ਲੱਗੇ ਇੱਥੇ ਸਾਰੇ ਹੀ ਕਰਤਾ। ਅਤੇ ਉਹ ਕਹਿੰਦੇ ਕਿ ਮੈਂ ਅਪੋਇੰਟਮੈਂਟ ਲਈ, ਮੈਂ ਡਿਪਾਰਟਮੈਂਟ ਕੋਲ ਗਿਆ ਅਤੇ ਡਿਪਾਰਟਮੈਂਟ ਨੇ ਮੈਨੂੰ ਕਿਹਾ ਕਿ ਉਹ ਵਿਜ਼ਿਟ ਕਰਨਗੇ ਅਤੇ ਉਹਨੂੰ ਐਨਾਲਾਈਜ਼ ਕਰਨਗੇ, ਵੇਖਣਗੇ। ਉਹ ਸਾਈਟ 'ਤੇ ਕਹਿੰਦਾ ਆਏ, ਸਾਈਟ 'ਤੇ ਉਹਨਾਂ ਨੇ ਦੇਖਿਆ, ਉਹਨਾਂ ਨੇ ਰਿਪੋਰਟ ਬਣਾਈ, ਅਤੇ ਦੁਬਾਰਾ ਉਹ ਜਿਹਨੇ ਵੱਢਣਾ ਸੀ ਉਹ ਆਇਆ ਅਤੇ ਉਹਨੇ ਪ੍ਰੋਪਰ ਮਾਪ ਤੋਲ ਕੇ ਉਹ ਦਰਖਤ ਵੱਢਤਾ। ਅਤੇ ਉਹ ਕਹਿੰਦਾ ਵੀ ਅਸੀਂ ਬਾਹਰ ਨਿਕਲੇ ਅਤੇ ਉਹ ਜਦੋਂ ਅਸੀਂ ਉਹਨੂੰ ਕਿਹਾ ਵੀ ਯਾਰ ਆਹ ਇੱਕ ਦੋ ਹੋਰ ਲਾ ਦੇ, ਨਾਲ ਲੱਗਦੇ ਟਾਹਣੀ ਲਾ ਦੇ ਉਹਦੀ, ਜਾਂ ਟਾਹਣ ਲਾ ਦੇ, ਤਾਂ ਉਹਨੇ ਕਹਿੰਦਾ ਮੈਨੂੰ ਰਿਪਲਾਈ ਕੀਤਾ ਕਿ ਯਾਰ ਇਹ ਦਰਖਤ ਆਲਰੇਡੀ ਬਹੁਤ ਇੰਜਰਡ ਹੋ ਚੁੱਕਿਆ, ਅਤੇ ਜੇ ਅਸੀਂ ਇਹਨੂੰ ਹੋਰ ਨੁਕਸਾਨ ਪਹੁੰਚਾਇਆ ਤਾਂ ਇਹ ਮਰ ਸਕਦਾ। ਮੈਨੂੰ ਲੱਗਦਾ ਇਹ ਚੀਜ਼ਾਂ ਵੀ ਬਹੁਤ ਮੁੱਖ ਕਿਰਦਾਰ ਨਿਭਾਉਂਦੀਆਂ ਨੇ, ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਹੈ। ਮੈਂ ਮੰਨਦਾ ਕਿ ਸੰਸਾਰ ਅੱਜ ਇੱਕ ਪਿੰਡ ਬਣ ਗਿਆ। ਜੇ ਕੋਈ ਘਟਨਾ ਕੈਨੇਡਾ 'ਚ ਵਾਪਰਦੀ ਹੈ ਅਤੇ ਜਿੰਨੀ ਛੇਤੀ ਕੈਨੇਡਾ 'ਚ ਫੈਲਦੀ ਉਨੀ ਛੇਤੀ ਪੰਜਾਬ 'ਚ ਫੈਲਦੀ ਹੈ। ਅਤੇ ਜਿਹੜੇ ਸਾਡੇ ਆਪਣੇ ਪਹਿਲੇ ਕਜ਼ਨ ਗਏ ਹੋਏ ਨੇ, ਰਿਸ਼ਤੇਦਾਰ ਗਏ ਹੋਏ ਨੇ, ਉਹ ਡੇਲੀ ਬੇਸਿਸ 'ਤੇ ਜਦੋਂ ਤੁਹਾਡੇ ਨਾਲ ਵਾਰਤਾਲਾਪ ਚਾਹੁੰਦੇ ਨੇ, ਉਹ ਇਹ ਵਿਊਜ਼ ਨੂੰ ਐਕਸਚੇਂਜ ਕਰਦੇ ਨੇ। ਅਤੇ ਹੁਣ ਜਦੋਂ ਅਸੀਂ ਇਹਨਾਂ ਵਿਊਜ਼ ਨੂੰ, ਹੁਣ ਮੈਂ ਜਦੋਂ ਆਪਣੇ ਬ੍ਰਦਰ ਦੀ ਗੱਲ ਸੁਣੀ ਅਤੇ ਮੈਂ ਉਹਨੂੰ ਰਿਲੇਟ ਕੀਤਾ, ਇੱਥੇ ਸਾਡੀ ਖੁਦ ਦੀ ਜ਼ਿੰਦਗੀ ਦੀ ਇੰਨੀ ਵੈਲਿਊ ਨਹੀਂ ਹੈ। ਅਸੀਂ ਬਹੁਤ ਸਾਰੇ ਮਤਲਬ ਫੇਲੀਅਰਸ ਸੁਣਦੇ ਹਾਂ ਇੱਥੇ, ਚਾਹੇ ਉਹ ਕਿਸੇ ਸਰਕਾਰੀ ਪੱਧਰ 'ਤੇ ਹੋਵੇ, ਲੋਕ ਲੜ ਕੇ ਮਰ ਜਾਂਦੇ ਨੇ ਇੱਥੇ, ਜਾਂ ਕਿਸੇ ਦੀ ਸੁਣਵਾਈ ਨਹੀਂ ਹੁੰਦੀ। ਫਿਰ ਐਟਲੀਸਟ ਸਾਨੂੰ ਇਹ ਹੁੰਦਾ ਕਿ ਅਸੀਂ ਨੋ ਡਾਊਟ ਪੈਸੇ 'ਚ ਬਹੁਤ ਅੱਗੇ ਹੋਣ ਦੇ ਬਾਵਜੂਦ ਵੀ ਆਪਣੇ ਉਹਨਾਂ ਕਜ਼ਨਸ ਤੋਂ ਪਿੱਛੇ ਹੀ ਹਾਂ ਜਿਹੜੇ ਅੱਜ ਉੱਥੇ ਸੈਟਲ ਨੇ। ਮੈਨੂੰ ਲੱਗਦਾ ਇਹ ਵੀ ਇੱਕ ਇਹਦਾ ਮੁੱਖ ਕਾਰਨ ਹੋ ਸਕਦਾ। ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਜਿਹੜੀ ਚੀਜ਼ ਉੱਧਰ ਵਾਪਰਦੀ ਹੈ ਉਹ ਸਾਨੂੰ ਬਹੁਤ ਮਤਲਬ ਇਮੀਡੀਏਟ ਸਾਨੂੰ ਪਤਾ ਹੁੰਦੀ ਹੈ ਨਾ, ਕਿਉਂਕਿ ਸੋਸ਼ਲ ਮੀਡੀਆ 'ਤੇ ਉਦੋਂ ਹੀ ਚੀਜ਼ਾਂ ਸ਼ੇਅਰ ਹੋ ਰਹੀਆਂ ਹੁੰਦੀਆਂ ਨੇ, ਅਤੇ ਸ਼ੇਅਰ ਹੀ ਨਹੀਂ ਹੋ ਰਹੀਆਂ ਹੁੰਦੀਆਂ, ਨਾਲ ਦੀ ਨਾਲ ਥੱਲੇ ਇੱਕ ਜਿਵੇਂ ਆਪਾਂ ਹਰ ਕਹਾਣੀ ਦਾ ਇੱਕ ਮੋਰਲ ਲਿਖ ਦਿੰਦੇ ਹਾਂ ਨਾ, ਲਿਖਿਆ ਹੁੰਦਾ ਵੀ ਦੇਖੋ ਉੱਧਰ ਇਹ ਹੋ ਰਿਹਾ, ਇੰਡੀਆ 'ਚ ਇਹ ਹੋ ਰਿਹਾ। ਬਿਲਕੁਲ ਬਿਲਕੁਲ, ਤਾਂ ਉਹ ਚੀਜ਼ ਬੇਚੈਨੀ ਸੱਚੀ ਤੁਹਾਡੇ 'ਚ ਬੇਚੈਨੀ ਪੈਦਾ ਕਰਦੀ ਹੈ। ਬਿਲਕੁਲ ਬਿਲਕੁਲ। ਤੁਸੀਂ ਫਿਰ ਕਿਉਂ ਨਹੀਂ ਬਾਹਰ ਜਾਣ ਬਾਰੇ ਸੋਚਿਆ? ਚੰਗਾ ਸਕੋਰ ਲੈ ਲਿਆ ਸੀ। ਵੇਖੋ, ਮੈਂ ਬਾਹਰ ਜਾਣ ਦਾ ਤਾਂ ਨਹੀਂ ਸੋਚਿਆ। ਇੱਕ ਟਾਈਮ 'ਤੇ ਮੇਰਾ ਮਾਈਂਡ ਬਹੁਤ ਇਸ ਚੀਜ਼ ਲਈ ਸੈਟਲ ਸੀ ਵੀ ਮੈਂ ਬਾਹਰ ਜਾਣਾ, ਬਟ ਚਲੋ ਮੈਂ ਪਹਿਲਾਂ ਇਸ ਚੀਜ਼ ਲਈ ਕ੍ਰੈਡਿਟ ਕਹਿ ਲਓ ਮੈਂ ਡੈਸਟੀਨੀ ਨੂੰ ਦਿੰਦਾ ਵੀ ਪਰਮਾਤਮਾ ਨੂੰ ਸ਼ਾਇਦ ਕਈ ਵਾਰੀ ਤੁਹਾਡੀ ਸੋਚ ਤੋਂ ਵੱਧ ਕੇ ਚੀਜ਼ਾਂ ਮਨਜ਼ੂਰ ਹੁੰਦੀਆਂ ਨੇ।
ਜਦੋਂ ਮੈਂ ਆਪਣਾ ਸਕੋਰ ਲੈ ਲਿਆ ਉਸ ਤੋਂ ਬਾਅਦ 'ਚ ਮੈਨੂੰ ਮੌਕਾ ਮਿਲਿਆ, ਮੈਂ ਆਪਣਾ ਇੱਕ ਇੰਸਟੀਟਿਊਟ ਛੋਟਾ ਜਿਹਾ ਐਸਟੈਬਲਿਸ਼ ਕੀਤਾ ਅਤੇ ਮੈਨੂੰ ਉਹਦੇ ਤੋਂ ਰਿਸਪੌਂਸ ਬਹੁਤ ਚੰਗਾ ਮਿਲਿਆ। ਸਾਡੀ ਅਸਲ 'ਚ ਪ੍ਰੋਫੈਸ਼ਨ ਦੀ ਪ੍ਰੋਬਲਮ, ਮੈਂ ਪ੍ਰੋਬਲਮ ਨਹੀਂ ਕਹਾਂਗਾ, ਬਟ ਕਈ ਵਾਰੀ ਤੁਸੀਂ ਬਿਜ਼ਨਸ ਕਰਦੇ ਹੋਏ ਕੁਆਲਿਟੀ ਮਾਰ ਦਿੰਦੇ ਹੋ। ਤੁਸੀਂ ਜਦੋਂ ਵਪਾਰਕ ਅਦਾਰਾ ਚਲਾਉਂਦੇ ਹੋ, ਕਿਉਂਕਿ ਹਰੇਕ ਇੰਸਟੀਟਿਊਟਸ ਦੇ ਆਪਣੇ ਖਰਚੇ ਨੇ, ਉਹ ਅਸੀਂ ਉਸ ਚੀਜ਼ ਨੂੰ ਬਹੁਤ ਬਖੂਬੀ ਸਮਝਦੇ ਹਾਂ। ਬੱਚਿਆਂ ਨੂੰ ਬਿਠਾਉਣ ਲਈ ਰਿਸੋਰਸਿਸ ਵੀ ਚਾਹੀਦੇ ਨੇ, ਠੀਕ ਹੈ, ਬਟ ਜਦੋਂ ਅਸੀਂ ਉਹਨੂੰ ਵਪਾਰ ਤੱਕ ਸੀਮਿਤ ਕਰਦੇ ਨੇ ਨਾ, ਤਾਂ ਫਿਰ ਲੋਕ ਜਿਹੜੇ ਨੇ ਉਹ ਚੰਗਾ ਜਿਹੜਾ ਗੁਰੂ ਹੈਗਾ ਨਾ ਉਹਨੂੰ ਲੱਭ ਲੈਂਦੇ ਨੇ। ਸਟਾਰਟਿੰਗ ਸੀ ਜਦੋਂ ਮੇਰੇ ਕੋਲ ਕੁਆਲਿਟੀ ਸੀਗੀ, ਮੇਰੇ ਕੋਲ ਬੱਚਿਆਂ ਨੂੰ ਬਿਠਾਉਣ ਲਈ ਜ਼ਿਆਦਾ ਕੁਰਸੀਆਂ ਜਾਂ ਜ਼ਿਆਦਾ ਵੱਡੇ ਆਫਿਸਿਸ ਵਗੈਰਾ ਨਹੀਂ ਸੀ, ਬਟ ਉਹ ਕੁਆਲਿਟੀ ਕਰਕੇ ਜਦੋਂ ਮੈਨੂੰ ਉਹ ਤੋਂ ਪਹਿਚਾਣ ਮਿਲੀ, ਮੈਂ ਬਾਅਦ 'ਚ ਫੀਲ ਕਰਦਾ ਸੀ ਕਿ ਇਸੇ ਚੀਜ਼ ਦੀ ਮੈਨੂੰ ਭੁੱਖ ਸੀ ਮੈਨੂੰ, ਕਿਉਂਕਿ ਮੈਂ ਇੱਕ ਮਤਲਬ ਪਰਿਵਾਰਕ ਤੌਰ 'ਤੇ ਫਾਈਨੈਂਸ਼ੀਅਲੀ ਸਟੇਬਲ ਫੈਮਿਲੀ ਤੋਂ ਸੀ। ਪਰਿਵਾਰ 'ਚ ਕੋਈ ਪੈਸੇ ਦੇ ਸੰਬੰਧੀ ਕੋਈ ਦਿੱਕਤ ਨਹੀਂ ਸੀ, ਚੰਗੀ ਜ਼ਿੰਦਗੀ ਅਸੀਂ ਜੀ ਰਹੇ ਸੀ। ਬਟ ਮੈਨੂੰ ਇਹ ਲੱਗਦਾ ਸੀ ਕਿ ਮੈਨੂੰ ਕਿਤੇ ਨਾ ਕਿਤੇ ਇਸ ਚੀਜ਼ ਦੀ ਭੁੱਖ ਸੀ ਵੀ ਮੈਂ ਕਾਮਯਾਬ ਹੋਇਆ, ਅਤੇ ਮੈਂ ਪੈਸੇ ਦੀ ਟਰਮ 'ਚ ਕਾਮਯਾਬ ਨਹੀਂ ਹੈਗਾ, ਮੈਂ ਆਪਣੀ ਐਜੂਕੇਸ਼ਨ ਜਾਂ ਨੌਲੇਜ ਦੀ ਟਰਮ 'ਚ ਵੀ ਕਾਮਯਾਬ ਹਾਂ। ਅਤੇ ਜਦੋਂ ਬੱਚੇ ਮੈਨੂੰ ਸਟੋਰੀਜ਼ ਰਿਲੇਟ ਕਰਦੇ ਸੀ ਵੀ ਅਸੀਂ ਪਹਿਲਾਂ ਇੰਨਾ ਟਾਈਮ ਆਇਲਸ ਕੀਤੀ ਪਰ ਨਹੀਂ ਸੀ ਹੋ ਪਾ ਰਹੀ, ਅਤੇ ਅਸੀਂ ਇੰਨੀ ਜਲਦੀ ਪੇਪਰ ਕਰੈਕ ਕਰ ਲਿਆ, ਅਤੇ ਜਦੋਂ ਕ੍ਰੈਡਿਟ ਮਿਲਣਾ ਸ਼ੁਰੂ ਹੋਇਆ ਅਤੇ ਉਹ ਮਾਂ ਪਿਓ ਨੇ ਜਦੋਂ ਸਾਨੂੰ ਸਲਾਹਣਾ ਸ਼ੁਰੂ ਕੀਤਾ, ਮੈਨੂੰ ਹਜੇ ਤੱਕ ਯਾਦ ਹੈ ਕਿ ਮੇਰੀ ਫੈਮਿਲੀ ਨੂੰ, ਸਾਡੀ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ 90% ਲੋਕ ਇਸ ਗੱਲ ਕਰਕੇ ਨਹੀਂ ਜਾਣਦੇ, ਮੇਰੇ ਫਾਦਰ ਦੀ ਜੋਬ ਕਰਕੇ ਜਾਂ ਮੇਰੇ ਮਦਰ ਦੇ ਸੁਭਾਅ ਕਰਕੇ। 90% ਲੋਕ ਸਾਨੂੰ ਤਾਂ ਜਾਣਦੇ ਨੇ ਕਿ ਸਾਡਾ ਇੰਸਟੀਟਿਊਟ ਹੈ 90%। ਅਤੇ ਜਦੋਂ ਤੁਹਾਡਾ, ਮੈਨੂੰ ਲੱਗਦਾ ਵੀ ਕੰਮ ਤੁਹਾਡੀ ਪਹਿਚਾਣ ਬਣ ਜਾਏ, ਇਹ ਤੁਹਾਡੀ ਜਦੋਂ ਪ੍ਰਮਾਤਮਾ ਤੁਹਾਨੂੰ ਇੰਨਾ ਕੁ ਸਮਰਥ ਕਰ ਦੇ ਅਤੇ ਤੁਹਾਡੀ ਜਾਣ ਪਹਿਚਾਣ ਤੁਹਾਡੇ ਕੰਮ ਤੋਂ ਹੋਣ ਲੱਗ ਜਾਏ, ਫਿਰ ਮੈਨੂੰ ਲੱਗਦਾ ਕਿ ਉਹਨੂੰ ਸਮਝਣਾ ਚਾਹੀਦਾ। ਅਤੇ ਸਿਮਿਲਰਲੀ ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਫਿਰ ਦਿਨ ਦੁੱਗਣੀ ਰਾਤ ਚੌਗਣੀ, ਫਿਰ ਅਸੀਂ 4 ਬੱਚਿਆਂ ਤੋਂ 6, 8, 10, 12 ਫਿਰ ਇਸ ਪਲੇਟਫਾਰਮ 'ਤੇ ਖੜ੍ਹੇ ਹੋ ਗਏ ਆ ਕੇ ਵੀ। ਉਸ ਤੋਂ ਬਾਅਦ 'ਚ ਲੱਗਣ ਲੱਗ ਗਿਆ ਕਿ ਨਹੀਂ, ਮੇਰੀ ਦੌੜ ਜਿਹੜੀ ਹੈ ਉਹ ਰਸਤਾ ਮੈਨੂੰ ਇੱਥੋਂ ਹੀ ਪੂਰਾ ਕਰਨਾ ਪੈਣਾ ਹੈ, ਮੇਰੇ ਲਈ ਕੋਈ ਹੋਰ ਰਸਤਾ ਨਹੀਂ ਹੈ। ਅਤੇ ਮੈਂ ਆਪਣੇ ਆਪ ਨੂੰ ਜੇ ਇਮੈਜਿਨ ਉਹਨਾਂ ਬੱਚਿਆਂ ਨਾਲ ਕਰਦਾ ਸੀ ਜਾਂ ਆਪਣੇ ਉਹਨਾਂ ਕਜ਼ਨਸ ਨਾਲ ਕਰਦਾ ਸੀ ਕਿ ਨੋ ਡਾਊਟ ਉਹ ਕੈਨੇਡਾ 'ਚ ਨੇ, ਬਟ ਉਹ ਅੱਜ ਦੇ ਟਾਈਮ 'ਚ ਐਜੂਕੇਸ਼ਨ ਦੇ ਟੱਚ ਤੋਂ ਬਾਹਰ ਹੋ ਗਏ ਨੇ। ਮੈਨੂੰ ਲੱਗਦਾ ਐਜੂਕੇਸ਼ਨ ਬੰਦੇ ਨੂੰ ਜਵਾਨ ਰੱਖਦੀ ਹੈ, ਸਾਨੂੰ ਸਮਾਜ ਦੇ ਵਿੱਚ ਨਵੀਆਂ ਚੀਜ਼ਾਂ ਦੇ ਨਾਲ ਅਪਡੇਟ ਰੱਖਦੇ। ਮੈਨੂੰ ਲੱਗਦਾ ਸੀ ਕਿ ਨਹੀਂ, ਮੈਂ ਇਸ ਚੀਜ਼ ਲਈ ਬਣਿਆ। ਅਤੇ ਮੇਰੇ ਟੀਚਰ ਦਾ ਮੇਰੇ 'ਤੇ ਪ੍ਰਭਾਵ ਬਹੁਤ ਗਹਿਰਾ ਪ੍ਰਭਾਵ ਸੀ। ਮੈਨੂੰ ਲੱਗਦਾ ਕਿ ਟੀਚਰ ਬਣਨ ਲਈ ਸਿਰਫ ਐਜੂਕੇਸ਼ਨ ਨਹੀਂ ਚਾਹੀਦੀ ਹੁੰਦੀ। ਤੁਸੀਂ ਅੱਜ ਦੇ ਟਾਈਮ 'ਚ ਜੇ ਤੁਸੀਂ ਟੀਚਰ ਬਣਨਾ ਹੈ, ਮੈਨੂੰ ਲੱਗਦਾ ਕਿ ਵਿੱਦਿਅਕ ਪੱਖੋਂ ਜੇ ਤੁਸੀਂ ਥੋੜ੍ਹੇ ਜਿਹੇ ਹਲਕੇ ਵੀ ਹੋ ਨਾ, ਤਾਂ ਤੁਸੀਂ ਚੰਗੇ ਗੁਰੂ ਬਣ ਸਕਦੇ ਹੋ। ਪਰ ਜੇ ਤੁਹਾਡਾ ਸੁਭਾਅ ਦੇ ਵਿੱਚ ਕੁਝ ਖਾਸ ਚੀਜ਼ਾਂ ਨਹੀਂ, ਸਬਰ ਤੁਹਾਡੇ ਸੁਭਾਅ 'ਚ ਨਹੀਂ ਹੈਗਾ, ਜਾਂ ਤੁਸੀਂ ਕਿਸੇ ਨਾਲ ਨੇੜਤਾ ਨਹੀਂ ਰੱਖ ਸਕਦੇ ਬੱਚਿਆਂ, ਜਾਂ ਤੁਹਾਡੇ ਸੁਭਾਅ 'ਚ ਲਾਲਚ ਹੈ, ਫਿਰ ਮੈਨੂੰ ਲੱਗਦਾ ਕਿ ਤੁਸੀਂ ਇੱਕ ਟੀਚਰ ਚੰਗੇ ਨਹੀਂ ਬਣ ਸਕਦੇ। ਮੈਂ ਜਦੋਂ ਆਪਣੇ ਟੀਚਰ ਤੋਂ 2 ਸਾਲ 2.5 ਸਾਲ ਪੜ੍ਹਿਆ, ਮੈਂ ਉਹਨਾਂ ਤੋਂ ਇਹ ਚੀਜ਼ਾਂ ਮਹਿਸੂਸ ਕੀਤੀਆਂ ਅਤੇ ਉਹ ਮੇਰੀ ਕਿਰਦਾਰ 'ਚ ਹੌਲੀ ਹੌਲੀ ਸ਼ਮੂਲੀਅਤ ਕਰਦੀਆਂ ਗਈਆਂ। ਜਦੋਂ ਮੈਂ ਬੱਚਿਆਂ ਨਾਲ ਗੱਲ ਕਰਦਾ ਸੀ ਅਤੇ ਮੈਨੂੰ ਬੱਚਿਆਂ ਨੇ ਸਿਰਫ ਵਿੱਦਿਅਕ ਪਾਸਿਓਂ ਚੰਗਾ ਫੀਡਬੈਕ ਨਹੀਂ ਸੀ ਦਿੱਤਾ, ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ, ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰ ਸਕਦੇ ਹਾਂ। ਜਾਂ ਬੱਚਿਆਂ ਦੇ ਮਾਂ ਪਿਓ ਆਉਂਦੇ ਸੀਗੇ, ਅਸੀਂ ਉਹਨਾਂ ਨੂੰ ਬਹੁਤ ਚੰਗੇ ਲੈਵਲ 'ਤੇ ਸੰਤੁਸ਼ਟ ਕਰ ਪਾਉਂਦੇ ਸੀ। ਫਿਰ ਉਸ ਤੋਂ ਬਾਅਦ 'ਚ ਦਿਨ ਵੱਧਦਾ ਗਿਆ, ਕਾਫਲਾ ਵੱਡਾ ਹੁੰਦਾ ਗਿਆ ਅਤੇ ਫਿਰ ਮੈਨੂੰ ਕਦੇ ਉਸ ਤੋਂ ਬਾਅਦ 'ਚ ਇਸ ਚੀਜ਼ ਦੀ ਮਹਿਸੂਸ ਲੋੜ ਨਹੀਂ ਹੋਈ। ਅਤੇ ਮੈਂ ਆਪਣੇ ਆਪ 'ਚ ਵੀ ਸਮਝਦਾ ਕਿ ਤੁਹਾਡੇ ਮਾਂ ਪਿਓ ਕੋਲ ਰਹਿਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਮਾਲੀ ਫੁੱਲ ਨੂੰ ਪਾਣੀ 40-45 ਸਾਲ ਹੀ ਸੋਚ ਕੇ ਲਾ ਦਿੰਦਾ। ਕਿਉਂਕਿ ਮੇਰਾ ਇਹ ਮੰਨਣਾ ਹੈ ਕਿ 90% ਜਿਹੜੇ ਸਾਡੇ ਵਿਊਅਰਸ ਹੋਣਗੇ ਉਹ ਰਿਲੇਟ ਕਰ ਲੈਣ ਕਿ ਬੱਚੇ ਦੇ ਪੈਰ 'ਚ ਜੁੱਤੀ ਜ਼ਿਆਦਾ ਮਹਿੰਗੀ ਹੁੰਦੀ ਹੈ ਮਾਂ ਪਿਓ ਦੇ ਨਾਲੋਂ। ਬਿਲਕੁਲ। ਅਤੇ ਆਪਣੀ ਕਮਾਈ ਆਪ ਕਰਕੇ ਜੇ ਇੱਕ ਬੰਦਾ ਆਪਣੇ ਬੱਚੇ ਨੂੰ ਚੰਗੀ ਜ਼ਿੰਦਗੀ ਦਿੰਦਾ ਅਤੇ ਫਿਰ ਉਸੇ ਛੱਤ ਥੱਲੇ ਰਹਿ ਕੇ ਸਾਡੀਆਂ ਵੀ ਕੁਛ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ। ਮੈਂ ਮੰਨਦਾ ਕਿ ਬਾਹਰਲਾ ਦੇਸ਼ ਅੱਜ ਦੇ ਟਾਈਮ 'ਚ ਬਹੁਤ ਸਾਰੇ ਬੱਚੇ ਨੇ, ਉਹ ਇੱਕ ਵਾਰੀ ਇੱਕ ਸਮੇਂ ਲਈ ਆਪਣੇ ਮਾਂ ਪਿਓ ਤੋਂ ਡਿਸਕਨੈਕਟ ਹੋ ਜਾਂਦੇ ਨੇ। ਉਹ ਆਪਣੀ ਜਗ੍ਹਾ ਬਹੁਤ ਸੱਚੇ ਨੇ, ਕੰਮ ਦਾ ਵਰਕ ਲਾਈਫ ਬੈਲੈਂਸ ਕਰਨੀ, ਸਟੱਡੀ ਲਾਈਫ ਬੈਲੈਂਸ ਕਰਨੀ। ਮੈਨੂੰ ਲੱਗਿਆ ਕਿ ਮੈਂ ਇਹ ਚੀਜ਼ ਜ਼ਿਆਦਾ ਵਧੀਆ ਇੰਡੀਆ ਰਹਿ ਕੇ ਕਰ ਸਕਦਾ, ਅਤੇ ਮੈਂ ਮਾਂ ਪਿਓ ਨਾਲ ਰਹਿਣਾ ਨੂੰ ਬਹੁਤ ਵੈਲਿਊ ਕਰਦਾ, ਤਾਂ ਕਰਕੇ ਮੈਨੂੰ ਲੱਗਿਆ ਮੈਨੂੰ ਨਹੀਂ ਜਾਣਾ ਚਾਹੀਦਾ। ਦੇਖੋ, ਇੱਕ ਪਾਸੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਤੁਹਾਡੀ ਫੈਮਿਲੀ ਵੀ ਜਿਹੜੀ ਹੈ ਨਾ ਪਾਕਿਸਤਾਨ ਤੋਂ 47 ਤੋਂ ਬਾਅਦ ਆਈ। ਇੱਕ ਪਾਸੇ ਜੇ ਤੁਸੀਂ ਕਿਸੇ ਵੀ ਉਸ ਫੈਮਿਲੀ ਨੂੰ ਮਿਲੋਗੇ ਜਿਹੜੇ ਪਾਕਿਸਤਾਨੋਂ ਆਏ ਹੋਏ ਨੇ, ਉਹਨਾਂ ਨੂੰ ਤੁਸੀਂ ਪੁੱਛੋਗੇ ਕਿ ਸਭ ਤੋਂ ਤਕਲੀਫਦੇਹ ਕੀ ਸੀ ਤੁਹਾਡੇ ਲਈ, ਉਹਨਾਂ ਦਾ ਮਤਲਬ ਇਹ ਸੀ ਕਿ ਇਹ ਪ੍ਰਵਾਸ ਹੈ ਨਾ, ਸਾਡਾ ਉੱਧਰੋਂ ਉੱਜੜ ਕੇ ਇੱਧਰ ਆਉਣਾ ਹੈ ਨਾ।
ਤੇ ਦੂਜੇ ਪਾਸੇ ਇਸ ਪ੍ਰਵਾਸ ਨੂੰ ਅਸੀਂ ਬਹੁਤ ਪੋਜ਼ਿਟਿਵ ਵੇ 'ਚ ਲੈ ਰਹੇ ਹਾਂ, ਹੈ ਨਾ, ਜਦੋਂ ਕਿ ਇਹਦੇ ਬਹੁਤ ਸਾਰੇ ਨੈਗੇਟਿਵ ਪੱਖ ਨੇ। ਪਹਿਲੀ ਗੱਲ ਤੁਸੀਂ ਕਹੀ ਕਿ ਮਾਂ ਪਿਓ 40 ਸਾਲ ਇੱਕ ਰੁੱਖ ਨੂੰ ਹੀ ਇੱਕ ਤਰ੍ਹਾਂ ਨਾਲ, ਹੈ ਨਾ, ਪਾਣੀ ਪਾ ਰਹੇ ਹੁੰਦੇ ਨੇ ਜਦੋਂ ਬੱਚੇ ਨੂੰ ਪਾਲਦੇ ਨੇ ਕਿ ਚੰਗਾ ਫਲ ਮਿਲੂਗਾ, ਹੈ ਨਾ। ਦੂਜੇ ਪਾਸੇ ਬਹੁਤ ਸਾਰੇ ਬਜ਼ੁਰਗਾਂ ਦੀਆਂ ਕਹਾਣੀਆਂ ਨੇ ਜਿਨ੍ਹਾਂ ਦੇ ਬੱਚੇ ਤੇ ਉਹ ਗਾਂ ਉਹਨਾਂ ਦੇ ਬੱਚੇ ਨੇ ਜਿਹੜੇ ਉੱਧਰ ਨੇ, ਪਰ ਉਹ ਇੱਧਰ ਇਕੱਲੇ ਰਹਿ ਰਹੇ ਨੇ, ਨੌਕਰਾਂ ਦੇ ਸਹਾਰੇ ਨੇ, ਤਾਂ ਇਸੇ ਤਰ੍ਹਾਂ ਉਹ ਅਖੀਰ ਇੱਕ ਦਿਨ ਦੁਨੀਆ ਤੋਂ ਤੁਰ ਜਾਂਦੇ ਨੇ, ਹੈ ਨਾ। ਇਸ ਚੀਜ਼ ਦਾ ਨੈਗੇਟਿਵ ਪੱਖ ਆ, ਪਰ ਤੁਹਾਨੂੰ ਲੱਗਦਾ ਕਿ ਇਸ ਪ੍ਰਵਾਸ ਦਾ ਕੁਝ ਪੋਜ਼ਿਟਿਵ ਵੀ ਹੈ? ਜਿਵੇਂ ਤੁਸੀਂ ਆਪਾਂ ਗੱਲਾਂ ਕਰ ਰਹੇ ਸੀ ਕਿ ਖਾਸ ਕਰਕੇ ਕੁੜੀਆਂ ਦੇ ਮਾਮਲੇ 'ਚ, ਹੈ ਨਾ, ਤੁਸੀਂ ਇਹਨਾਂ ਚੀਜ਼ਾਂ ਨੂੰ ਮਤਲਬ ਕਿੱਦਾਂ ਪੋਜ਼ਿਟਿਵ ਦੇਖਦੇ ਹੋ ਕਿ ਚੰਗਾ ਪੱਖ ਕਿਹੜਾ ਹੈ? ਮੇਰੇ ਮੁਤਾਬਕ ਇਸ ਚੀਜ਼ ਦੇ ਵੱਖ-ਵੱਖ ਪਹਿਲੂ ਨੇ, ਤੇ ਜੇ ਮੈਂ ਇਹ 'ਚੋਂ ਸਭ ਤੋਂ ਮੁੱਖ ਪਹਿਲੂ ਸਮਝਦਾ, ਮੇਰੇ ਹੁਣ ਤੱਕ ਦੇ ਕਰੀਅਰ 'ਚ ਮੈਂ ਕੁਛ ਉਹਨਾਂ ਫੈਮਲੀਜ਼ ਦੀ ਮਦਦ ਕੀਤੀ ਹੈ ਕਿ ਜਿਨ੍ਹਾਂ ਦੇ ਵਿੱਚੋਂ ਕੋਈ ਬੱਚਾ ਬਾਹਰ ਨਹੀਂ ਸੀ, ਤੇ ਜਾਂ ਜਿਨ੍ਹਾਂ ਦੀਆਂ ਲੜਕੀਆਂ ਵੱਡੀਆਂ ਸੀਗੀਆਂ ਜਾਂ ਲੜਕੀਆਂ ਨੂੰ ਜਾਣਾ ਚਾਹੀਦਾ ਸੀ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਨਾਰੀ ਸ਼ਕਤੀਕਰਨ ਵੱਲ ਦਾ ਬਹੁਤ ਵੱਡਾ ਇੱਕ ਸਟੈਪ ਹੈ। ਜੇ ਮੈਂ ਆਪਣੀ ਮਦਰ ਦੀ ਗੱਲ ਕਰਦਾ ਜਾਂ ਮੈਂ ਉਹਨਾਂ ਤੋਂ 2 ਜਨਰੇਸ਼ਨਸ ਬਾਅਦ ਦੀ ਗੱਲ ਕਰਦਾ, ਤਾਂ ਉਸ ਟਾਈਮ 'ਤੇ ਇਹ ਮੌਕਾ ਨਾ ਹੋਣ ਕਰਕੇ ਕਦੇ ਪੁੱਛਿਆ ਹੀ ਨਹੀਂ ਸੀ ਜਾਂਦਾ ਵੀ ਤੁਸੀਂ ਕਰਨਾ ਕੁਛ ਕਿ ਨਹੀਂ ਕਰਨਾ, ਜਾਂ ਕੀ ਕਰਨਾ ਚਾਹੁੰਦੇ ਹੋ ਜਾਂ ਨਹੀਂ। ਹੋ ਸਕਦਾ ਮੇਰੀ ਮਾਂ ਰੋਟੀ ਬਣਾਉਣ ਤੋਂ ਵੱਧ ਵਧੀਆ ਕੋਈ ਹੋਰ ਕੰਮ ਕਰ ਸਕੇ, ਮੈਨੂੰ ਲੱਗਦਾ ਕਰ ਸਕਦੇ ਨੇ। ਜਾਂ ਹੋ ਸਕਦਾ ਕਿ ਕੋਈ XYZ ਮੇਰੀ ਕੋਈ ਸਿਸਟਰ ਹੋਵੇ ਤਾਂ ਉਹ ਇੱਥੇ ਰਹਿਣ ਨਾਲੋਂ ਵੱਧ ਜਾਂ ਉਹ ਹੋਰ ਕਿਸੇ ਕੰਮ ਨੂੰ ਬਿਹਤਰ ਕਰ ਸਕੇ। ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਬੱਚੇ 'ਤੇ ਛੱਡਣਾ ਚਾਹੀਦਾ। ਬਟ ਮੈਨੂੰ ਲੱਗਦਾ ਕਿ ਇਹ ਆਇਲਸ ਕਰਕੇ ਜਾਂ ਬਾਹਰਲੇ ਦੇਸ਼ਾਂ 'ਚ ਜਾਣ ਕਰਕੇ ਹੁਣ ਲੜਕੀਆਂ ਨੂੰ ਇਹ ਮੌਕਾ ਮਿਲਦਾ ਹੈ ਕਿ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ। ਇਹ ਤੁਹਾਨੂੰ ਜ਼ਿਆਦਾ ਟਾਈਮ ਪ੍ਰੋਵਾਈਡ ਕਰਦਾ, ਅਤੇ ਇਹਦੇ ਨਾਲ ਮੈਨੂੰ ਲੱਗਦਾ ਕਿ ਇਹ ਇੰਪਾਵਰਮੈਂਟ ਤਾਂ ਹੈ ਕਿਉਂਕਿ ਜਿਹੜਾ ਬੱਚਾ ਅੱਜ ਦੇ ਟਾਈਮ 'ਚ ਇਹਨਾਂ ਕੰਟਰੀਜ਼ 'ਚ ਜਾਂਦਾ ਹੈ ਉਹ 5-6 ਮਹੀਨੇ ਜਾਂ ਸਾਲ ਬਾਅਦ ਸੈਂਸਿਬਲ ਹੋ ਜਾਂਦਾ, ਸਮਝਦਾਰ ਹੋ ਜਾਂਦਾ, ਅਤੇ ਅੱਗੋਂ ਉਹੀ ਲੜਕੀਆਂ ਜੋ ਸਾਰੀ ਜ਼ਿੰਦਗੀ ਸਿਰਫ ਰੋਟੀ ਬਣਾਉਣ ਤੱਕ ਸੀਮਤ ਸੀ, ਹੁਣ ਉਹ ਅੱਗੇ ਆਪਣੇ ਪਰਿਵਾਰ ਨੂੰ ਚਲਾ ਰਹੀਆਂ ਨੇ। ਮੈਨੂੰ ਲੱਗਦਾ ਕਿ ਕਹਾਣੀ ਦਾ ਨੈਗੇਟਿਵ ਪੱਖ ਦੇ ਨਾਲ ਪੋਜ਼ੀਟਿਵ ਪੱਖ ਨੂੰ ਜ਼ਿਆਦਾ ਪਹਿਲੂ ਦੇਣਾ ਚਾਹੀਦਾ ਸਾਨੂੰ, ਕਿਉਂਕਿ ਉਹ ਬੱਚੇ ਜਿਹੜੇ ਸਿਰਫ BA ਹੀ ਨੇ ਜਾਂ ਉਹ ਬੱਚੇ ਜਿਹੜੇ ਸਿਰਫ +2 ਹੀ ਨੇ, ਤੁਸੀਂ ਉਹਨਾਂ ਤੋਂ ਇੰਡੀਆ ਤੋਂ ਕੁਝ ਖਾਸ ਉਮੀਦਾਂ ਨਹੀਂ ਰੱਖ ਸਕਦੇ, ਖਾਸ ਤੌਰ 'ਤੇ ਸਾਡੀ ਕੰਟਰੀ ਦੇ ਵਿੱਚ। ਪਰ ਜੇ ਉਸੇ ਹੀ ਟਾਈਮ 'ਤੇ ਇੱਕ ਬੱਚਾ ਜੇ ਕੈਨੇਡਾ ਜਾਂ ਇੱਕ ਆਸਟ੍ਰੇਲੀਆ ਜਾਂ UK ਚਲਾ ਜਾਂਦਾ ਅਤੇ ਜੋ ਕੰਮ ਕਰਕੇ ਆਪਣੀ ਲਾਈਫ ਨੂੰ ਬੈਲੈਂਸ ਕਰ ਸਕਦਾ, ਅਤੇ ਪਿੱਛੇ ਕਿਉਂ ਮੈਨੂੰ ਲੱਗਦਾ ਕਿ ਸਿਰਫ ਮੁੰਡੇ ਦੀ ਹੀ ਥੋੜ੍ਹੀ ਜ਼ਿੰਮੇਵਾਰੀ ਹੋ ਸਕਦੀ ਹੈ ਕਿ ਉਹ ਆਪਣੇ ਮਾਂ ਪਿਓ ਨੂੰ ਉਹ ਨਾਮ ਦੇਵੇ ਜਾਂ ਉਹਦਾ ਮਾਂ ਪਿਓ ਸਿਰਫ ਉਹਨਾਂ ਨੂੰ ਹੀ ਸਮਝੇ ਕਿ ਇਹੀ ਮੋਢੀ ਹੈ ਸਾਡੇ ਘਰ ਦਾ। ਕੁੜੀਆਂ ਵੀ ਹੋ ਸਕਦੀਆਂ ਨੇ। ਪਰ ਜੇ ਅਸੀਂ ਗੱਲ ਕਰਦੇ ਹਾਂ ਆਇਲਸ ਤੋਂ ਪਹਿਲਾਂ ਤਾਂ ਕਿੰਨੇ ਐਸੇ ਪਲੇਟਫਾਰਮ ਸੀਗੇ ਕਿ ਲੜਕੀਆਂ ਇੰਨਾ ਉੱਪਰ ਆ ਸਕੀਆਂ। ਹੁਣ ਜੇ ਅਸੀਂ ਸਿਵਲ ਸਰਵਿਸਿਜ਼ ਦੀ ਗੱਲ ਕਰ ਲਈਏ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਹਰ ਸਾਲ ਕੋਈ 20-25 ਤੋਂ ਵੱਧ ਸਿਵਲ ਸਰਵੈਂਟ ਬਣਦੇ ਹੋਣਗੇ। ਪਰ ਜੇ ਅਸੀਂ ਆਇਲਸ ਦੀ ਗੱਲ ਕਰੀਏ ਤਾਂ ਜੇ ਘੱਟ ਤੋਂ ਘੱਟ ਵੀ ਮੈਂ ਕਹਿ ਸਕਦਾ ਤੁਹਾਨੂੰ ਵੀ 3 ਤੋਂ 4 ਲੱਖ ਬੱਚਾ ਆਲ ਓਵਰ ਸਾਰੀਆਂ ਕੰਟਰੀਜ਼ 'ਚ ਜਾ ਹੀ ਰਿਹਾ ਹੈ, ਅਤੇ ਜੇ ਉਹ 4 ਲੱਖ ਬੱਚੇ ਜੋ 50% ਕੁੜੀਆਂ ਨੇ, ਤਾਂ ਤੁਸੀਂ ਇੱਕ ਗੱਲ ਦੇਖੋ ਕਿ 2 ਲੱਖ ਬੱਚੇ ਨੂੰ ਮੌਕਾ ਮਿਲਿਆ। ਉਹ 2 ਲੱਖ ਬੱਚੇ ਨੂੰ ਮੌਕਾ ਮਿਲਿਆ ਕਿ ਉਹ ਆਪਣੇ ਪਰਿਵਾਰ ਦੀ ਲੀਹ ਸਿੱਧੀ ਕਰਦੇ। ਉਹ ਬੱਚਾ ਆਪਣੇ ਛੋਟੇ ਭੈਣ ਭਰਾਵਾਂ ਨੂੰ ਸੈੱਟ ਕਰ ਸਕਦਾ, ਉਹ ਬੱਚਾ ਆਪਣੀ ਜ਼ਿੰਦਗੀ ਨੂੰ ਡਿਸਕਵਰ ਕਰ ਸਕਦਾ। ਮੇਰੇ ਮੰਮੀ ਹੁਣੀ 4 ਸਿਸਟਰਸ ਨੇ, ਮੇਰੇ ਮੋਮ ਹਾਊਸਵਾਈਫ ਨੇ, ਮੇਰੀਆਂ ਮਾਸੀਆਂ ਸਾਰੀਆਂ ਹਾਊਸਵਾਈਫਸ ਨੇ, ਬਟ ਮੇਰੇ ਸਭ ਤੋਂ ਛੋਟੇ ਮਾਸੀ ਜੀ ਇੰਗਲੈਂਡ ਨੇ, ਉਹ ਸਿਟੀਜ਼ਨ ਨੇ ਉੱਥੇ। ਹੁਣ ਜਦੋਂ ਵੀ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਨੇ ਮੈਂ ਕੰਮ 'ਤੇ ਹਾਂ, ਰਾਈਟ। ਜਾਂ ਜਦੋਂ ਇੰਡੀਆ ਆਉਂਦੇ ਨੇ ਉਹਨਾਂ ਦਾ ਤਰੀਕਾ ਜਾਂ ਉਹਨਾਂ ਦੀ ਸੋਚ ਪੜ੍ਹਾਈ ਦੇ ਪ੍ਰਤੀ, ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਨੂੰ ਲੱਗਦਾ ਕਿ ਮੇਰੇ ਮਾਸੀ ਹੋਣਾ ਨਾਲੋਂ ਜ਼ਿਆਦਾ ਟੈਲੈਂਟ ਸੀ ਮੇਰੇ ਮੋਮ 'ਚ, ਚਾਹੇ ਉਹ ਵਾਰਤਾਲਾਪ ਦਾ, ਚਾਹੇ ਉਹ ਆਪਣੀ ਪੋਟੈਂਸ਼ੀਅਲ ਦਾ, ਮੈਨੂੰ ਲੱਗਦਾ। ਬਟ ਮਾਸੀ ਨੂੰ ਇਹ ਮੌਕਾ ਸਿਰਫ ਤਾਂ ਮਿਲ ਪਾਇਆ ਕਿ ਉਹ ਬਾਹਰ ਚਲੇ ਗਏ, ਕਿਉਂਕਿ ਮੇਰੇ ਮਾਸੜ ਜੀ ਬਾਹਰ ਨੇ ਗਏ, ਉਹ ਇਸ ਗੱਲ ਕਰਕੇ ਸੀ। ਉਹ ਅਲਟੀਮੇਟਲੀ ਫਿਰ ਉਹ ਕਲਚਰ ਇੱਦਾਂ ਦਾ ਚੱਲਣਾ ਸ਼ੁਰੂ ਹੋ ਗਿਆ ਕਿ ਉਹ ਕੰਮ ਕਰ ਸਕਦੇ ਨੇ। ਬਟ ਜੇ ਇਹੀ ਮੌਕਾ ਮੈਨੂੰ ਲੱਗਦਾ ਕਿ ਮੇਰੇ ਮਦਰ ਨੂੰ ਮਿਲਦਾ ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ ਹੋਰ ਵੀ ਬੈਟਰ ਉਹ ਆਪਣੀ ਲਾਈਫ 'ਚ ਹੋਰ ਬੈਟਰ ਕਰ ਸਕਦੇ ਸੀ। ਬਟ ਚਲੋ ਇਹ ਡੈਸਟੀਨੀ ਹੈ, ਅਸੀਂ ਇਹਨੂੰ ਬਦਲ ਨਹੀਂ ਸਕਦੇ। ਪਰ ਮੈਨੂੰ ਲੱਗਦਾ ਕਿ ਅਸੀਂ ਆਉਣ ਵਾਲੀ ਜਨਰੇਸ਼ਨਸ ਨੂੰ ਜਾਂ ਜੋ ਚੱਲ ਰਹੀਆਂ ਜਨਰੇਸ਼ਨਸ ਨੇ ਉਹ 'ਚ ਖਾਸ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਵੂਮੈਨ ਇੰਪਾਵਰਮੈਂਟ ਦਾ ਬਹੁਤ ਵੱਡਾ ਪਾਰਟ ਪਲੇ ਕਰਦਾ। ਜੇ ਤੁਸੀਂ ਇੱਕ ਲੜਕੀ ਨੂੰ DSP ਬਣੇ ਦੇਖ ਕੇ ਜਾਂ ਸਰਕਾਰੀ ਜੋਬ 'ਤੇ ਦੇਖ ਕੇ ਖੁਸ਼ ਹੁੰਦੇ ਹੋ ਤਾਂ ਫਿਰ ਤੁਹਾਨੂੰ ਇਹ ਸੋਚ ਕੇ ਵੀ ਖੁਸ਼ ਹੋਣਾ ਚਾਹੀਦਾ ਵੀ ਇਹ ਲੜਕੀ ਬਾਹਰ ਆਪਣੇ ਪੈਰਾਂ 'ਤੇ ਸਟੇਬਲ ਹੈ, ਸਟੈਂਡ ਹੈ। ਅਤੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਮੌਕਾ ਇਸ ਚੀਜ਼ ਦਾ ਦੇਣਾ ਚਾਹੀਦਾ। ਕਹਾਣੀ ਦਾ ਨੈਗੇਟਿਵ ਪੱਖ ਹੈ, ਹਰੇਕ ਕਹਾਣੀ ਦਾ ਨੈਗੇਟਿਵ ਪੱਖ ਹੁੰਦਾ। ਹੁਣ ਅਸੀਂ ਸਟਾਰਟਿੰਗ 'ਚ ਇਹ ਗੱਲ ਸੋਚ ਹੀ ਰਹੇ ਸੀ ਕਿ ਰਿਜ਼ਰਵੇਸ਼ਨਸ ਹੈਗੀਆਂ ਨੇ ਜਾਂ ਸਾਡਾ ਪੋਲੀਟੀਕਲ ਸਿਸਟਮ ਮਾੜਾ ਹੈ, ਬਟ ਫਿਰ ਵੀ ਸਾਡੀ ਹਰ ਵਾਰ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਮਾੜੇ ਨੂੰ ਕਵਰ ਕਿਵੇਂ ਕਰ ਸਕਦੇ ਹਾਂ।
ਚੀਜ਼ਾਂ ਨੂੰ ਕਵਰ ਤੇ ਚੀਜ਼ਾਂ ਨੂੰ ਸਹੀ ਕੀਤਾ ਜਾ ਸਕਦਾ ਹੈ। ਤੁਹਾਡੀ ਸੋਚ ਸਹੀ ਹੋਣੀ ਚਾਹੀਦੀ ਉਸ ਚੀਜ਼ ਨੂੰ ਲੈ ਕੇ, ਜਾਗਰੂਕਤਾ ਜ਼ਿਆਦਾ ਹੋਵੇ। ਜੇ ਤੁਸੀਂ ਆਪਣੇ ਬੱਚੇ ਲਈ, ਲੜਕੀ ਲਈ ਇਹ ਚੀਜ਼ਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਹੀ ਲੋਕਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ, ਕਿਸ ਤਰੀਕੇ ਦਾ ਦੇਸ਼ ਚੰਗਾ ਹੋਣਾ ਚਾਹੀਦਾ, ਕੀ ਸਹੀ ਉਮਰ ਹੈ ਬੱਚੇ ਨੂੰ ਭੇਜਣ ਦੀ। ਮੈਨੂੰ ਲੱਗਦਾ ਇਹਨਾਂ ਸਾਰੀਆਂ ਚੀਜ਼ਾਂ 'ਤੇ ਨਿਗਾਹ ਮਾਰਨ ਦੇ ਨਾਲ ਇਹ ਚੀਜ਼ ਨੂੰ ਬੈਲੈਂਸ ਕੀਤਾ ਜਾ ਸਕਦਾ। ਪਰ ਇੱਕ ਜਿਹੜੀ ਚੀਜ਼ ਹਮੇਸ਼ਾ ਡਿਸਕਸ ਹੁੰਦੀ ਹੈ ਨਾ, ਵੱਡੇ ਵੱਡੇ ਪਲੇਟਫਾਰਮ 'ਤੇ ਇਸ ਚੀਜ਼ ਬਾਰੇ ਗੱਲ ਹੁੰਦੀ ਹੈ, ਤੁਸੀਂ ਹਰ ਤੀਜੇ ਦਿਨ ਆਰਟੀਕਲ ਪੜ੍ਹੋਗੇ, ਕਿਤੇ ਨਾ ਕਿਤੇ ਇਹ ਵੀ ਚੀਜ਼ ਹੁੰਦੀ ਹੈ ਕਿ ਮੈਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਦੀ ਖਾਸ ਕਰਕੇ ਇਮੇਜ ਵੀ ਕਈ ਵਾਰੀ ਖਰਾਬ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ ਨਾ। ਜਿਵੇਂ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਕਈ ਵਾਰੀ ਆਰਥਿਕ ਤੌਰ 'ਤੇ ਪਰਿਵਾਰ ਇੰਨੇ ਮਤਲਬ ਚੰਗੇ ਨਹੀਂ ਹੁੰਦੇ ਕਿ ਉਹ ਕੁੜੀਆਂ ਨੂੰ ਪੜ੍ਹਾ ਤਾਂ ਜ਼ਰੂਰ ਲੈਂਦੇ ਨੇ, ਕਿਉਂਕਿ ਮੁੰਡਿਆਂ ਦੇ ਮੁਕਾਬਲੇ ਹਮੇਸ਼ਾ ਅਸੀਂ ਕਹਿੰਦੇ ਕੁੜੀਆਂ ਹੁਸ਼ਿਆਰ ਹੁੰਦੀਆਂ ਜੀ 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 ਜੀ। ਫਿਰ ਉਹਨਾਂ ਕੋਲ ਲਾਉਣ ਲਈ ਪੈਸੇ ਨਹੀਂ ਹੁੰਦੇ ਹੈ ਨਾ, ਅਤੇ ਫਿਰ ਉਹੀ ਬੱਚਾ ਜਿਹੜਾ ਜਿਹਨੂੰ ਅਸੀਂ +2 ਪਾਸ ਆਊਟ ਕਹਿੰਦੇ ਹਾਂ, ਕਿ ਜਿਹੜਾ ਘਰੇ ਸ਼ਾਇਦ ਹਾਲੇ ਪੂਰੀ ਤਰ੍ਹਾਂ ਚੌਂਕਾ ਸੰਭਾਲਣਾ ਵੀ ਨਹੀਂ ਜਾਣਦਾ ਹੁੰਦਾ, ਇੱਕ ਘਰ ਨੂੰ ਉਹ ਸੰਭਾਲ ਨਹੀਂ ਸਕਦਾ, ਪਰ ਫਿਰ ਅਸੀਂ ਇੱਕ ਸੌਦਾ ਕਰਦੇ ਹਾਂ ਹੈ ਨਾ, ਅਸੀਂ ਉਹਦਾ ਵਿਆਹ ਕਰ ਦਿੰਦੇ ਹਾਂ ਅਤੇ ਨਾਲ ਦੀ ਨਾਲ ਇੱਕ ਮੁੰਡਾ ਉਹ ਲੱਭ ਲੈਂਦੇ ਹਾਂ ਜਿਹੜਾ ਮਤਲਬ ਪੈਸਾ ਖਰਚ ਸਕਦਾ ਉਹਦੇ 'ਤੇ ਹੈ ਨਾ। ਫਿਰ ਜਾ ਕੇ ਤੁਸੀਂ ਨਿਊਜ਼ ਸੁਣੋਗੇ ਕਿ ਕੁੜੀ ਸੈੱਟ ਹੋ ਗਈ, ਉਹਨੇ ਮੁੰਡੇ ਨੂੰ ਬੁਲਾਇਆ ਨਹੀਂ। ਬਿਲਕੁਲ ਉਹੀ ਚੀਜ਼ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਕਿ ਮੁੰਡਾ ਬਾਹਰ ਸੀ, ਉਹਨੇ 2 ਵਿਆਹ ਕਰਾ ਲਏ, 3 ਵਿਆਹ ਕਰਾ ਲਏ, ਉਹਨੇ ਕੁੜੀ ਨਹੀਂ ਬੁਲਾਈ ਹੈ ਨਾ। ਉਹ ਚੀਜ਼ ਰਿਪੀਟ ਹੁਣ ਲੋਕ ਕਹਿ ਰਹੇ ਨੇ ਕਿ ਕੁੜੀਆਂ ਕਰ ਰਹੀਆਂ ਨੇ ਹੈ ਨਾ। ਤਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਇੰਸਟੀਟਿਊਟਸ ਦੇ ਵਿੱਚ ਜਦੋਂ ਬੱਚੇ ਆਉਂਦੇ ਨੇ ਤਾਂ ਉਹਨਾਂ ਦੇ ਪੇਰੈਂਟਸ, ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਉਹ ਇੰਸਟੀਟਿਊਟ 'ਚ ਹੀ ਕਹਿ ਦਿੰਦੇ ਆ ਜੇ ਕੁੜੀ ਦਾ ਸਕੋਰ ਚੰਗਾ ਆ ਗਿਆ ਤਾਂ ਤੁਸੀਂ ਹੀ ਸਾਨੂੰ ਕੋਈ ਦੱਸ ਦਿਓ ਪਰਿਵਾਰ, ਕਿਉਂਕਿ ਉੱਥੇ ਬਹੁਤ ਸਾਰੇ ਇਹੋ ਜਿਹੇ ਮੁੰਡੇ ਹੁੰਦੇ ਨੇ ਜਿਨ੍ਹਾਂ ਦਾ ਸਕੋਰ ਚੰਗਾ ਨਹੀਂ ਆ ਰਿਹਾ ਹੁੰਦਾ ਨਾ। ਇਹ ਚੀਜ਼ਾਂ ਹੁੰਦੀਆਂ ਨੇ। ਤੁਹਾਡੀ ਰਿਸਰਚ ਕਾਫੀ ਚੰਗੀ ਹੈ। ਵੇਖੋ ਇਹ ਐਗਜ਼ਿਸਟ ਕਰਦੀਆਂ ਨੇ ਚੀਜ਼ਾਂ, ਅਤੇ ਇਹਦੇ 'ਚ ਜੇ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਅੱਜ ਤੋਂ 5 ਸਾਲ ਪਹਿਲਾਂ ਇਹ ਬਹੁਤ ਘੱਟ ਕਰਦੀਆਂ ਸੀ, ਬਟ ਅੱਜ ਇਹ 70% ਐਗਜ਼ਿਸਟ ਕਰਦੀਆਂ ਨੇ। ਮੇਰਾ ਉਹਨਾਂ ਪੇਰੈਂਟਸ ਨੂੰ ਇੱਕ ਇਹੀ ਸੁਝਾਅ ਹੈ ਕਿ ਕਾਮਯਾਬੀ ਸਿਰਫ ਬਾਹਰ ਜਾ ਕੇ ਨਹੀਂ ਹੋ ਸਕਦੀ। ਕਈ ਵਾਰੀ ਤੁਸੀਂ ਜਿਸ ਖੱਡੇ 'ਚ ਡਿੱਗੇ ਹੁੰਦੇ ਉਹਨੂੰ ਖੋਦ ਕੇ ਹੋਰ ਨਾ ਡੂੰਘਾ ਕਰ ਲਓ। ਮੈਨੂੰ ਲੱਗਦਾ ਹੈ ਕਿ ਸੌਦੇਬਾਜ਼ੀ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਸਾਨੂੰ ਬਹੁਤ ਬਚਣਾ ਚਾਹੀਦਾ। ਕਾਮਯਾਬ ਉਹ ਵੀ ਲੋਕ ਬਹੁਤ ਹੋਏ ਨੇ ਜਿਹੜੇ ਬਾਹਰਲੇ ਦੇਸ਼ਾਂ 'ਚ ਨਹੀਂ ਵੀ ਗਏ, ਜਿਹੜੇ ਆਪਣੇ ਦੇਸ਼ ਵਿੱਚ ਵੀ ਰਹਿੰਦੇ ਨੇ। ਜੇ ਤੁਸੀਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਅਫੋਰਡ ਕਰ ਸਕਦੇ ਹੋ, ਮੈਨੂੰ ਲੱਗਦਾ ਹੋਣੀ ਚਾਹੀਦੀ ਹੈ, ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਉਹਨੂੰ ਵਧਾਵਾ ਦੇਣਾ ਚਾਹੀਦਾ। ਬਟ ਕਿਸੇ ਵੀ ਸਮੱਸਿਆ ਦਾ ਹੱਲ ਮੈਂ ਮੰਨਦਾ ਸ਼ਾਰਟਕਟ 'ਚ ਨਹੀਂ ਹੈਗਾ। ਤੁਸੀਂ ਆਪਣੇ ਬੱਚੇ ਦਾ ਕਰੈਕਟਰ ਖ਼ਰਾਬ ਕਰ ਲੈਂਦੇ ਹੋ, ਤੁਸੀਂ ਆਪਣੇ ਬੱਚੇ ਦੀ ਪ੍ਰੋਫਾਈਲ, ਉਹਦੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹੋ, ਕਿਉਂਕਿ ਉੱਥੇ ਜਾਣ ਤੋਂ ਬਾਅਦ ਸਮੱਸਿਆ ਦਾ ਹੱਲ ਨਹੀਂ ਹੁੰਦਾ, ਸਮੱਸਿਆਵਾਂ ਸ਼ੁਰੂ ਹੁੰਦੀਆਂ ਨੇ। ਅਤੇ ਇੱਕ ਅਣਜਾਣ ਦੇਸ਼ ਦੇ ਵਿੱਚ ਇੱਕ ਬੱਚਾ ਤੁਹਾਡਾ ਜਿਹਦੇ ਕੋਲ ਮਾਂ ਪਿਓ ਵੀ ਕੋਲ ਨਹੀਂ ਹੈਗਾ, ਅਤੇ ਉਹਦੇ 'ਤੇ ਸਡਨਲੀ ਪ੍ਰੈਸ਼ਰ ਇੱਕੋ ਦਮ ਇੰਨਾ ਜ਼ਿਆਦਾ ਵੱਧ ਜਾਣਾ ਵੀ ਸਾਡੇ ਇੰਨੇ ਪੈਸੇ ਲਵਾਤੇ, ਜਾਂ ਸਾਡਾ ਹੁਣ ਮੁੰਡਾ ਕਦੋਂ ਜਾਊਗਾ, ਜਾਂ ਹੋ ਸਕਦਾ ਕਿਸੇ XYZ ਬੰਦੇ ਦੇ ਕੁਛ ਝੂਠੇ ਵਿਖਾਉਣ ਦੇ ਨਾਲ ਵੀ ਤੁਸੀਂ ਉਹ ਚੀਜ਼ ਵੱਲ ਕੇਂਦਰਿਤ ਹੋ ਗਏ ਹੋਵੋ। ਪਰ ਇੱਕ ਬੱਚਾ ਜੋ ਉੱਥੇ ਮਾਂ ਪਿਓ ਤੋਂ ਬਿਨਾਂ, ਭੈਣ ਭਰਾਵਾਂ ਤੋਂ ਬਿਨਾਂ ਕੰਮ ਵੀ ਕਰਦਾ, ਝਿੜਕਾਂ ਵੀ ਸੁਣਦਾ, ਪੜ੍ਹਦਾ ਵੀ ਹੈ, ਅਤੇ ਉਸ ਸਮੇਂ 'ਤੇ ਜਦੋਂ ਉਸ ਬੱਚੇ ਨੂੰ ਉਸ ਚੀਜ਼ ਦਾ ਜਵਾਬ ਦੇਣਾ ਹੋਵੇ ਜਿਹਦਾ ਜਵਾਬ ਉਹਦੇ ਕੋਲ ਹੈ ਹੀ ਨਹੀਂ, ਮੈਨੂੰ ਲੱਗਦਾ ਇਹ ਮੈਂਟਲ ਪ੍ਰੈਸ਼ਰ ਬਹੁਤ ਕ੍ਰੀਏਟ ਕਰ ਦਿੰਦਾ, ਇਹ ਡਿਪਰੈਸ਼ਨ ਵੱਲ ਨੂੰ ਲੈ ਜਾਂਦਾ। ਮੈਨੂੰ ਲੱਗਦਾ ਇਹ ਨਹੀਂ ਹੋਣਾ ਚਾਹੀਦਾ, ਬਟ ਇਸ ਗੱਲ ਦਾ ਬਿਲਕੁਲ ਵੀ ਪਰਦਾ ਨਹੀਂ ਕੀਤਾ ਜਾ ਸਕਦਾ ਵੀ ਇਹ ਟਰੈਂਡ ਨੂੰ ਵਧਾਵਾ ਨਹੀਂ ਮਿਲਿਆ। ਇਹ ਟਰੈਂਡ ਨੂੰ ਬਹੁਤ ਵਧਾਵਾ ਹੈ, ਅਤੇ ਇਹ ਦੋਵੇਂ ਪਾਸਿਓਂ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਇਹ ਲੜਕੀ ਵਾਲੇ ਪਾਸਿਓਂ ਹੈ। ਮੇਰੀ ਅਪੀਲ ਉਹਨਾਂ ਲੜਕਿਆਂ ਦੇ ਘਰਦਿਆਂ ਨੂੰ ਵੀ ਹੈ ਕਿ ਤੁਸੀਂ ਵੀ ਇਹ ਕੋਸ਼ਿਸ਼ ਕਰ ਸਕਦੇ ਹੋ ਕਿ ਤੁਹਾਡਾ ਬੱਚਾ ਹੋਰ ਮਿਹਨਤ ਕਰੇ। ਸ਼ਾਰਟਕਟਸ 'ਚ ਨਹੀਂ ਜਾਣਾ ਚਾਹੀਦਾ ਸਾਨੂੰ, ਤੁਹਾਡਾ ਬੱਚਾ ਹੋਰ ਮਿਹਨਤ ਕਰੇ। ਅਤੇ ਇਹਦਾ ਦੂਜਾ ਜਿਹੜਾ ਮੈਨੂੰ ਇਹਦੇ ਪ੍ਰਤੀ ਜੋ ਮੇਰੀ ਦੂਜੀ ਧਾਰਨਾ ਇਹ ਹੈ ਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਬੱਚੇ ਦਾ ਵਿਆਹ ਕਰਨਾ ਹੈ ਤਾਂ ਬੱਚੇ ਦੇ ਵਿਆਹ ਦਾ ਆਧਾਰ ਆਇਲਸ ਨਹੀਂ ਹੋਣਾ ਚਾਹੀਦਾ। ਬੱਚੇ ਦਾ ਵਿਆਹ ਉਸੇ ਤਰੀਕੇ ਨਾਲ ਹੋਣਾ ਚਾਹੀਦਾ ਹੈ, ਉਸੇ ਸੋਚ ਨਾਲ ਹੋਣਾ ਚਾਹੀਦਾ ਹੈ ਜਿਵੇਂ ਉਹਦਾ ਵਿਆਹ ਉਸ ਤੋਂ 6 ਮਹੀਨੇ ਜਾਂ ਸਾਲ ਜਾਂ 2 ਸਾਲ ਬਾਅਦ 'ਚ ਹੋਣਾ। ਉਹਦੇ 'ਚ ਦੋਨਾਂ ਬੱਚਿਆਂ ਨੂੰ ਜਾਣ ਪਹਿਚਾਣ ਦਾ ਸਮਾਂ ਦੇਣਾ ਚਾਹੀਦਾ ਹੈ, ਦੋਨਾਂ ਬੱਚਿਆਂ ਦੇ ਕਿਰਦਾਰ ਇੱਕ ਦੂਜੇ ਨੂੰ ਸਮਝਾਉਣੇ ਚਾਹੀਦੇ ਨੇ। ਮੈਨੂੰ ਲੱਗਦਾ ਕਿ ਉਹ ਬਿਹਤਰ ਰਸਤਾ ਹੈ। ਬਟ ਇਹਦੇ 'ਚ ਸਭ ਤੋਂ ਵੱਡੀ ਸਮੱਸਿਆ ਇਹ ਅਸੀਂ ਵੇਖਦੇ ਹਾਂ ਕਿ 90% ਤਾਂ ਉਹਨਾਂ ਲੜਕਿਆਂ ਨੂੰ ਬੋਲਣ ਦੀ ਵੀ ਅਕਲ ਨਹੀਂ ਹੁੰਦੀ ਜਿਹੜੇ ਲੜਕੇ ਲੜਕੀਆਂ 'ਤੇ ਪੈਸਾ ਲਾ ਦਿੰਦੇ ਨੇ। ਅਤੇ ਜਦੋਂ ਤੁਸੀਂ ਬਾਹਰ ਬੈਠ ਰਹੇ ਜਾਂ ਇਕੱਲੇ ਰਹਿ ਰਹੀ ਇੱਕ ਲੜਕੀ ਨੂੰ ਇਸ ਚੀਜ਼ 'ਤੇ ਕਿੰਤੂ ਪਰੰਤੂ ਜਾਂ ਪਰਿਵਾਰਕ ਪ੍ਰੈਸ਼ਰ ਕ੍ਰੀਏਟ ਕਰਦੇ ਹੋ, ਮੈਨੂੰ ਲੱਗਦਾ ਕਿ ਉਹ ਇਨਸਾਨ ਲਈ ਸਲੋ ਡੈਥ ਦਾ ਕੰਮ ਕਰਦੀ ਹੈ। ਮੈਨੂੰ ਲੱਗਦਾ ਕਿ ਉਹ ਸਲੋ ਸੁਸਾਈਡ ਹੈ, ਅਤੇ ਇਸ ਚੀਜ਼ ਤੋਂ ਸਾਨੂੰ ਬਹੁਤ ਵੱਡੇ ਲੈਵਲ 'ਤੇ ਕਿਨਾਰਾ ਕਰਨਾ ਚਾਹੀਦਾ।
ਸਾਡੀ ਪਹਿਲੀ ਕੋਸ਼ਿਸ਼ ਹੋਏ ਕਿ ਸਾਡਾ ਬੱਚਾ ਸਾਡੇ ਆਪਣੇ ਸਿਰ ਤੋਂ ਹੀ ਬਾਹਰ ਜਾਵੇ। ਰਸਤੇ ਬਹੁਤ ਨੇ, ਜੇ ਸਾਡੇ ਕੋਲ ਨੌਲੇਜ ਹੈ, ਸਾਡੇ ਕੋਲ ਐਜੂਕੇਸ਼ਨ ਲੋਨ ਵਰਗੀਆਂ ਚੀਜ਼ਾਂ ਹੁੰਦੀਆਂ ਨੇ, ਸਾਡੇ ਕੋਲ ਸਸਤੇ ਕਾਲਜਸ ਦੇ ਆਪਸ਼ਨ ਹੁੰਦੇ ਨੇ, ਜਾਂ ਸਾਡੇ ਕੋਲ ਇਸ ਦੇ ਪੈਰਲਲ ਤੁਸੀਂ ਇੰਡੀਆ ਦੇ ਵਿੱਚ 2 ਸਾਲ ਦੀ 3 ਸਾਲ ਦੀ ਬ੍ਰੇਕ ਪਾਉਣ ਤੋਂ ਬਾਅਦ 'ਚ ਜਦੋਂ ਤੁਸੀਂ ਆਰਥਿਕ ਤੌਰ 'ਤੇ ਬੈਲੈਂਸ ਹੋ ਜਾਓ ਤਾਂ ਜਾਇਆ ਜਾ ਸਕਦਾ ਹੈ। ਪਰ ਇਹ ਮੇਰੀ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਹੈ ਵੀ ਇਸ ਚੀਜ਼ ਤੋਂ ਬਹੁਤ ਬਚਣਾ ਚਾਹੀਦਾ, ਕਿਉਂਕਿ ਅੱਗੇ ਜਾ ਕੇ ਇਹ ਸਿਰਫ ਲੜਕੀ ਦੀ ਜ਼ਿੰਦਗੀ ਨੂੰ ਹਾਰਮ ਨਹੀਂ ਕਰਦਾ, ਇਹ ਕਈ ਕੇਸਿਸ ਦੇ ਵਿੱਚ ਤਾਂ ਬੱਚਿਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ। ਬਿਲਕੁਲ ਸੁਣਦੇ ਤੇ ਮਾਂ ਪਿਓ ਦੀ ਜ਼ਿੰਦਗੀ ਵੀ ਨਰਕ ਹੋ ਜਾਂਦੀ ਹੈ, ਚਾਹੇ ਉਹ ਕੁੜੀ ਵਾਲੇ ਪਾਸੇ ਉਹਨੇ ਵੇਖੋ, ਹਰੇਕ ਦੀ ਸੋਚ ਇਹ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਚੰਗਾ ਰਹੇ, ਬਟ ਮਾਂ ਪਿਓ ਦੀ ਜ਼ਿੰਦਗੀ ਚਾਹੇ ਉਹ ਲੜਕੀ ਵਾਲੇ ਪਾਸੇ ਨੇ ਚਾਹੇ ਲੜਕੇ ਵਾਲੇ ਪਾਸੇ ਨੇ, ਦੋਵੇਂ ਪਾਸੇ ਨਰਕ ਹੋ ਜਾਂਦੀ ਹੈ। ਕਿਉਂਕਿ ਪਿੰਡ ਤੋਂ ਵਿੱਚੋਂ ਜਾਂ ਸ਼ਹਿਰ ਦੇ ਵਿੱਚੋਂ ਲੰਘਦੇ ਵੜਦੇ ਲੋਕ ਪੁੱਛਣਗੇ ਕੀ ਬਣਿਆ ਕੀ ਨਹੀਂ ਬਣਿਆ, ਤੇ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਬਹੁਤ ਨੈਗੇਟਿਵਲੀ ਲੈ ਪਾਉਂਦੇ ਨੇ, ਪੋਜ਼ੀਟਿਵਲੀ ਨਹੀਂ ਲੈ ਪਾਉਂਦੇ। ਤੇ ਮੈਨੂੰ ਲੱਗਦਾ ਕਿ ਸਾਨੂੰ ਇਸ ਟ੍ਰੈਂਡ ਦੇ ਸ਼ਿਕਾਰ ਹੋਣ ਤੋਂ ਬਚਣਾ ਚਾਹੀਦਾ। ਜੇ ਅੱਜ ਅਸੀਂ ਆਰਥਿਕ ਤੌਰ 'ਤੇ ਸਥਾਪਿਤ ਨਹੀਂ ਹੈਗੇ, ਸਾਡੇ ਕੋਲ 5-4 ਲੱਖ ਜਾਂ 7 ਘੱਟਦਾ, ਸਾਨੂੰ ਸਾਡੇ ਬੱਚੇ ਦੀ ਇੰਡੀਆ ਦੇ ਵਿੱਚ ਅਗਲੀ ਡਿਗਰੀ 'ਚ ਐਡਮਿਸ਼ਨ ਕਰਾ ਦੇਣੀ ਚਾਹੀਦੀ ਹੈ। ਉਹਦੇ ਨਾਲ ਇੱਕ ਪਰਿਵਾਰ ਨੂੰ 2 ਜਾਂ 3 ਸਾਲ ਦਾ ਸਮਾਂ ਹੋਰ ਮਿਲ ਸਕਦਾ। ਜਦੋਂ ਅਸੀਂ ਬਹੁਤ ਚੀਜ਼ਾਂ ਇੰਸਟੈਂਟ ਰਿਜ਼ਲਟ 'ਚ ਚਾਹੁੰਦੇ ਹਾਂ, ਜਲਦੀ ਰਿਜ਼ਲਟ ਚਾਹੁੰਦੇ ਹਾਂ, ਤਾਂ ਹੀ ਅਸੀਂ 90% ਗਲਤ ਕੰਮ ਕਰ ਬੈਠੇ ਹਾਂ, ਅਤੇ ਇਸ ਚੀਜ਼ ਤੋਂ ਸਾਨੂੰ ਬਚਣਾ ਚਾਹੀਦਾ ਜੀ। ਮੈਨੂੰ ਲੱਗਦਾ ਕਿ ਇੱਕ ਚੀਜ਼ ਅਸੀਂ ਇਹ ਵੀ ਸੋਚ ਸਕਦੇ ਹਾਂ ਕਿ ਜਿੱਦਾਂ ਸਾਡੇ ਪੰਜਾਬੀ ਬੜੇ ਸਿਆਣੇ ਨੇ, ਹੈ ਨਾ, ਕੁੜੀ ਪੈਦਾ ਬਾਅਦ 'ਚ ਹੁੰਦੀ ਆ, ਅਸੀਂ ਦਾਜ ਪਹਿਲਾਂ ਇਕੱਠਾ ਕਰਨ ਲੱਗ ਜਾਂਦੇ ਹਾਂ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਹਾਂ, ਜੇ ਤੁਹਾਡੀ ਇਹ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ 7ਵੀਂ 'ਚ 8ਵੀਂ 'ਚ +2 ਤੋਂ ਬਾਅਦ ਮੈਂ ਇਹਨੂੰ ਆਇਲਟਸ ਕਰਾਉਣਾ ਅਤੇ ਫਿਰ ਮੈਂ ਇਹਨੂੰ ਬਾਹਰ ਭੇਜਣਾ, ਤਾਂ ਤੁਸੀਂ ਆਪਣੇ ਆਰਥਿਕ ਅਰੇਂਜਮੈਂਟਸ ਨੇ ਜਿਹੜੇ ਉਦੋਂ ਤੋਂ ਹੀ ਉੱਦਾਂ ਦੇ ਸੋਚਣੇ ਸ਼ੁਰੂ ਕਰ ਸਕਦੇ ਹੋ, ਹੈ ਨਾ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਈ ਵਾਰੀ ਸਾਨੂੰ ਕੋਈ 2000 ਦਾ ਤੋਹਫਾ ਵੀ ਦੇ ਦਿੰਦਾ ਤਾਂ ਸਾਡੇ ਮਨ 'ਤੇ ਬੋਝ ਹੋ ਜਾਂਦਾ ਕਿ ਮੈਂ ਹੁਣ ਇਹਨੂੰ 3000 ਦਾ ਲੈ ਦਾਂ ਤਦ ਮੈਨੂੰ ਸਹੀ ਲੱਗੂ, ਹੈ ਨਾ। ਅਤੇ ਜਿਹੜੇ ਬੱਚੇ 'ਤੇ ਅਸੀਂ 20 ਲੱਖ ਰੁਪਏ ਲਾਤਾ, ਉਹਨੂੰ ਅਸੀਂ ਇੱਕ ਕਿੱਦਾਂ ਦੇ ਬੋਝ 'ਚ ਦੱਬ ਕੇ ਮਤਲਬ ਬਾਹਰ ਭੇਜ ਰਹੇ ਹਾਂ, ਹੈ ਨਾ, ਉਹ ਸਿਰਫ ਉਹੀ ਨਿਆਣਾ ਸਮਝ ਸਕਦਾ ਇਸ ਚੀਜ਼ ਨੂੰ। ਇਹਦੇ 'ਚ ਬਹੁਤ ਸਾਰੇ ਇੰਸੀਡੈਂਟਸ ਨੇ। ਬਾਅਦ ਦੇ ਵਿੱਚ ਅਕਸਰ ਲੋਕ ਥਾਣਿਆਂ ਦੇ ਵਿੱਚ ਜਾਂਦੇ ਨੇ, ਪੰਚਾਇਤਾਂ ਹੁੰਦੀਆਂ ਨੇ, ਸੋਸ਼ਲ ਮੀਡੀਆ 'ਤੇ ਵੀਡੀਓਜ਼ ਵਾਇਰਲ ਹੁੰਦੀਆਂ ਨੇ। ਉਹ ਮਤਲਬ ਇਹ ਚੀਜ਼ਾਂ ਇੰਨੀਆਂ ਕੁ ਅੱਜ ਦੇ ਟਾਈਮ 'ਚ ਸੈਂਸੀਟਿਵ ਹੋ ਗਈਆਂ ਨੇ ਕਿ ਬੱਚਾ ਹੁਣ ਹਰੇਕ ਦੂਜੇ ਬੱਚੇ ਨੂੰ ਇਸੇ ਤਰਾਜੂ 'ਚ ਤੋਲਣ ਲੱਗ ਗਿਆ। ਜੇ ਤੁਸੀਂ ਆਪਣੇ ਪੈਸੇ ਲਾ ਕੇ ਵੀ ਬੱਚੇ ਨੂੰ ਬਾਹਰ ਭੇਜ ਰਹੇ ਹੋ, ਅਤੇ ਸਾਡੇ ਲੋਕਾਂ ਨੇ ਇਸ ਚੀਜ਼ ਨੂੰ ਇੰਨਾ ਨੈਗੇਟਿਵ ਕਰ ਲਿਆ, ਅਤੇ ਅਗਲਾ ਸੋਚਦਾ ਵੀ ਨਹੀਂ ਭਰਾਵਾ, ਇਹਨਾਂ ਨੇ ਸੌਦਾ ਕਰਕੇ ਭੇਜਿਆ ਹੋਣਾ। ਅਤੇ ਸਾਨੂੰ, ਜੇ ਅਸੀਂ ਇਹ ਸਿਚੁਏਸ਼ਨ ਨੂੰ, ਹਾਲਾਤਾਂ ਨੂੰ ਪੈਦਾ ਕੀਤਾ, ਸਾਨੂੰ ਇਹਦੇ 'ਚੋਂ ਬਾਹਰ ਨਿਕਲਣ ਦੀ ਲੋੜ ਹੈ। ਜੇ ਅਸੀਂ ਖੁਦ ਇਸ ਚੀਜ਼ ਦਾ ਪਾਰਟ ਨਹੀਂ ਬਣਾਂਗੇ ਜਾਂ ਬਣ ਰਹੇ ਬੰਦੇ ਨੂੰ ਜਾਗਰੂਕਤ ਕਰਦੇ ਹਾਂ, ਤਾਂ ਮੈਨੂੰ ਲੱਗਦਾ ਕਿ ਇੱਕ ਚੰਗੀ ਭੂਮਿਕਾ ਦਰਸਾਉਂਦਾ। ਅਤੇ ਇਹਦੇ ਪੈਰਲਲ ਕਹਾਣੀ ਦਾ ਦੂਜਾ ਸਿਰਲੇਖ ਇਹ ਵੀ ਹੈ ਕਿ ਕਈ ਵਾਰੀ ਅਸੀਂ ਕਿਸੇ ਗਲਤ ਰਿਸ਼ਤੇਦਾਰ ਦੀ, ਕਿਸੇ ਗਲਤ ਐਜੂਕੇਸ਼ਨ ਕੰਸਲਟੈਂਟ ਦੀ, ਏਜੰਟ ਦੀ ਸਲਾਹ ਲੈ ਲੈਂਦੇ ਹਾਂ, ਅਤੇ ਹੋਣ ਨਾ ਹੋਣ ਵਾਲੇ ਕੰਮ ਨੂੰ ਵੀ ਜਦੋਂ ਹੋਣ 'ਚ ਤਬਦੀਲ ਕਰ ਦਿੰਦੇ ਨੇ। ਮੈਨੂੰ ਲੱਗਦਾ ਕਿ ਇਹ ਚੀਜ਼ ਵੀ ਇਹਦੇ ਲਈ ਮੁੱਖ ਜ਼ਿੰਮੇਵਾਰ ਹੈ। ਅਤੇ ਇਹਦੇ ਲਈ ਜਿੰਨੀ ਜ਼ਿਆਦਾ ਸਾਡੇ ਕੋਲ ਚੀਜ਼ ਬਾਰੇ ਜਾਣਕਾਰੀ ਹੁੰਦੀ ਹੈ, ਕਿਉਂਕਿ ਸੋਸ਼ਲ ਮੀਡੀਆ ਦਾ ਵੀ ਟਾਈਮ ਹੈ, ਗੂਗਲ ਦਾ ਟਾਈਮ ਹੈ, ਤੁਸੀਂ ਕਿਸੇ ਵੀ ਸਰਕਾਰ ਦੇ ਕਿਸੇ ਕਾਨੂੰਨ ਨੂੰ, ਰੂਲ ਨੂੰ ਲੈ ਕੇ ਤੁਸੀਂ ਕੋਈ ਮਰਜ਼ੀ ਜਾਣਕਾਰੀ ਹਾਸਲ ਕਰ ਸਕਦੇ ਹੋ। ਮੈਨੂੰ ਲੱਗਦਾ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਹੋਣੀ ਚਾਹੀਦੀ ਹੈ। ਅਤੇ ਮੈਨੂੰ ਉਮੀਦ ਵੀ ਹੈ ਕਿ ਪਿਛਲੇ ਕੁਛ ਟਾਈਮ ਤੋਂ ਜਿਵੇਂ 1-2 ਕੇਸ ਹਾਈਲਾਈਟ ਹੋਏ ਸੀ, ਉਸ ਤੋਂ ਬਾਅਦ 'ਚ ਹੁਣ ਲੋਕ ਜਦੋਂ ਆਫਿਸਿਸ 'ਚ ਅਪਰੋਚ ਕਰਦੇ ਨੇ ਅਤੇ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਹੁੰਦੀ ਹੈ ਵੀ ਸਾਨੂੰ ਡਰ ਲੱਗਦਾ। ਕਈ ਲੋਕ ਤਾਂ ਡਰਦੇ ਕਰ ਵੀ ਲੈਂਦੇ ਨੇ, ਅਤੇ ਕਈ ਲੋਕ ਸਲਾਹ ਨੂੰ ਮੰਨ ਵੀ ਲੈਂਦੇ ਨੇ। ਤਾਂ ਇਹ ਸਾਡੇ ਉੱਤੇ ਹੈ ਕਿ ਸਾਨੂੰ ਹੀ ਆਪਣੇ ਆਪ ਨੂੰ ਬਚਾਉਣਾ ਪਊਗਾ ਇਸ ਚੀਜ਼ ਤੋਂ। ਮੈਂ ਕੱਲ੍ਹ ਜਦੋਂ ਤੁਹਾਡੇ ਇੰਟਰਵਿਊ ਬਾਰੇ ਸੋਚਿਆ ਤਾਂ ਮੈਂ ਥੋੜ੍ਹੇ ਜਿਹੇ ਉਹਨਾਂ ਪੇਜਿਸ ਨੂੰ ਜਾ ਕੇ ਪੜ੍ਹਿਆ ਜਿੱਥੇ ਜਿਹੜੇ ਕਿ ਗੌਰਮੈਂਟ ਮਤਲਬ ਜੋਬਸ ਲਈ ਐਗਜ਼ਾਮ ਜਿਹੜਾ ਜਿੱਥੇ ਟੈਕਲ ਕਰਾਉਂਦੇ ਆ, ਹੈ ਨਾ। ਅਤੇ ਫਿਰ ਮੈਂ ਤੁਹਾਡੇ ਇੰਟਰਵਿਊ ਦੇ ਥੱਲੇ ਕਮੈਂਟਸ ਪੜ੍ਹ ਰਹੀ ਸੀ, ਹੈ ਨਾ। ਤਾਂ ਮੈਂ ਦੇਖਿਆ ਕਿ ਉਹਨਾਂ ਪੇਜਿਸ ਦੇ ਉੱਪਰ ਹਾਰਡਲੀ ਮਤਲਬ 10 ਜਾਂ 15 ਬੱਚਿਆਂ ਦੇ ਕਮੈਂਟਸ ਸੀਗੇ, ਅਤੇ ਜਿਹੜੇ ਆਇਲਸ ਬਾਰੇ ਜਾਂ PNP ਬਾਰੇ ਜਾਂ PR ਬਾਰੇ ਪੇਜਿਸ ਜਿਹੜੇ ਕੁਛ ਵੀਡੀਓਜ਼ ਪਾਉਂਦੇ ਆ, ਤਾਂ ਉਹਨਾਂ ਥੱਲੇ ਤੁਸੀਂ ਮਤਲਬ ਮਿਨੀਮਮ 1000 ਕਮੈਂਟ ਸੀਗਾ, ਹੈ ਨਾ, ਜਿਹਦੇ ਵਿੱਚ ਮੋਸਟਲੀ ਇੱਦਾਂ ਸੀਗਾ ਕਿ ਅਸੀਂ ਬੱਚੇ ਦਾ ਚੰਗਾ ਸਕੋਰ ਨਹੀਂ ਆ ਰਿਹਾ, 3 ਸਾਲ ਹੋ ਗਏ, 4 ਸਾਲ ਹੋ ਗਏ, ਹੈ ਨਾ, ਟਰਾਈ ਕਰ ਰਹੇ ਹਾਂ, ਅਸੀਂ PNP ਲਈ ਕਿੱਦਾਂ ਕਰੀਏ, PR ਲਈ ਕਿੱਦਾਂ ਕਰੀਏ, ਹੈ ਨਾ। ਤਾਂ ਮੈਂ ਉੱਥੋਂ ਨੋਟਿਸ ਕਰ ਰਹੀ ਸੀ ਕਿ ਕਿੰਨੀ ਫਰਸਟ੍ਰੇਸ਼ਨ ਆ ਸਾਡੇ 'ਚ ਕਿ ਅਸੀਂ ਮਤਲਬ ਸਾਡਾ ਇਹ ਹੈ ਕਿ ਇੱਕ ਵਾਰੀ ਜਹਾਜ਼ ਦੀ ਬਾਰੀ ਨੂੰ ਸਾਡਾ ਹੱਥ ਪੈ ਜਾਵੇ, ਹੈ ਨਾ। ਤੁਹਾਡੇ ਕੋਲੇ ਕਿੱਦਾਂ ਦੇ ਲੋਕ ਆਉਂਦੇ ਆ, ਮਤਲਬ ਜ਼ਿਆਦਾ ਉਹ ਫਰਸਟ੍ਰੇਸ਼ਨ ਤੁਹਾਨੂੰ ਪਿੰਡਾਂ ਵਾਲਿਆਂ 'ਚ ਮਿਲਦੀ ਆ ਜਾਂ ਫਿਰ ਸ਼ਹਿਰੀ ਵੀ ਹੁਣ ਇਸ ਚੀਜ਼ ਦਾ ਕਰੇਜ਼ ਰੱਖਦੇ? ਨਹੀਂ, ਵੇਖੋ, ਮੈਨੂੰ ਲੱਗਦਾ ਕਿ ਜਿਹੜੀ ਅੱਗ ਹੈ ਨਾ, ਇਹ ਬਹੁਤ ਵੱਡੇ ਪੱਧਰ 'ਤੇ ਫੈਲ ਚੁੱਕੀ ਹੈ। ਜਿਵੇਂ ਤੁਸੀਂ ਸਮਝ ਕੇ ਚੱਲੋ, ਇਹਦੇ ਲਈ 18 ਸਾਲ ਦਾ, ਸਾਡੇ ਕੋਲ ਤਾਂ ਕੁਛ ਮਾਈਨਰਸ ਵੀ ਆਉਂਦੇ ਨੇ, ਜਿਹੜਾ ਬੱਚਾ ਬਹੁਤ ਅਰਲੀ ਏਜ ਐਜੂਕੇਸ਼ਨ ਅਟੇਨ ਕਰ ਲੈਂਦਾ,
ਉਹ 17 ਜਾਂ 16.5 ਜਾਂ 17.5 ਸਾਲ ਦਾ ਹੁੰਦਾ ਤੇ ਪੇਰੈਂਟਸ ਉਹਨੂੰ ਭੇਜਣ ਲਈ ਵੀ ਐਗਰੀ ਨੇ। ਸਾਡੇ ਕੋਲ ਬੱਚਾ +2 ਤੋਂ ਬਾਅਦ 19 ਸਾਲ ਵਾਲਾ ਵੀ ਆਉਂਦਾ, ਸਾਡੇ ਕੋਲ ਗ੍ਰੈਜੂਏਸ਼ਨ ਤੋਂ ਬਾਅਦ ਬੱਚਾ 24 ਸਾਲ 23 ਸਾਲ ਵਾਲਾ ਵੀ ਆਉਂਦਾ, ਪੋਸਟ ਗ੍ਰੈਜੂਏਸ਼ਨ ਵਾਲਾ ਵੀ ਆਉਂਦਾ, ਮਾਸਟਰਸ ਵਾਲਾ ਵੀ ਆਉਂਦਾ ਜਿਹਨੇ ਇੱਥੇ ਟਰਾਈ ਕੀਤਾ ਨਹੀਂ ਬਣੀ ਜੋਬ, ਮਾਸਟਰਸ ਤੋਂ ਬਾਅਦ 4 ਸਾਲ ਜੋਬ ਕਰਨ ਵਾਲਾ ਵੀ ਆਉਂਦਾ। ਸਰਕਾਰੀ ਮੁਲਾਜ਼ਮ ਆਲਰੇਡੀ ਜੋ ਜੋਬ ਤੇ ਹੈਗੇ ਨੇ ਸਾਡੇ ਕੋਲ ਉਹ ਵੀ ਆਉਂਦੇ ਨੇ। ਸਾਡੇ ਕੋਲ ਉੱਥੇ ਰਹਿ ਰਹੇ ਬੱਚਿਆਂ ਦੇ ਮਾਂ-ਪਿਓ ਵੀ ਪਰਮਾਨੈਂਟ ਬੇਸਿਸ ਤੇ ਸੈਟਲ ਹੋਣ ਆਉਂਦੇ ਨੇ, PNP ਵਾਲੇ ਆਉਂਦੇ ਨੇ, ਕੋਈ ਫਾਰਮ 'ਚ ਕੰਮ ਕਰਨਾ ਚਾਹੁੰਦਾ ਬਾਹਰ, ਕੋਈ ਇਲੈਕਟ੍ਰੀਸ਼ੀਅਨ ਹੈਗਾ। ਮੈਨੂੰ ਲੱਗਦਾ ਕਿ ਅੱਜ ਦੇ ਟਾਈਮ 'ਚ ਇਹ ਮੈਟਰ ਨਹੀਂ ਕਰਦਾ ਕਿ ਕਿਹੜਾ ਬੰਦਾ ਤੁਹਾਡੇ ਕੋਲ ਇਸ ਚੀਜ਼ ਲਈ ਲੈਣ ਆਉਣਾ ਚਾਹੁੰਦਾ। ਮੈਨੂੰ ਲੱਗਦਾ ਹੈ ਕਿ ਜੇ ਅੱਜ ਦੇ ਟਾਈਮ 'ਚ ਕਿਸੇ ਨੂੰ ਵੀ ਮੌਕਾ ਮਿਲਦਾ ਤੇ ਉਹ ਡਰੋਪ ਨਹੀਂ ਕਰਨਾ ਚਾਹੁੰਦਾ। ਜੇ ਕਿਸੇ ਨੂੰ ਵੀ ਤੁਸੀਂ ਲੰਘਦੇ ਵੜਦੇ ਕਹਿ ਦਿੰਦੇ ਹੋ ਕਿ ਤੁਹਾਡਾ ਕੰਮ ਹੋ ਸਕਦਾ ਹੈ, ਤੁਸੀਂ ਮਾਈਗ੍ਰੇਟ ਹੋ ਸਕਦੇ ਹੋ, ਤੇ ਉਹ ਇਸ ਚਾਂਸ ਨੂੰ ਗਵਾਉਣਾ ਨਹੀਂ ਚਾਹੁੰਦੇ। ਹਰੇਕ ਉਮਰ ਦਾ ਰੁਝਾਨ ਹੈ, ਜਿਹਦੇ 'ਚ ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਮੈਨੂੰ ਰੁਝਾਨ ਪੁੱਛੋਗੇ ਤਾਂ ਹੈਗਾ +2 ਤੋਂ ਬਾਅਦ ਵਾਲੇ ਬੱਚਿਆਂ ਦਾ। +2 ਤੋਂ ਬਾਅਦ ਕੋਈ ਵੀ ਬੱਚਾ ਆਪਣੀ ਅੱਗੇ ਐਜੂਕੇਸ਼ਨ ਨੂੰ ਕੰਟੀਨਿਊ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹਨਾਂ ਦੇ ਭਰਾ ਜਾਂ ਭੈਣ ਨੇ ਕੀਤੀ ਸੀ, ਬਟ ਉਹਨਾਂ ਨੇ 4 ਸਾਲ ਬਾਅਦ ਵੀ ਡਿਗਰੀ ਤੇ ਪੈਸਾ ਲਾਉਣ ਤੋਂ ਬਾਅਦ 'ਚ ਦੁਬਾਰਾ 20 ਲੱਖ ਰੁਪਇਆ ਲਾਇਆ ਬੱਚੇ ਨੂੰ ਬਾਹਰ ਭੇਜਣ ਤੇ। ਤੇ ਹੁਣ ਉਹਨਾਂ ਦੇ ਪੇਰੈਂਟਸ ਦੀ ਇਹੀ ਮੋਟੀਵੇਸ਼ਨ ਹੈ ਵੀ ਇਹ 4 ਸਾਲ 'ਚ ਪੈਸੇ ਦਾ ਤਾਂ ਨੁਕਸਾਨ ਹੈ ਹੀ ਹੈ, ਪਰ ਜਿੰਨੇ ਨੂੰ ਤੇਰੀ ਡਿਗਰੀ ਪੂਰੀ ਹੋਣੀ ਇੰਨੇ ਨੂੰ ਤੂੰ ਸ਼ਾਇਦ ਬਾਹਰ ਪਰਮਾਨੈਂਟ ਸਿਟੀਜ਼ਨ ਹੋ ਸਕਦਾ ਜਾਂ ਪਰਮਾਨੈਂਟ ਰੈਜ਼ੀਡੈਂਟ ਹੋ ਸਕਦਾ। ਸੋ +2 ਤੋਂ ਬਾਅਦ ਵਾਲੇ ਬੱਚਿਆਂ ਦਾ, ਸੀਨੀਅਰ ਸੈਕੰਡਰੀ ਤੋਂ ਬਾਅਦ ਵਾਲੇ ਬੱਚਿਆਂ ਦਾ ਇਸ ਚੀਜ਼ ਵੱਲ ਜ਼ਿਆਦਾ ਰੁਝਾਨ ਹੋ ਰਿਹਾ ਜੀ। ਹੁਣ ਤੁਸੀਂ ਮਤਲਬ ਇਸ ਟਾਈਮ 'ਚ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕਿ ਇੰਨਾ ਪ੍ਰਵਾਸ ਆ ਜਿਹੜਾ ਹੈ ਨਾ, ਇਹ ਪੰਜਾਬ ਲਈ ਚੰਗਾ ਮਤਲਬ ਤੁਸੀਂ ਇਸ ਨੂੰ ਪੰਜਾਬ ਲਈ ਚੰਗਾ ਹੈ ਤੇ ਵੈਸੇ ਬਹੁਤ ਮਤਲਬ ਪੂਰੇ ਆਪਾਂ ਸਾਡੇ ਦੇਸ਼ 'ਚ ਖਾਸ ਕਰਕੇ ਕਹਿ ਸਕਦੇ ਹਾਂ, ਹੈ ਨਾ। ਮੇਰਾ ਇੱਕ ਫਰੈਂਡ ਜੋਧਪੁਰ ਰਹਿੰਦਾ, ਰਾਜਸਥਾਨ ਜੀ ਜੀ ਜੀ, ਤਾਂ ਮੇਰੀ ਬਹੁਤ ਸਾਲ ਬਾਅਦ ਉਹਦੇ ਨਾਲ ਗੱਲ ਹੋਈ, ਮਤਲਬ 10-12 ਸਾਲ ਤੋਂ ਗੱਲ ਨਹੀਂ ਸੀ ਹੋ ਰਹੀ, ਹੈ ਨਾ। ਤਾਂ ਜਦੋਂ ਮੇਰੀ 12 ਸਾਲ ਬਾਅਦ ਉਹਦੇ ਨਾਲ ਗੱਲ ਹੋ ਰਹੀ ਹੈ ਤਾਂ ਉਹਨੇ ਮੈਨੂੰ ਕਿਹਾ ਕਿ ਆਪ ਇੰਡੀਆ ਮੇਂ ਹੀ ਹੋ। ਮੈਂ ਕਿਹਾ ਵੀ ਹਾਂ ਇੰਡੀਆ 'ਚ। ਕਹਿੰਦੇ ਵੀ ਤੁਹਾਡੇ ਤਾਂ ਪੰਜਾਬੀ ਮਤਲਬ ਬਾਹਰ ਬਹੁਤ ਜਾਂਦੇ ਆ, ਕੈਨੇਡਾ ਅਮਰੀਕਾ, ਹੈ ਨਾ। ਤਾਂ ਉਹਨਾਂ ਨੂੰ ਲੱਗਦਾ ਕਿ ਪੰਜਾਬੀਆਂ ਕੋਲ ਕੋਈ ਸ਼ਾਰਟਕਟ ਹੈ, ਇਸ ਲਈ ਉਹ ਬਹੁਤ ਜਾ ਰਹੇ ਨੇ, ਹੈ ਨਾ। ਪਰ ਜਿਹੜੇ ਲੋਕ ਪੰਜਾਬ ਲਈ ਚਿੰਤਤ ਨੇ ਉਹਨਾਂ ਨੂੰ ਲੱਗਦਾ ਕਿ ਇਹ ਪ੍ਰਵਾਸ ਖਤਰਨਾਕ ਹੈ ਨਾ, ਤੇ ਤੁਸੀਂ ਇਹਨੂੰ ਚੰਗਾ ਸੋਚਦੇ ਹੋ? ਦੇਖੋ, ਮੈਨੂੰ ਲੱਗਦਾ ਕਿ ਇਹ ਦੋ ਧਾਰੀ ਤਲਵਾਰ ਹੈ। ਜੇ ਅਸੀਂ ਥੋੜ੍ਹਾ ਜਿਹਾ ਫਲੈਸ਼ਬੈਕ 'ਚ ਜਾਂਦੇ ਹਾਂ, ਇਹਦੀਆਂ ਬਹੁਤ ਸਾਰੇ ਐਗਜ਼ਾਮਪਲਸ ਨੇ, ਬਟ ਮੈਂ ਤੁਹਾਨੂੰ ਥੋੜ੍ਹੀ ਜਿਹੀ ਇੱਕ ਐਗਜ਼ਾਮਪਲ ਇਹਦੇ 'ਚ ਦਿੰਦਾ। ਥੋੜ੍ਹੇ ਟਾਈਮ ਪਹਿਲਾਂ ਫਾਰਮਰ ਪ੍ਰੋਟੈਸਟ ਸਭ ਤੋਂ ਦੁਨੀਆ ਦਾ ਹਾਈਲਾਈਟਡ ਮੁੱਦਾ ਬਣਿਆ। ਤੁਹਾਨੂੰ ਲੱਗਦਾ, ਕਿਉਂਕਿ ਮੈਂ ਇਸ ਚੀਜ਼ ਨੂੰ ਸਮਝਦਾ ਕਿ ਕਿਸਾਨੀ ਅੰਦੋਲਨ ਦੀ ਜਿਹੜੀ ਮੇਨ ਰੀੜ ਦੀ ਹੱਡੀ ਸੀ ਉਹ ਸਾਡੇ ਉਹ ਬੱਚੇ ਸੀ ਜਿਹੜੇ ਬਾਹਰਲੇ ਦੇਸ਼ਾਂ 'ਚ ਸੈਟਲ ਸੀ, ਕਿਉਂਕਿ ਇੱਥੇ ਤੁਸੀਂ 2 ਕਿੱਲੇ 4 ਕਿੱਲੇ 6 ਕਿੱਲੇ ਤੋਂ ਚੀਜ਼ਾਂ 'ਚ ਕੰਟਰੀਬਿਊਟ ਜਾਂ ਸਹਿਯੋਗ ਨਹੀਂ ਪਾ ਸਕਦੇ, ਤੁਸੀਂ ਉਹਨਾਂ 'ਚ ਸ਼ਮੂਲੀਅਤ ਕਰ ਸਕਦੇ ਹੋ। ਪਰ ਮੈਨੂੰ ਲੱਗਦਾ ਕਿ ਜਿਵੇਂ ਸਾਡੇ ਇਸ ਫਾਰਮਰ ਪ੍ਰੋਟੈਸਟ ਦਾ ਵਿਦਰੋਹ ਤੱਕ ਉਹਨਾਂ ਦੇਸ਼ਾਂ ਦੇ ਵਿੱਚ ਹੋਇਆ, ਜਾਂ ਬੱਚਿਆਂ ਨੇ ਆਰਥਿਕ ਤੌਰ 'ਤੇ ਇਹਨਾਂ ਸੰਸਥਾਵਾਂ ਨੂੰ ਜਾਂ ਇਹਨਾਂ ਜਥੇਬੰਦੀਆਂ ਨੂੰ ਸਟਰੈਂਥ ਅਪ ਕੀਤਾ, ਤਾਕਤ ਦਿੱਤੀ, ਮੈਨੂੰ ਲੱਗਦਾ ਕਿ ਉਹ ਇਸ ਕਹਾਣੀ ਦਾ ਪੋਜ਼ੀਟਿਵ ਪਾਰਟ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹਦੇ ਨਾਲ ਨਾਲ ਮੈਨੂੰ ਲੱਗਦਾ ਕਿ ਇਹ ਪ੍ਰਵਾਸ ਤੁਹਾਡੇ ਕੋਲ ਜ਼ਿਆਦਾ ਮੌਕੇ ਲੈ ਕੇ ਆਉਂਦਾ, ਅਤੇ ਜ਼ਿੰਦਗੀ ਮੈਨੂੰ ਲੱਗਦਾ ਕਿ ਲਾਈਫ ਦੇ ਵਿੱਚ ਜਿੰਨੀਆਂ ਅਪੋਰਚੁਨਿਟੀਜ਼ ਨੇ ਸਾਨੂੰ ਲੈਣੀਆਂ ਚਾਹੀਦੀਆਂ ਨੇ, ਸਾਨੂੰ ਮਿਸ ਨਹੀਂ ਕਰਨਾ ਚਾਹੀਦਾ। ਜੇ ਕਹਾਣੀ ਦਾ ਅਸੀਂ ਦੂਜਾ ਪਾਰਟ ਪਲੇ ਕਰਦੇ ਹਾਂ, ਮੈਨੂੰ ਲੱਗਦਾ ਕਿ ਕੁਛ ਬੱਚੇ ਜੋ ਆਪਣੀਆਂ ਜੜ੍ਹਾਂ ਤੋਂ ਟੁੱਟ ਗਏ ਨੇ, ਟੁੱਟ ਜਾਂਦੇ ਨੇ, ਇਹਦੇ ਪਿੱਛੇ ਵੱਖ-ਵੱਖ ਕਾਰਨ ਨੇ। ਪੜ੍ਹਾਈ ਦਾ ਪ੍ਰੈਸ਼ਰ, ਕੰਮ ਦਾ ਪ੍ਰੈਸ਼ਰ, PR, ਵਿਆਹ, ਬੱਚੇ, ਇੰਸ਼ੋਰੈਂਸ, ਗੱਡੀ, ਮੌਰਗੇਜ, ਘਰ ਦੀ, ਇਹ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਕਿਤੇ ਨਾ ਕਿਤੇ ਦੱਬ ਲੈਂਦੀਆਂ ਨੇ। ਬਟ ਮੈਨੂੰ ਲੱਗਦਾ ਕਿ ਕਿਸੇ ਚੀਜ਼ ਦੀ ਚੰਗਿਆਈ ਨੂੰ ਲੈਣਾ ਚਾਹੀਦਾ ਅਤੇ ਉਹਦੀ ਜਿਹੜੀ ਬੁਰਾਈ ਆ ਉਹਨੂੰ ਓਵਰਕਮ ਕਰਨਾ ਚਾਹੀਦਾ। ਜੇ ਅੱਜ ਕੋਈ ਬੱਚਾ ਇੰਡੀਆ ਦੇ ਵਿੱਚ ਵਿਹਲਾ ਰਹਿ ਕੇ ਆਪਣੇ ਕਲਚਰ ਨਾਲ ਜੁੜਿਆ ਹੋਇਆ, ਜਾਂ ਵਿਹਲਾ ਰਹਿ ਕੇ ਆਪਣੇ ਮਾਂ ਪਿਓ ਦੀਆਂ ਅੱਖਾਂ ਸਾਹਮਣੇ ਸਾਰੀ ਲਾਈਫ ਬਿਨਾਂ ਕਿਸੇ ਮੌਕੇ ਤੋਂ ਕੱਢ ਰਿਹਾ, ਮੈਨੂੰ ਲੱਗਦਾ ਕਿ ਉਸ ਪੱਧਰ 'ਤੇ ਇਹ ਚੀਜ਼ਾਂ 'ਚ ਸੁਧਾਰ ਕਰਨਾ ਚਾਹੀਦਾ। ਸਾਨੂੰ ਸਾਡੀ ਮਾਨਸਿਕਤਾ ਬਦਲਣੀ ਚਾਹੀਦੀ ਹੈ। ਅਤੇ ਜੇ ਉਸ ਤੋਂ ਬਾਅਦ 'ਚ ਤੁਸੀਂ 5 ਸਾਲ ਜਾਂ 7 ਸਾਲ ਜਾਂ 10 ਸਾਲ ਬਾਅਦ ਚੰਗੇ ਸੈਟਲ ਹੋ ਜਾਂਦੇ ਹੋ, ਤਾਂ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਛੱਡ ਕੇ ਕੁਛ ਜ਼ਿੰਮੇਵਾਰੀਆਂ ਨੇ ਜਿਹੜੀਆਂ ਤੁਹਾਡੀਆਂ, ਤੁਹਾਡੇ ਸੱਭਿਅਤਾ ਦੇ ਪ੍ਰਤੀ, ਤੁਹਾਡੀ ਭਾਸ਼ਾ ਦੇ ਪ੍ਰਤੀ, ਤੁਹਾਡੇ ਕਲਚਰ ਦੇ ਪ੍ਰਤੀ, ਭਾਵੇਂ ਪਿੰਡ ਹੈ ਤੁਹਾਡਾ, ਮਾਂ ਪਿਓ ਹੈ ਤੁਹਾਡਾ, ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਉਹਦੇ 'ਤੇ ਖਰਾ ਉਤਰਨਾ ਚਾਹੀਦਾ। ਜੇ ਅਸੀਂ ਗੱਲ ਕਰਦੇ ਹਾਂ ਜਲੰਧਰ ਏਰੀਆਜ਼ ਦੀ, ਨਵਾਂ ਸ਼ਹਿਰ ਵਾਲਾ ਏਰੀਆ, ਉਹਦੇ 'ਚ ਬਹੁਤ ਸਾਰੇ ਐਸੇ NRIs ਨੇ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਸਪੋਰਟਸ ਕਲੱਬ ਬਣਾਏ ਹੋਏ ਨੇ। ਮੈਨੂੰ ਲੱਗਦਾ ਇਹ ਜ਼ਿੰਮੇਵਾਰੀ ਦਾ ਇੱਕ ਪਾਰਟ ਹੈ। ਇਹਦੇ ਨਾਲ ਬਹੁਤ ਸਾਰੇ NRIs ਨੇ ਜਿਨ੍ਹਾਂ ਨੇ ਕਮੇਟੀਆਂ ਬਣਾਈਆਂ ਹੋਈਆਂ ਨੇ। ਬਹੁਤ ਸਾਰੇ ਐਸੇ NRIs ਨੇ ਜਿਹੜੇ ਕਬੱਡੀ ਦਾ ਕੱਪ ਕਰਾਉਂਦੇ ਨੇ, ਜਾਂ ਇੱਥੋਂ ਦੇ ਪਲੇਅਰਸ ਨੂੰ ਉੱਥੇ ਬੁਲਾਉਂਦੇ ਨੇ। ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਥੋੜ੍ਹੇ ਜਿਹੇ ਹੋਰ ਅਗਲੇ ਪੱਧਰ ਤੱਕ ਲਿਜਾ ਕੇ ਅਸੀਂ ਇਸ ਚੀਜ਼ ਤੋਂ ਬਾਹਰ ਨਿਕਲ ਸਕਦੇ ਹਾਂ। ਭਾਸ਼ਾ ਦੇ ਨਾਲ ਤੁਸੀਂ ਪਿਆਰ ਕਰ ਸਕਦੇ ਹੋ, ਉਹਦੀ ਕੋਈ ਮਰਿਆਦਾ ਜਾਂ ਉਹਦੀ ਕੋਈ ਬੰਨ੍ਹਣਾ ਨਹੀਂ ਹੁੰਦੀ। ਤੁਸੀਂ ਕੈਨੇਡਾ 'ਚ ਰਹਿ ਕੇ ਵੀ ਪੰਜਾਬੀ ਹੋ ਅਤੇ ਤੁਸੀਂ ਇੰਡੀਆ 'ਚ ਰਹਿ ਕੇ ਵੀ ਪੰਜਾਬੀ ਹੋ।
ਤੁਸੀਂ ਆਪਣੇ ਮਾਪਿਓ ਦੇ ਪ੍ਰਤੀ ਕਿੰਨੇ ਜ਼ਿੰਮੇਵਾਰ ਹੋ, ਆਪਣੇ ਛੋਟੇ ਭੈਣ ਭਰਾ ਦੇ ਪ੍ਰਤੀ ਕਿੰਨੇ ਜ਼ਿੰਮੇਵਾਰ ਹੋ, ਇਹ ਵੀ ਤੁਹਾਡੀ ਕਾਮਯਾਬੀ ਦਾ ਇੱਕ ਹਿੱਸਾ ਹੁੰਦਾ। ਮੈਨੂੰ ਲੱਗਦਾ ਕਿ ਇਹ ਚੀਜ਼ ਦੇ ਪਾਸੇ ਦੋ ਇੰਪੈਕਟ ਨੇ, ਪਰ ਇਹਨੂੰ ਕਵਰ ਕੀਤਾ ਜਾ ਸਕਦਾ ਇਸ ਚੀਜ਼ ਨੂੰ। ਬਿਲਕੁਲ। ਮੈਂ ਇੱਕ ਚੀਜ਼ ਹੋਰ ਤੁਸੀਂ ਕਹੋਗੇ ਕਿ ਤੁਸੀਂ ਬਿਲਕੁਲ ਨੈਗੇਟਿਵ ਗੱਲਾਂ ਕਰੀ ਜਾ ਰਹੇ ਹੋ ਨਾ। ਮੈਨੂੰ ਇੱਕ ਸਟੂਡੈਂਟ ਮਿਲੇ ਜਿਹੜੇ ਕਿ ਹੁਣ ਇਸ ਟਾਈਮ ਉਹ ਕਰ ਰਹੇ ਨੇ ਆਇਲਸ ਹੈ ਨਾ, ਤਾਂ ਉਹ ਕਹਿੰਦੇ ਵੀ ਜਦੋਂ ਮੈਂ ਪਹਿਲੇ ਦਿਨ ਇੰਸਟੀਟਿਊਟ ਗਿਆ ਕਿ ਮੇਰੀ ਚੰਗੀ ਸਕੂਲਿੰਗ ਸੀਗੀ ਹੈ ਨਾ, ਤੇ ਮੈਨੂੰ ਲੱਗਿਆ ਵੀ ਮਤਲਬ ਇੰਸਟੀਟਿਊਟ ਵਾਲੇ ਇਹ ਰਿਅਲਾਈਜ਼ ਕਰਵਾ ਰਹੇ ਨੇ ਵੀ ਜਿਹਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਉਹ ਤਾਂ ਇਨਸਾਨ ਹੀ ਨਹੀਂ ਹੈਗਾ ਹੈ ਨਾ। ਮਤਲਬ ਸਾਡੀ ਜਿਹੜੀ ਕੁਆਲੀਫਿਕੇਸ਼ਨ ਆ ਉਹੀ ਅੱਜ ਕੱਲ੍ਹ ਇੱਕ ਇੰਗਲਿਸ਼ ਲੈਂਗੁਏਜ 'ਤੇ ਡਿਪੈਂਡ ਕਰਦੀ ਹੈ ਨਾ। ਸੱਚੀ ਇਹ ਪੈਟਰਨ 'ਤੇ ਹੈਗੇ ਨੇ ਆਇਲਸ ਇੰਸਟੀਟਿਊਟ ਕਿ ਮਤਲਬ ਉਹਨਾਂ ਨੇ ਲੋਕਾਂ ਦੇ ਦਿਮਾਗ 'ਚ ਪਾਤਾ ਕਿ ਆਮ ਬੰਦਾ ਵੀ ਸਿਰਫ ਜੇ ਤੁਹਾਡੇ ਮੂੰਹੋਂ 4-5 ਸ਼ਬਦ ਇੰਗਲਿਸ਼ 'ਤੇ ਨਹੀਂ ਨਿਕਲਦੇ ਤਾਂ ਬੰਦਾ ਹੀ ਨਹੀਂ ਸਮਝ ਰਿਹਾ ਕੋਈ ਵੀ। ਦੇਖੋ ਇਹ ਸਿਚੁਏਸ਼ਨ ਹੈ ਜਿਹੜੀ, ਇਹ ਬਿਲਕੁਲ ਰੀਅਲ ਸਿਚੁਏਸ਼ਨ ਹੈ। ਤੁਹਾਡੀ ਜਿਨ੍ਹਾਂ ਨਾਲ ਵਾਰਤਾਲਾਪ ਹੋਈ ਉਹਨਾਂ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ। ਇਹਦੇ 'ਚ ਸਿਚੁਏਸ਼ਨ ਦਾ ਜਿਹੜਾ ਮੇਨ ਕਾਰਨ ਹੈ ਉਹ ਹੈਗਾ ਕਿ ਕਦੋਂ ਇੱਕ ਵਿਦਿਅਕ ਅਦਾਰਾ ਇੱਕ ਵਪਾਰਕ ਅਦਾਰਾ ਬਣ ਜਾਂਦਾ। ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਜਿੰਨਿਆਂ ਵੀ ਬੱਚਿਆਂ ਨੂੰ ਪੜ੍ਹਾਇਆ ਹੈ, ਮੈਂ ਆਪਣੀ ਭਾਸ਼ਾ ਦੇ ਵਿੱਚ ਕਾਫੀ ਹੱਦ ਤੱਕ ਪ੍ਰਯੋਗ ਪੰਜਾਬੀ ਦਾ ਕਰਦਾ ਆਪਣਾ ਲੈਕਚਰ ਕਨਵੇ ਕਰਨ ਲੱਗੇ। ਕਿਉਂਕਿ ਜਿਹੜੇ ਬੰਦੇ ਦੀ ਮਾਤ ਭਾਸ਼ਾ ਇੰਗਲਿਸ਼ ਹੈ ਹੀ ਨਹੀਂ, ਉਹਨੂੰ ਇੰਗਲਿਸ਼ ਬਾਰੇ ਜ਼ਿਆਦਾ ਜਾਣਕਾਰੀ ਇੰਗਲਿਸ਼ 'ਚ ਨਹੀਂ ਦਿੱਤੀ ਜਾ ਸਕਦੀ, ਉਹਨੂੰ ਉਹਦੀ ਆਪਣੀ ਮਾਤ ਭਾਸ਼ਾ 'ਚ ਦਿੱਤੀ ਜਾ ਸਕਦੀ ਹੈ। ਬਿਲਕੁਲ। ਔਰ ਤੁਸੀਂ ਇੰਗਲਿਸ਼ ਨੂੰ ਸਿਰਫ ਇੱਕ ਲੈਂਗੁਏਜ ਸਮਝ ਕੇ ਕਿਉਂ ਨਹੀਂ ਪੜ੍ਹਾ ਰਹੇ? ਜੀ ਮੈਨੂੰ ਲੱਗਦਾ ਇਹਦੇ 'ਚ ਕਈ ਵਾਰੀ ਮੈਨੂੰ ਇਹ ਲੱਗਦਾ ਕਿ ਜੋ ਤੁਸੀਂ ਖਰੀਦਣਾ ਚਾਹੁੰਦੇ ਹੋ ਲੋਕ ਉਹੀ ਵੇਚਣਾ ਵੀ ਸ਼ੁਰੂ ਕਰ ਦਿੰਦੇ ਨੇ। ਜੇ ਅੱਜ ਬਹੁਤ ਸਾਰੇ ਇੰਸਟੀਟਿਊਟਸ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਖੁੱਲ੍ਹ ਕੇ ਪੰਜਾਬੀ 'ਚ ਸਮਝਾਉਣਾ ਸ਼ੁਰੂ ਕਰ ਦਿੰਦੇ ਨੇ, ਤਾਂ ਕਈ ਵਾਰੀ ਮਾਂ ਪਿਓ ਜਾਂ ਬੱਚੇ ਵੀ ਆਪਣਾ ਧਿਆਨ ਇਸ ਵੱਲ ਕੇਂਦਰਿਤ ਕਰ ਲੈਂਦੇ ਨੇ ਕਿ ਨਹੀਂ ਇਹ ਤਾਂ ਆਪ ਪੰਜਾਬੀ ਬੋਲਦੇ ਨੇ। ਕਿਉਂਕਿ ਮੈਨੂੰ ਲੱਗਦਾ ਸਾਡੇ ਸਕੂਲਾਂ ਦੇ ਵਿੱਚ ਸਾਨੂੰ ਕਿਹਾ ਜਾਂਦਾ ਸੀਗਾ ਵੀ ਜੇ ਕਿਸੇ ਨੇ ਇੰਗਲਿਸ਼ ਨਹੀਂ ਬੋਲੀ ਤੁਹਾਨੂੰ ਫਾਈਨ ਪਏਗਾ, ਜਾਂ ਤੁਸੀਂ ਲਾਈਨ 'ਚ ਚੱਲਦੇ ਹੋਏ ਆਉਂਦੇ ਹੋਏ ਜੇ ਇੰਗਲਿਸ਼ 'ਚ ਗੱਲ ਨਹੀਂ ਕਰੋਗੇ ਤੁਹਾਨੂੰ ਕਲਾਸ ਦੇ ਬਾਹਰ ਖੜਾ ਕੀਤਾ ਜਾਏਗਾ। ਪਰ ਮੈਨੂੰ ਲੱਗਦਾ ਕਿ ਡਿਸਿਪਲਿਨ, ਅਨੁਸ਼ਾਸਨ ਜਿਹੜਾ ਹੈ ਜਾਂ ਜ਼ਿੰਦਗੀ ਦੇ ਜਿਹੜੇ ਮੇਨ ਸਿਧਾਂਤ ਨੇ ਉਹ ਸਿੱਖਣੇ ਜ਼ਰੂਰੀ ਨੇ, ਭਾਵੇਂ ਉਹ ਇੰਗਲਿਸ਼ ਦੇ ਹੋਣ ਅਤੇ ਭਾਵੇਂ ਉਹ ਪੰਜਾਬੀ ਦੇ ਹੋਣ। ਇਹ ਇੰਸਟੀਟਿਊਟਾਂ ਦਾ ਕਲਚਰ ਜ਼ਰੂਰ ਚੱਲ ਰਿਹਾ ਇਸ ਟਾਈਮ 'ਤੇ, ਪਰ ਮੈਂ ਬੱਚਿਆਂ ਨੂੰ ਬਹੁਤ ਸਟਰੋਂਗਲੀ ਐਡਵਾਈਸ ਕਰਦਾ ਕਿ ਭਾਸ਼ਾ ਨੂੰ ਸਿੱਖਣ ਲਈ ਪਿਆਰ ਕਰੋ। ਭਾਸ਼ਾ ਉਹਦਾ ਮਾਹੌਲ ਜਿਹੜਾ ਹੈਗਾ ਤੁਸੀਂ ਉਹ ਕੋਈ ਵੀ ਅਪਣਾ ਸਕਦੇ ਹੋ, ਚਾਹੇ ਤੁਸੀਂ ਹਿੰਦੀ ਕਰ ਰਹੇ ਹੋ ਚਾਹੇ ਤੁਸੀਂ ਪੰਜਾਬੀ ਕਰ ਰਹੇ ਹੋ, ਮਾਹੌਲ ਮੈਟਰ ਨਹੀਂ ਕਰਦਾ। ਬਸ ਤੁਹਾਨੂੰ ਭਾਸ਼ਾ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਸੀਂ ਸਿਰਫ ਉਸ ਟਾਈਮ 'ਤੇ ਵੀਜ਼ਾ ਅਫਸਰ ਨੂੰ ਇੱਕ ਗੱਲ ਦੀ ਇਹ ਸੰਤੁਸ਼ਟੀ ਦਿੰਦੇ ਹੋ ਕਿ ਜੇ ਕੋਈ ਇਨਸਾਨ ਤੁਹਾਡੇ ਨਾਲ ਸਿਰਫ ਇੰਗਲਿਸ਼ 'ਚ ਗੱਲ ਕਰਦਾ ਹੈ ਤਾਂ ਤੁਸੀਂ ਗੱਲ ਸਮਝ ਸਕਦੇ ਹੋ। ਤਾਂ ਇਸ ਚੀਜ਼ ਨੂੰ ਫੈਲਾ ਕੇ ਅਸੀਂ ਬਹੁਤ ਵੱਡੇ ਪੱਧਰ ਤੱਕ ਲੈ ਗਏ। ਗੱਲ ਬਹੁਤ ਛੋਟੀ ਹੈ ਕਿ ਤੁਹਾਡੇ ਆਪਣੇ ਪ੍ਰੋਫੈਸਰਸ, ਤੁਹਾਡੇ ਆਪਣੇ ਟੀਚਰਸ ਜਿਹੜੇ ਨੇ, ਜਦੋਂ ਤੁਹਾਨੂੰ ਕੋਈ ਅਸਾਈਨਮੈਂਟ ਇੰਗਲਿਸ਼ 'ਚ ਦੇਣ, ਜਦੋਂ ਕੋਈ ਵਰਕਲੋਡ ਇੰਗਲਿਸ਼ 'ਚ ਦੇਣ, ਤੁਸੀਂ ਆਪਣੀਆਂ ਫੀਲਿੰਗਸ ਉਹਨਾਂ ਨੂੰ ਸਮਝਾ ਸਕਦੇ ਹੋ ਅਤੇ ਉਹਨਾਂ ਦੀ ਗੱਲ ਨੂੰ ਸਮਝ ਸਕਦੇ ਹੋ। ਬਟ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਅਸੀਂ ਫੈਲਾ ਕੇ ਬਹੁਤ ਵੱਡੇ ਪੱਧਰ ਤੱਕ ਲੈ ਗਏ ਹਾਂ। ਅਸੀਂ ਤੁਰਦੇ ਫਿਰਦੇ ਹੁਣ ਵੈਲੀ ਉਹਨੂੰ ਕਰਨ ਲੱਗ ਗਏ ਜਿਹੜਾ ਇੰਗਲਿਸ਼ ਬੋਲਦਾ। ਬਟ ਮੈਨੂੰ ਲੱਗਦਾ ਇਹ ਬੜੀ ਨੈਗੇਟਿਵ ਮਾਨਸਿਕਤਾ, ਇਹ ਨਹੀਂ ਹੋਣੀ ਚਾਹੀਦੀ। ਅਸੀਂ ਇੱਕ ਭਾਸ਼ਾ ਨਾਲੋਂ ਕੱਟ ਹੋ ਕੇ ਮੈਨੂੰ ਲੱਗਦਾ ਕਿ ਉਨੀ ਗਰੋਥ ਨਹੀਂ ਕਰ ਸਕਦੇ ਜਿੰਨੀ ਅਸੀਂ ਸਾਨੂੰ ਦੋ ਭਾਸ਼ਾ ਦੇ ਉਚਾਰਨ ਆਉਣੇ ਚਾਹੀਦੇ ਨੇ। ਜੀ ਆਇਲਸ ਕੀ ਆ ਬੇਸਿਕਲੀ? ਮਤਲਬ ਸਿਰਫ ਇੱਕ ਲੈਂਗੁਏਜ 'ਚ ਪਰਫੈਕਟ ਹੋਣਾ ਆਇਲਸ ਆ, ਜਾਂ ਫਿਰ ਇਹਨੂੰ ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਲੋਕ ਇਹਨੂੰ PCS ਗ੍ਰੇਡ ਦਾ ਐਗਜ਼ਾਮ ਸਮਝ ਰਹੇ ਨੇ ਹੈ ਨਾ, ਕਿ ਲੋਕ ਰੀਡਿੰਗ ਬਾਰੇ ਗੱਲਾਂ ਕਰ ਰਹੇ ਹੁੰਦੇ ਨੇ ਲੋਕ, ਮਤਲਬ ਜਿਹੜੇ 4 ਮੋਡਿਊਲਸ ਨੇ ਉਹਨੂੰ ਇੰਨਾ ਵੱਡਾ ਸਮਝਦੇ ਨੇ। ਜਦ ਕਿ ਮੈਨੂੰ ਇਹ ਲੱਗਦਾ ਕਿ ਜਿਸ ਹਿਸਾਬ ਨਾਲ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਹਾਂ ਹੈ ਨਾ, ਮੰਨ ਲਓ ਜਿਵੇਂ ਤੁਸੀਂ ਗੱਲ ਕੀਤੀ ਕਿ ਮੈਂ ਗੁਰੂ ਨਾਨਕ ਫਾਊਂਡੇਸ਼ਨ 'ਚ ਪੜ੍ਹਿਆ ਹੈ ਨਾ, ਤਾਂ ਉੱਥੋਂ ਦੇ ਬੱਚੇ ਇੰਨੇ ਫਲੂਐਂਟਲੀ ਇੰਗਲਿਸ਼ ਬੋਲਦੇ ਆ, ਕਿਉਂਕਿ ਮੈਂ ਖੁਦ, ਮੇਰੀ ਬੇਟੀ ਉੱਥੇ ਪੜ੍ਹਦੀ ਹੈ ਨਾ। ਤਾਂ ਇਹੋ ਜਿਹੇ ਬੱਚਿਆਂ ਨੂੰ ਵੀ ਮਤਲਬ ਜ਼ਰੂਰੀ ਹੈ ਵੀ ਕਿਸੇ ਸੈਂਟਰ 'ਚ ਜਾਣਾ ਅਤੇ ਕੋਚਿੰਗ ਲੈਣੀ ਜ਼ਰੂਰੀ ਹੈ? ਵੇਖੋ ਮੈਂ ਮੰਨਦਾ ਜੀ, ਆਇਲਸ ਕੋਈ ਵੀ ਮਤਲਬ ਕੋਈ XYZ ਪੇਪਰ ਨਹੀਂ ਹੈਗਾ। ਮੈਂ ਮੰਨਦਾ ਆਇਲਸ ਤੁਹਾਡੀ ਹੁਣ ਤੱਕ ਦੀ ਐਜੂਕੇਸ਼ਨ 'ਚ ਤੁਸੀਂ ਕਿੰਨੀ ਭਾਸ਼ਾ ਸਿੱਖ ਚੁੱਕੇ ਹੋ ਆਲਰੇਡੀ, ਸਿਰਫ ਉਹਨੂੰ ਜੱਜ ਕਰਦਾ। ਤੁਸੀਂ ਜੇ ਗੱਲ ਕਰਦੇ ਹੋ ਰੀਡਿੰਗ ਦੀ, ਤਾਂ ਇੱਕ ਬੱਚਾ ਆਪਣੀ ਬਹੁਤ ਪ੍ਰਾਇਮਰੀ ਐਜੂਕੇਸ਼ਨ 'ਚ ਕੰਪਰੀਹੈਂਸ਼ਨਸ ਸ਼ੁਰੂ ਕਰ ਦਿੰਦਾ ਸੋਲਵ ਕਰਨੇ। ਤੁਸੀਂ ਗੱਲ ਕਰਦੇ ਹੋ ਲਿਸਨਿੰਗ ਦੀ, ਅਸੀਂ ਬਹੁਤ ਟਾਈਮ ਪਹਿਲਾਂ ਇੰਗਲਿਸ਼ ਮੂਵੀਜ਼ ਸੁਣਨੀਆਂ ਦੇਖਣੀਆਂ ਸ਼ੁਰੂ ਕਰ ਦਿੰਦੇ ਹਾਂ, ਨਿਊਜ਼ ਸੁਣਨੀਆਂ ਸ਼ੁਰੂ ਕਰ ਦਿੰਦੇ ਹਾਂ। ਤੁਸੀਂ ਗੱਲ ਕਰਦੇ ਹੋ ਸਪੀਕਿੰਗ ਦੀ, ਅਸੀਂ ਸਪੀਕਿੰਗ ਬਹੁਤ ਕਾਮਨ ਮੋਡਿਊਲ ਹੈ, ਅਸੀਂ ਆਪਣੇ ਕਿਸੇ ਦੋਸਤ ਨਾਲ, ਟੀਚਰਸ ਨਾਲ, ਜੇ ਅਸੀਂ ਮੇ ਆਈ ਕਮ ਇਨ ਵੀ ਕਹਿ ਰਹੇ ਹਾਂ ਤਾਂ ਉਹ ਵੀ ਸਪੀਕਿੰਗ ਮੋਡਿਊਲ ਦਾ ਪਾਰਟ ਹੈ। ਜੇ ਤੁਸੀਂ ਰਿਪੋਰਟ ਰਾਈਟਿੰਗ ਸਕੂਲਾਂ 'ਚ ਗੱਲ ਕਰੋ, ਮੈਸੇਜ ਰਾਈਟਿੰਗ ਦੀ ਗੱਲ ਕਰੋ, ਲੈਟਰ ਰਾਈਟਿੰਗ ਦੀ ਗੱਲ ਕਰੋ, ਉਹ ਆਲਰੇਡੀ ਰਾਈਟਿੰਗ ਮੋਡਿਊਲ ਹੈ। ਆਇਲਸ ਸਿਰਫ ਇਹਦੀ ਇੱਕ ਰਿਫਾਈਨਡ ਫਾਰਮ ਹੈ। ਉਹਨਾਂ ਸਾਰੇ ਸਕਿੱਲਸ ਨੂੰ ਜੋ ਤੁਸੀਂ ਹੁਣ ਤੱਕ ਆਪਣੀ +2 ਤੱਕ ਸਿੱਖੇ ਨੇ, ਆਇਲਸ ਉਹਨੂੰ ਸਿਰਫ ਜੱਜ ਕਰਦਾ ਹੈ।
ਮੈਨੂੰ ਲੱਗਦਾ ਕਿ ਆਇਲਸ ਨਾ ਤਾਂ ਕੋਈ ਡਿਪਲੋਮਾ ਹੈ ਨਾ ਕੋਈ ਡਿਗਰੀ ਹੈ, ਪਰ ਸਾਡੀ ਮਾਨਸਿਕਤਾ ਨੇ ਇਹਨੂੰ ਡਿਪਲੋਮਾ ਡਿਗਰੀ ਬਣਾ ਲਿਆ। ਸਾਨੂੰ ਲੱਗਣ ਲੱਗ ਗਿਆ ਕਿ ਅਸੀਂ ਕਈ ਵਾਰੀ ਸੁਣਦੇ ਹਾਂ, ਆਲੇ ਦੁਆਲੇ ਸਾਨੂੰ ਸੁਣਨ ਨੂੰ ਮਿਲਦਾ ਵੀ ਸਾਨੂੰ ਕੋਈ ਬੱਚਾ ਫੋਨ ਕਰੂਗਾ ਜਾਂ ਕੋਈ ਫੈਮਿਲੀ ਕਹੂਗੀ, ਜਿਵੇਂ ਘਰੇ ਗੱਲਬਾਤ ਚੱਲਦੀ ਰਹਿੰਦੀ ਹੈ ਵੀ ਫਲਾਣੇ ਦਾ ਵਿਆਹ ਹੋ ਗਿਆ ਤੇ ਕੁੜੀ ਦੇ 6.5 ਬੈਂਡ ਨੇ, ਉਹ ਇਹ ਨਹੀਂ ਦੱਸਣਗੇ ਕਿ ਉਹਦਾ ਨਾਮ ਕੀ ਹੈ, ਉਹ ਇਹ ਨਹੀਂ ਦੱਸਣਗੇ ਕਿਹੜੇ ਪਿੰਡ ਤੋਂ ਹੈ ਜਾਂ ਕਿੱਦਾਂ ਦੇ ਇਨਸਾਨ ਨੇ, ਕਿੱਦਾਂ ਦਾ ਪਰਿਵਾਰ ਹੈ, ਉਹ ਕਹਿਣਗੇ ਵੀ 6.5 ਬੈਂਡ ਨੇ ਜਾਂ 7 ਬੈਂਡ ਨੇ ਜਾਂ 6 ਬੈਂਡ ਨੇ। ਤਾਂ ਮੈਨੂੰ ਲੱਗਦਾ ਕਿ ਇਹਦੇ ਲਈ ਅਸੀਂ ਅਲਟੀਮੇਟਲੀ ਰਿਸਪੋਂਸੀਬਲ ਹਾਂ। ਆਇਲਸ ਸਿਰਫ ਇੱਕ ਤੁਹਾਡੇ ਕਾਮਨ ਸਕਿੱਲਸ ਨੂੰ ਜੱਜ ਕਰਦਾ ਹੈ। ਆਇਲਸ ਨਾ ਤਾਂ ਕੋਈ ਡਿਪਲੋਮਾ ਹੈ ਤੇ ਨਾ ਹੀ ਕੋਈ ਡਿਗਰੀ ਹੈ। ਇਹਦੇ 'ਚ ਜਿਹੜਾ ਵੀ ਬੱਚਾ ਆਪਣੀ 12th ਤੱਕ ਸਿਰਫ 50% ਸਿੰਸੀਅਰ ਹੋ ਕੇ ਪੜ੍ਹ ਸਕਦਾ, ਕਿਉਂਕਿ ਅਸੀਂ 5ਵੀਂ 7ਵੀਂ ਕਲਾਸ 'ਚ ਇੰਨੇ ਕੁ ਇੰਗਲਿਸ਼ ਦੇ ਸ਼ਬਦ ਸੁਣਨੇ ਸ਼ੁਰੂ ਕਰ ਦਿੰਦੇ ਹਾਂ। ਹੁਣ ਤੁਸੀਂ ਕਿਸੇ ਬੱਚੇ ਨੂੰ ਜੇ ਸ਼ਬਦ ਪੁੱਛੋਗੇ ਇੰਪੋਰਟੈਂਟ, ਪ੍ਰੋਬਲਮ ਜਾਂ ਤੁਸੀਂ ਗੁੱਡ, ਬੈਡ, ਰਿਚ, ਪੂਅਰ, ਉਹਨਾਂ ਨੂੰ ਮਤਲਬ ਪਤਾ ਨਹੀਂ। ਅਤੇ ਜੇ ਉਹਨਾਂ ਨੂੰ ਮਤਲਬ ਇਹਦੇ ਪਤਾ ਨਹੀਂ, ਦੈਟ ਮੀਨਸ ਕਿ ਉਹਨਾਂ ਨੂੰ ਆਇਲਸ ਆਉਂਦੀ ਹੈ। ਬਟ ਅਸੀਂ ਉਸ ਤੋਂ ਬਾਅਦ 12ਵੀਂ ਤੋਂ ਬਾਅਦ ਸੋਚਦੇ ਹਾਂ ਕਿ ਨਹੀਂ, ਆਇਲਸ ਇੱਕ ਹੋਰ ਚੀਜ਼ ਹੈ। ਇਹ ਸਿਰਫ ਤੁਹਾਡੇ ਬੇਸਿਕ ਸਕਿੱਲਸ ਨੂੰ ਜੱਜ ਕਰਦਾ ਹੈ, ਮੈਨੂੰ ਇਹ ਲੱਗਦਾ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਜਿਸ ਟਾਈਮ, ਹੈ ਨਾ, ਮੈਂ ਕਦੇ ਨਹੀਂ ਸੀ ਸੁਣਿਆ ਕਿ ਕਿਸੇ ਨੇ ਨਿਆਣੇ ਨੇ +2 ਕਰ ਲਈ, ਹੁਣ ਇਹਨੇ ਕਿਸੇ ਕਾਲਜ 'ਚ ਐਡਮਿਸ਼ਨ ਲੈਣੀ ਹੈ ਅਤੇ ਇਸ ਲਈ ਇਹਨੂੰ ਫਲਾਣੀ ਜਗ੍ਹਾ ਕੋਚਿੰਗ ਲਈ ਭੇਜਿਆ ਗਿਆ, ਹੈ ਨਾ। ਹੁਣ ਅਸੀਂ ਸੁਣਦੇ ਹੁੰਦੇ ਹਾਂ ਵੀ ਫਲਾਣਿਆਂ ਦੀ ਕੁੜੀ ਵਿੱਚ ਉਹਨਾਂ ਨੇ ਤਾਂ ਚੰਡੀਗੜ੍ਹ ਭੇਜੀ ਆਇਲਸ ਕਰਨ ਲਈ, ਹੈ ਨਾ, ਫਲਾਣੀ ਜਗ੍ਹਾ ਬੜਾ ਵਧੀਆ ਇੰਸਟੀਟਿਊਟ, ਕਹਿੰਦੇ ਰਹਿ ਚਾਹੇ ਅਸੀਂ ਖੰਨੇ ਰਹੇ ਹਾਂ, ਕਹਿੰਦੇ ਬਠਿੰਡੇ ਬਹੁਤ ਵਧੀਆ ਇੰਸਟੀਟਿਊਟ ਹੈ, ਉਹਨਾਂ ਨੇ ਉੱਥੇ ਭੇਜਿਆ, ਹੈ ਨਾ। ਤਾਂ ਮੈਨੂੰ ਲੱਗਦਾ ਸੱਚੀ ਅਸੀਂ ਬਹੁਤ ਵੱਡਾ ਕਰ ਲਿਆ ਇਸ ਚੀਜ਼। ਦੇਖੋ, ਇਹਦੇ ਮੈਨੂੰ ਲੱਗਦਾ ਕਿ ਇਹਦੇ 2 ਕਾਰਨ ਹੋ ਸਕਦੇ ਨੇ। ਇਹ ਵਿਊਅਰਸ ਡਿਸਾਈਡ ਕਰਨਗੇ ਕਿ ਉਹ ਕਿਸ ਕਾਰਨ ਦਾ ਟਾਰਗੇਟ ਹੋਏ ਨੇ। ਖੰਭਿਆਂ 'ਤੇ ਲੱਗੀਆਂ ਵੱਡੀਆਂ ਵੱਡੀਆਂ ਫਲੈਕਸਾਂ ਜਾਂ ਬਿਜਲੀ ਦੇ ਖੰਭਿਆਂ 'ਤੇ ਹੋਣ ਜਾਂ ਬੈਨਰਸ ਵੱਡੇ ਵੱਡੇ ਜਾਂ TV 'ਤੇ ਚੱਲ ਰਹੀਆਂ ਐਡਾਂ, ਕੀ ਇਹ ਇੱਕ ਕਾਰਨ ਹੈ? ਜਾਂ ਦੂਜਾ ਕਾਰਨ ਇਹ ਹੁੰਦਾ ਹੈ ਕਿ ਕਈ ਵਾਰੀ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਹੁਣ ਤੱਕ ਦੀਆਂ ਐਜੂਕੇਸ਼ਨ, ਸਾਡੇ ਸਿੱਖਿਆ ਮੰਤਰੀ ਲਾ ਲਓ ਜਾਂ ਕੋਈ ਵੀ ਬੰਦਾ ਮੰਨਦਾ ਇਸ ਚੀਜ਼ ਨੂੰ ਕਿ ਸਾਡੀ ਜਿਹੜਾ ਵਿੱਦਿਅਕ ਢਾਂਚਾ ਹੈ ਉਹ ਸੰਪੂਰਨ ਨਹੀਂ ਹੈ। ਅਤੇ ਜਦੋਂ ਕੋਈ ਢਾਂਚਾ ਸੰਪੂਰਨ ਨਹੀਂ ਹੈ ਤਾਂ ਉਹ 12ਵੀਂ ਕਲਾਸ ਤੱਕ ਤੁਹਾਨੂੰ ਓਨਾ ਐਜੂਕੇਟ ਨਹੀਂ ਕਰ ਸਕਦਾ ਜਿੰਨੇ ਤੁਸੀਂ ਹੋਣੇ ਚਾਹੀਦੇ ਸੀ। ਅਤੇ ਤੁਸੀਂ ਕਿਉਂਕਿ ਉਹਨਾਂ ਕਮੀਆਂ ਨੂੰ ਜਦੋਂ ਪੂਰਾ ਕਰਨਾ ਤਾਂ ਫਿਰ ਤੁਹਾਨੂੰ ਤਾਂ ਆਇਲਸ ਦੀ ਕੋਚਿੰਗ ਕਰਨੀ ਪੈਂਦੀ ਹੈ। ਬਟ ਜੇ ਤੁਸੀਂ 80% ਤੋਂ ਉੱਪਰ ਵਾਲੇ ਬੱਚੇ ਹੋ, ਪਰਸੈਂਟੇਜ ਦੇ ਵਿੱਚ ਤੁਹਾਡਾ ਸਕਿੱਲ ਜੱਜ ਕਰਨਾ ਮੈਨੂੰ ਲੱਗਦਾ ਚੰਗੀ ਗੱਲ ਨਹੀਂ ਹੋਏਗੀ। ਬਟ ਜੇ ਤੁਸੀਂ ਹੁਣ ਤੱਕ ਦੀ ਲਾਈਫ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਇੰਗਲਿਸ਼ 'ਚ ਕਮਿਊਨੀਕੇਸ਼ਨ ਰੱਖਿਆ, ਫਿਰ ਤੁਸੀਂ ਉਹਨਾਂ ਬੱਚਿਆਂ 'ਚ ਆਪਣੇ ਆਪ ਨੂੰ ਇਨਕਲੂਡ ਨਾ ਕਰੋ ਜਿਨ੍ਹਾਂ ਨੂੰ ਕੋਚਿੰਗ ਲੈਣੀ ਪੈਂਦੀ ਹੈ। ਅਸੀਂ ਸਿਰਫ ਉਹਨਾਂ ਬੱਚਿਆਂ ਦੀ ਗੱਲ ਕਰਦੇ ਹਾਂ। ਜਿਵੇਂ ਅਸੀਂ ਸਪੋਰਟਸ 'ਚ ਹਾਂ, ਤਾਂ ਜੇ ਸਪੋਰਟਸ ਦੇ ਵਿੱਚ ਸਾਡੇ 'ਚ ਪਹਿਲਾਂ ਕੋਈ ਕਮੀ ਹੈ ਤਾਂ ਚੰਗਾ ਸਪੋਰਟਸਮੈਨ ਤਾਂ ਬਾਅਦ 'ਚ ਬਣਾਂਗੇ, ਪਹਿਲਾਂ ਉਹ ਕਮੀ ਕੱਢ ਲਈਏ, ਚਾਹੇ ਉਹ ਫਿਜ਼ੀਕਲ ਕਮੀ ਹੈ ਚਾਹੇ ਮੈਂਟਲ ਕਮੀ ਹੈ। ਤਾਂ ਮੈਨੂੰ ਲੱਗਦਾ ਕਿ ਆਇਲਸ ਦੇ ਲਈ ਕੋਚਿੰਗ ਦੀ ਉਹਨਾਂ ਬੱਚਿਆਂ ਨੂੰ ਜ਼ਿਆਦਾ ਜ਼ਰੂਰਤ ਹੈ ਜਿਹੜੇ ਖਾਸ ਤੌਰ 'ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡਸ ਤੋਂ ਪੜ੍ਹੇ ਨੇ, ਓਪਨ ਸਕੂਲ ਬੋਰਡ ਤੋਂ ਪੜ੍ਹੇ ਨੇ, ਕਿ ਜਿਨ੍ਹਾਂ ਦੀ ਪੜ੍ਹਾਈ ਦੇ ਉੱਤੇ ਉਹ ਕੰਮ ਨਹੀਂ ਹੋਇਆ। ਲੈਟਸ ਮੰਨ ਕੇ ਚਲੋ ਅਸੀਂ ਅਸਿਊਮ ਕਰ ਲੈਂਦੇ ਹਾਂ ਕਿ ਜੀ ਅਸੀਂ ਅੱਜ ਗੱਡੀ ਸੈਕਿੰਡ ਹੈਂਡ ਬਾਏ ਕਰ ਲਈ। ਹੁਣ ਸੈਕਿੰਡ ਹੈਂਡ ਗੱਡੀ ਜਦੋਂ ਅਸੀਂ ਬਾਏ ਕੀਤੀ, ਉਹਦੇ ਪੁਰਾਣੇ ਓਨਰ ਨੇ ਉਹਦੀ ਸਰਵਿਸ ਨਹੀਂ ਸੀ ਕਰਾਈ। ਹੁਣ ਅਸੀਂ ਕੀ ਕਰਾਂਗੇ? ਗੱਡੀ ਲੈਣ ਸਾਰ ਪਹਿਲਾਂ ਉਹਦੀ ਸਰਵਿਸ ਕਰਾਵਾਂਗੇ। ਪਰ ਜੇ ਤੁਹਾਡੇ ਕੋਲ ਗੱਡੀ ਬ੍ਰਾਂਡ ਨਿਊ ਹੈ ਤਾਂ ਫਿਰ ਤੁਸੀਂ ਉਹਦੇ ਨਾਲ ਪੈਰਲਲ ਨਹੀਂ ਨਾ ਸਰਵਿਸ ਸਟੇਸ਼ਨ 'ਤੇ ਜਾ ਸਕਦੇ। ਜੇ ਤੁਸੀਂ ਆਪਣੇ ਬੱਚੇ ਦੀ ਐਜੂਕੇਸ਼ਨ 'ਤੇ ਚੰਗਾ ਖਰਚ ਕੀਤਾ, ਖਰਚ ਕਰਨ ਤੋਂ ਭਾਵ ਹੈ ਆਪਣਾ ਸਮਾਂ ਖਰਚ ਕੀਤਾ, ਕਿਉਂਕਿ ਬੱਚਾ ਸਰਕਾਰੀ ਸਕੂਲ ਦਾ ਵੀ ਚੰਗੀ ਇੰਗਲਿਸ਼ ਅੱਜ ਦੇ ਟਾਈਮ 'ਚ ਬੋਲਦਾ। ਸਾਡੇ ਕੋਲ ਬਹੁਤ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚੇ ਨੇ ਜਿਹੜੇ ICSE ਵਾਲੇ ਬੱਚਿਆਂ ਤੋਂ ਬਹੁਤ ਚੰਗੀ। ਕਿ ਜੇ ਤੁਸੀਂ ਆਪਣਾ ਆਪ ਆਪਣੇ ਬੱਚੇ 'ਤੇ ਖਰਚ ਕੀਤਾ, ਤੁਸੀਂ ਉਹਦੀ ਐਜੂਕੇਸ਼ਨ 'ਚ ਇਨਵੋਲਵ ਰਹੇ ਹੋ, ਤਾਂ ਮੈਨੂੰ ਲੱਗਦਾ ਕਿ ਤੁਹਾਡੀ ਦੌੜ ਉਹਨਾਂ ਬੱਚਿਆਂ ਨਾਲੋਂ ਲੱਗ ਹੈ ਜਿਨ੍ਹਾਂ ਦੀ ਪੜ੍ਹਾਈ 'ਤੇ ਕੰਮ ਨਹੀਂ ਹੋਇਆ। ਅਤੇ ਜੇ ਤੁਹਾਡੇ ਬੱਚੇ ਦੀ ਪੜ੍ਹਾਈ 'ਤੇ ਕੰਮ ਨਹੀਂ ਹੋਇਆ ਤਾਂ ਹੀ ਤੁਹਾਨੂੰ ਇੰਸਟੀਟਿਊਟਾਂ ਦਾ ਸਹਾਰਾ ਲੈਣ ਦੀ ਲੋੜ ਹੈ। ਅਤੇ ਤੁਸੀਂ ਐਡਵਰਟਾਈਜ਼ਮੈਂਟਸ ਦਾ, ਮਸ਼ਹੂਰੀਆਂ ਦਾ TV 'ਤੇ ਚਾਹੇ ਚੱਲ ਰਹੀਆਂ ਨੇ, ਚਾਹੇ ਉਹ ਬੋਰਡ 'ਤੇ ਲੱਗੀਆਂ ਨੇ, ਕਿਉਂਕਿ ਬੋਰਡ ਦੇ ਉੱਤੇ ਜਿਹੜੀ ਮਸ਼ਹੂਰੀ ਲੱਗੀ ਹੈ ਨਾ ਜੀ TV ਦੇ ਉੱਤੇ, ਉਹ ਪੈਸੇ ਲੈ ਕੇ ਹੀ ਆਉਣੀ ਹੈ ਅਤੇ ਉਹ ਤੁਹਾਨੂੰ ਟਾਰਗੇਟ ਕਰਨ ਲਈ ਬਣਾਈ ਗਈ ਹੈ। ਤੁਹਾਡੇ ਲਈ ਸ਼ਾਇਦ ਆਇਲਸ ਉਨੀ ਔਖੀ ਨਹੀਂ ਹੈ ਜਿੰਨੀ ਨੋਰਮਲ ਬੱਚੇ ਲਈ ਹੈ। ਸੋ ਤੁਹਾਡੇ ਬੱਚੇ ਨੂੰ ਇਹ ਡਿਸਾਈਡ ਕਰਨ ਦਿੱਤਾ ਜਾਵੇ ਅਤੇ ਕਿ ਇਹ ਆਇਲਸ, ਇਹਨੂੰ ਕਿੰਨਾ ਕੁ ਸਮਾਂ ਆਇਲਸ 'ਤੇ ਲਾਉਣਾ ਚਾਹੀਦਾ। ਜੀ, ਅਖੀਰੀ ਸਵਾਲ ਮੈਂ ਬਿਲਕੁਲ ਤੁਹਾਡੀ ਜ਼ਿੰਦਗੀ 'ਤੇ ਆਉਂਦੀ ਹੈ ਨਾ। ਇੱਕ ਬੱਚੇ ਉਹਨੇ ਵੀ ਚਲੋ ਕਿਸੇ ਵੀ ਜਗ੍ਹਾ ਨਹੀਂ ਸਫਲਤਾ ਮਿਲੀ, ਤੁਹਾਨੂੰ ਸਰਕਾਰੀ ਜਾਂ ਪ੍ਰਾਈਵੇਟ ਕੋਈ ਨੌਕਰੀ ਨਹੀਂ ਮਿਲੀ, ਚਲੋ ਤੁਸੀਂ ਆਇਲਸ ਕਰ ਲਏ ਤੇ ਬਾਹਰ ਚਲੇ ਗਏ, ਹੈ ਨਾ। ਇੱਕ ਬੱਚੇ ਉਹ ਨੇ ਕਿ ਜਿਨ੍ਹਾਂ ਨੂੰ ਆਇਲਸ 'ਚ ਵੀ ਸਫਲਤਾ ਨਹੀਂ ਮਿਲੀ, ਹੈ ਨਾ, ਜਿਹੜੇ ਮੈਂ ਤੁਹਾਨੂੰ ਥੱਲੇ ਕਮੈਂਟਸ ਵਾਲੀ ਗੱਲ ਕਰ ਰਹੀ ਹਾਂ, ਹੈ ਨਾ। ਤੁਸੀਂ ਉਹਨਾਂ ਦੋਨਾਂ ਬੱਚਿਆਂ 'ਚ ਹੀ ਮੈਨੂੰ ਲੱਗ ਰਿਹਾ ਹੋ ਕਿ ਘੁੰਮ ਫਿਰ ਰਹੇ ਹੋ, ਹੈ ਨਾ। 4 ਸਾਲ ਤੁਸੀਂ ਇਸ ਸੈਂਟਰ ਨੂੰ ਦਿੱਤੇ ਨੇ, ਹੈ ਨਾ, ਆਲਮੋਸਟ 4 ਤੋਂ 5 ਸਾਲ। ਹਾਂਜੀ। ਅਤੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਬਾਹਰਲੇ ਮੁਲਕਾਂ ਦੇ ਕੰਪੈਰੇਟਿਵਲੀ ਜੇ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਇੰਡੀਆ 'ਚ
ज़्यादा वधिया तरीके नाल सैट कर सकते हो ना। ये 4 साल का स्ट्रगल किवें दा सीगा कि ये लोकां लई उदाहरण बन सकदा कि हाँ तुसीं पंजाब च रह के इस मुल्क च रह के वधिया बिजनेस कर सकते हो? ਵੇਖੋ ਮੈਂ ਆਪਣੇ ਫਾਦਰ ਤੋਂ ਇੱਕ ਗੱਲ ਸਿੱਖੀ ਹੈ, ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਕਿ ਜਿੰਨਾ ਡੂੰਘਾ ਬੀਜੋਗੇ ਓਨਾ ਵਧੀਆ ਉੱਗੇਗਾ। ਮੈਨੂੰ ਲੱਗਦਾ ਕਿ ਕਾਮਯਾਬੀ ਜਿਹੜੀ ਹੈ ਨਾ, ਕਿਉਂਕਿ ਕਾਮਯਾਬੀ ਲਈ ਮਾਇਨੇ ਨਹੀਂ ਰੱਖਦਾ ਕਿ ਉਹ ਕੈਨੇਡਾ ਹੈ ਅਤੇ ਕਾਮਯਾਬੀ ਲਈ ਮਾਇਨੇ ਨਹੀਂ ਰੱਖਦਾ ਕਿ ਉਹ ਇੰਡੀਆ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਮੇਂ ਤੋਂ ਪਹਿਲਾਂ ਕਾਮਯਾਬ ਹੁੰਦੇ ਹੋ, ਮੈਂ ਆਪਣੀ ਸਟੇਟਮੈਂਟ ਨੂੰ ਸਹੀ ਕਰ ਦੇਵਾਂਗਾ, ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਮੇਂ ਤੋਂ ਪਹਿਲਾਂ ਅਤੇ ਸੌਖੇ ਤਰੀਕੇ ਨਾਲ ਕਾਮਯਾਬ ਹੋਵੋ ਤਾਂ ਹੋ ਸਕਦਾ ਤੁਹਾਡੇ ਲਈ ਕੈਨੇਡਾ ਆਸਟ੍ਰੇਲੀਆ ਅੱਜ ਦੇ ਸਮੇਂ 'ਚ ਚੰਗਾ ਆਪਸ਼ਨ ਹੈ। ਪਰ ਮੇਰੀ ਮਾਨਸਿਕਤਾ ਜਾਂ ਮੇਰੀ ਸੋਚ ਬਿਲਕੁਲ ਵੀ ਇਹ ਨਹੀਂ ਦਰਸਾਉਂਦੀ ਵੀ ਇੰਡੀਆ ਦੇ ਵਿੱਚ ਕਾਮਯਾਬੀ ਨਹੀਂ। ਜਿਹੜੇ ਇੰਸਟੀਟਿਊਟਸ, ਜਿਹੜੇ ਕੰਸਲਟੈਂਟਸ ਤੁਹਾਨੂੰ ਬਾਹਰ ਭੇਜ ਰਹੇ ਨੇ ਉਹ ਕੰਮ ਕਿੱਥੋਂ ਕਰਦੇ ਨੇ? ਉਹ ਇੰਡੀਆ ਤੋਂ ਕੰਮ ਕਰਦੇ ਨੇ। ਮੈਨੂੰ ਲੱਗਦਾ ਕਿ ਸਾਨੂੰ ਸਾਡੀ ਐਜੂਕੇਸ਼ਨ ਦੇ ਵਿੱਚ ਜਾਂ ਸਾਡੇ ਮਾਂ ਪਿਓ ਨੂੰ ਵੀ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਉਹਨਾਂ ਦਾ ਟੈਲੈਂਟ ਪਹਿਚਾਨਣ ਦੇ ਵਿੱਚ। ਜੇ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਜਦੋਂ ਅਸੀਂ ਆਪਣੇ ਮਾਂ ਪਿਓ ਦੇ ਕੋਲ ਰਹਿੰਦੇ ਹਾਂ, ਆਪਣੇ ਪਰਿਵਾਰ 'ਚ ਰਹਿੰਦੇ ਹਾਂ, ਆਪਣੇ ਦੋਸਤਾਂ 'ਚ ਰਹਿੰਦੇ ਹਾਂ, ਮੈਨੂੰ ਲੱਗਦਾ ਉਸ ਜਗ੍ਹਾ 'ਤੇ ਵੀ ਅਸੀਂ ਬਹੁਤ ਚੰਗੇ ਲੈਵਲ 'ਤੇ ਕੰਮ ਕਰ ਸਕਦੇ ਹਾਂ ਜੇ ਸਾਡੇ ਕੋਲ ਟੈਲੈਂਟ ਹੈ। 90% ਬੱਚਾ ਅੱਜ ਦੇ ਟਾਈਮ 'ਚ ਆਪਣਾ ਟੈਲੈਂਟ ਕੰਸੀਡਰ ਨਹੀਂ ਕਰਦਾ, ਉਹਨੂੰ ਅਹਿਮੀਅਤ ਨਹੀਂ ਦਿੰਦਾ। ਭਾਵੇਂ ਕਿਸੇ ਬੱਚੇ ਦਾ ਟੈਲੈਂਟ 90% ਹੈ ਅਤੇ ਭਾਵੇਂ ਕਿਸੇ ਬੱਚੇ ਦਾ ਟੈਲੈਂਟ 60% ਹੈ। ਅੱਜ ਦੇ ਟਾਈਮ 'ਚ 90% ਬੱਚੇ ਨੇ ਜਿਹੜੇ ਉਹ ਆਪਣੇ ਆਪ ਨੂੰ ਇੱਕੋ ਤੱਕੜੀ 'ਚ ਤੋਲਦੇ ਨੇ ਕਿ ਭਾਵੇਂ ਤੁਸੀਂ CBSE ਹੋ, ਭਾਵੇਂ ਪੰਜਾਬ ਬੋਰਡ ਹੋ, ਭਾਵੇਂ 90%, ਭਾਵੇਂ 60%, ਭਾਵੇਂ ਮੈਡੀਕਲ, ਭਾਵੇਂ ਆਰਟਸ, ਆਪਾਂ ਜਾਣਾ ਹੀ ਬਾਹਰ ਹੈ। ਪਰ ਮੈਨੂੰ ਲੱਗਦਾ ਕਿ ਤੁਹਾਨੂੰ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਵੇਖ ਕੇ ਇਹ ਡਿਸਾਈਡ ਕਰਨਾ ਚਾਹੀਦਾ ਕਿ ਤੁਹਾਡਾ ਕਰੀਅਰ ਕੀ ਹੋਣਾ ਚਾਹੀਦਾ ਹੈ। ਮੇਰੀ ਫੈਮਿਲੀ ਦੀ ਕੰਡੀਸ਼ਨ ਦੇ ਅਕੋਰਡਿੰਗ ਮੈਂ ਕੋਸ਼ਿਸ਼ ਕੀਤੀ ਮੈਂ ਬੈਸਟ ਡਿਸੀਜ਼ਨ ਲੈ ਸਕਾਂ। ਮੇਰੇ ਬ੍ਰਦਰ ਨੇ ਉਸ ਟਾਈਮ 'ਤੇ ਆਪਣੀ ਸਿਚੁਏਸ਼ਨ ਦੇਖ ਕੇ ਡਿਸੀਜ਼ਨ ਲਿਆ ਕਿ ਉਹਦੇ ਲਈ ਕੀ ਬੈਸਟ ਹੈ। ਮੈਨੂੰ ਲੱਗਦਾ ਕਿ ਸਾਨੂੰ ਭੇਡ ਚਾਲ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਬਹੁਤ ਸਾਰੇ ਬੱਚੇ ਕੈਨੇਡਾ ਦੇ ਵਿੱਚ ਵੀ ਐਸੇ ਨੇ ਜਿਹੜੇ ਹੋ ਸਕਦਾ ਜੇ ਇੰਡੀਆ 'ਚ ਹੁੰਦੇ ਤਾਂ ਇਸ ਤੋਂ ਵੱਡੀ ਕਾਮਯਾਬੀ ਲੈ ਜਾਂਦੇ, ਅਤੇ ਬਹੁਤ ਸਾਰੇ ਐਸੇ ਵੀ ਨੇ ਜੇ ਅੱਜ ਉਹ ਕੈਨੇਡਾ ਨਾ ਜਾਂਦੇ ਤਾਂ ਇੱਥੇ ਉਹ ਨਾ ਕੁਛ ਚੰਗਾ ਕਰ ਪਾਉਂਦੇ। ਮੈਨੂੰ ਲੱਗਦਾ ਸਾਨੂੰ ਸਾਡੇ ਪਰਿਵਾਰ ਦਾ ਮਾਹੌਲ, ਸਾਡਾ ਸੁਭਾਅ, ਸਾਡੀ ਮੋਟੀਵੇਸ਼ਨ, ਚਾਹੇ ਉਹ ਕਿਸੇ ਵੀ ਪ੍ਰਕਾਰ 'ਚ ਹੋਵੇ, ਸਾਡੀ ਕਿਸੇ ਕੰਮ ਦੇ ਪ੍ਰਤੀ ਸਮਝ ਹੋਵੇ, ਚਾਹੇ ਸਾਡੇ ਪਰਿਵਾਰ ਦੀ ਸਾਨੂੰ ਸਪੋਰਟ ਕਿੰਨੀ ਹੈ, ਚਾਹੇ ਸਾਡੀ ਆਰਥਿਕ ਸਥਿਤੀ ਕੀ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਹੀ ਇਹਦਾ ਡਿਸੀਜ਼ਨ ਲੈਣਾ ਚਾਹੀਦਾ। ਮੈਨੂੰ ਲੱਗਦਾ ਕਿ ਜੇ ਤੁਹਾਡੇ 'ਚ ਸਾਰੀਆਂ ਚੀਜ਼ਾਂ ਦਾ ਫੈਕਟਰ ਹੈ ਤਾਂ ਤੁਸੀਂ ਇੰਡੀਆ ਕੀ ਪਾਕਿਸਤਾਨ ਦੇ ਵਿੱਚ ਵੀ ਮੈਨੂੰ ਲੱਗਦਾ ਜੇ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਆਪਣੀ ਸਕਸੈਸ ਨੂੰ ਡਿਸਕਵਰ ਕਰ ਸਕਦੇ ਹੋ। ਹੁਣ ਜਿਵੇਂ ਜਦੋਂ ਸਾਡੇ ਘਰਦਿਆਂ ਨੂੰ ਇਸ ਚੀਜ਼ ਦਾ ਆਪਸ਼ਨ ਬਹੁਤ ਘੱਟ ਸੀਗਾ ਕਿ ਉਹ ਬਾਹਰ ਨਹੀਂ ਜਾ ਸਕਦੇ ਤਾਂ ਉਦੋਂ ਵੀ ਉਹਨਾਂ ਨੇ ਜੋਬਸ ਲਈਆਂ, ਜਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਸੀ ਕਿ ਇਹ ਤੋਂ ਬਿਨਾਂ ਕੋਈ ਆਪਸ਼ਨ ਹੈ ਹੀ ਨਹੀਂ ਤਾਂ ਉਦੋਂ ਵੀ ਉਹਨਾਂ ਲੋਕਾਂ ਨੇ ਜੋਬਸ ਲਈਆਂ। ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ ਬਹੁਤ ਵਾਈਡ ਹੈ, ਇਹਦਾ ਕੰਟੈਂਟ ਬਹੁਤ ਵਾਈਡ ਹੈ। ਸਾਨੂੰ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਕਿ ਸਾਡੇ ਲਈ ਬਿਹਤਰ ਕੀ ਹੈ। ਸਾਡੀ ਪ੍ਰੋਬਲਮ ਹੈ, ਅਸੀਂ ਸੋਚ ਲੈਂਦੇ ਫਲਾਣਾ ਬਾਹਰ ਗਿਆ, ਉਹ ਗੁਆਂਢੀ ਚਲਾ ਗਿਆ, ਕਿਹੜੇ ਕਾਲਜ, ਇਹ ਤਾਂ ਕੈਨੇਡਾ ਦਾ ਪ੍ਰੋਬਲਮ ਹੈ। ਕਾਲਜ ਵੀ ਉਹਦੇ 'ਚ ਹੀ ਜਾਂਦੇ ਨੇ ਜਿਹਦੇ 'ਚ ਗੁਆਂਢੀ ਗਿਆ ਹੁੰਦਾ। ਤੁਸੀਂ ਤਾਂ ਕੈਨੇਡਾ ਦੀ ਜਾਂ ਕਾਲਜ ਦੀ ਗੱਲ, ਸਾਡੀ ਪ੍ਰੋਬਲਮ ਤਾਂ ਇਹ ਹੈ ਵੀ ਜੇ ਸਾਨੂੰ ਪਤਾ ਲੱਗ ਜੇ ਕਿ ਪਿੰਡ 'ਚੋਂ ਕਿਸੇ ਨੇ ਦੁੱਧ ਦੀ ਡੇਅਰੀ ਪਾ ਲਈ ਹੈ ਨਾ ਸ਼ਹਿਰ 'ਤੇ ਸਕਸੈਸਫੁਲ ਆ, ਅਤੇ ਸਾਡਾ ਸੈਕਿੰਡ ਹੀ ਇਹੀ ਮਤਲਬ ਦਿਮਾਗ 'ਚ ਹੋ ਜਾਂਦਾ ਵੀ ਅਸੀਂ ਕਿਵੇਂ ਇਹਦੇ 'ਚ 90% ਬੱਚੇ ਐ। ਹੁਣ ਤੁਸੀਂ ਮੇਰਾ ਯਕੀਨ ਮੰਨੋ, ਮੇਰੇ ਕੋਲ ਇਸ ਟਾਈਮ ਘੱਟੋ ਘੱਟ ਵੀ 100 ਤੋਂ, ਕਿਉਂਕਿ ਵੈਸੇ ਵੀ ਕੋਵਿਡ ਈਅਰ ਦੇ ਕਰਕੇ ਰਿਜ਼ਲਟ ਬਹੁਤ ਅੱਛਾ ਆਇਆ ਐਤਕੀ ਬੱਚਿਆਂ ਦਾ। ਸਾਡੇ ਕੋਲ 100 ਤੋਂ ਉੱਤੇ ਪ੍ਰੋਫਾਈਲ ਐਸੀ ਹੈ ਜਿਨ੍ਹਾਂ ਦੇ 92 94 ਨੇ। ਤੁਸੀਂ ਸਮਝੋ ਵੀ ਕਿੰਨਾ ਟੈਲੈਂਟ ਹੈ ਇਹ। ਠੀਕ ਹੈ ਜੀ, ਇੰਨਾ ਟੈਲੈਂਟ ਵਾਈਪ ਆਊਟ ਹੋ ਰਿਹਾ ਇੱਕ ਦੇਸ਼ ਦੇ ਵਿੱਚੋਂ, ਅਤੇ ਜੇ ਮੇਰੇ ਕੋਲ ਇਹ 100 ਫਾਈਲ ਹੋਊਗੀ ਘੱਟੋ ਘੱਟ ਇਹ, ਅਤੇ ਤੁਸੀਂ ਮੰਨ ਕੇ ਚੱਲੋ ਕਿ ਬਾਕੀ ਕੰਸਲਟੈਂਟਸ ਕੋਲ ਕਿੰਨੀਆਂ ਫਾਈਲਾਂ ਹੋਣਗੀਆਂ। ਅਤੇ ਜਿਹੜੇ ਸਾਡੇ ਦੇਸ਼ ਦੇ ਅੱਗੇ ਜਾ ਕੇ ਟੈਕਸ ਪੇਅਰ ਬੰਨੇ ਨੇ, ਜਿਹੜੇ ਸਾਡੇ ਜ਼ਿੰਮੇਵਾਰ ਨਾਗਰਿਕ ਨੇ, ਜਿਹੜੇ ਬੱਚਿਆਂ ਨੇ ਵੱਡੇ ਵੱਡੇ ਅਹੁਦੇ ਵੀ ਲੈਣੇ ਨੇ, ਬਿਜ਼ਨਸ ਵੀ ਰਨ ਕਰਨੇ ਨੇ, ਠੀਕ ਹੈ, ਉਹ ਬੱਚੇ ਇੱਥੇ ਇੱਕ ਟਰਾਈ ਕੀਤੇ ਬਿਨਾਂ ਹੀ ਮਤਲਬ ਇਸ ਚੀਜ਼ ਵੱਲ ਵੀ ਝੁਕਾਵ ਰੱਖਦੇ ਨੇ। ਤਾਂ ਇਹ ਦੋਏ ਪਾਸੇ ਦੀ ਚੀਜ਼ ਲਾਗੂ ਹੁੰਦੀ ਹੈ। ਸਾਨੂੰ ਸਾਡੀ ਪਰਿਵਾਰਕ ਲੋੜ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ। ਹੁਣ ਸਾਡੇ ਕੋਲ ਬਹੁਤ ਸਾਰੇ ਐਸੇ ਬੱਚੇ ਨੇ ਜਿਨ੍ਹਾਂ ਦੀ ਐਜੂਕੇਸ਼ਨ ਬਹੁਤ ਚੰਗੀ ਹੈ ਪਰ ਪੈਸਾ ਵੀ ਨਹੀਂ ਹੈਗਾ ਅਤੇ ਬਾਹਰ ਵੀ ਜਾਣਾ, ਅਤੇ ਇੰਨੇ ਪੁੱਠੇ ਸਿੱਧੇ ਰਾਹਾਂ ਦੇ ਵਿੱਚੋਂ ਬੱਚਾ ਗੋ ਥਰੂ ਕਰਾ ਕੇ ਅਤੇ ਉਹਨਾਂ ਨੇ ਬੱਚਾ ਬਾਹਰ ਭੇਜਣਾ, ਫਾਲਸ ਪ੍ਰੋਮਿਸਿਸ ਐਂਡ ਆਲ। ਮੈਨੂੰ ਲੱਗਦਾ ਕਿ ਸਾਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ। ਬੱਚੇ ਦੀ ਜ਼ਿੰਦਗੀ ਇੱਥੇ ਵੀ ਉਨੀ ਕਾਮਯਾਬ ਹੋ ਸਕਦੀ ਹੈ ਜਿੰਨੀ ਉੱਥੇ ਹੈ। ਇਹਦੇ 'ਚ ਸਾਨੂੰ ਧਿਆਨ ਰੱਖਣਾ ਚਾਹੀਦਾ ਅਤੇ ਬੱਚਿਆਂ ਨੂੰ ਆਪਣੀ ਪਰਿਵਾਰਕ ਕੰਡੀਸ਼ਨ ਜਾਂ ਹਾਲਾਤ ਨੂੰ ਬਹੁਤ ਅਹਿਮੀਅਤ ਦੇਣੀ ਚਾਹੀਦੀ ਹੈ। ਮੈਨੂੰ ਇਹ ਲੱਗਦਾ। ਆਪਣੀ ਇਸ ਸਫ਼ਰ ਤੋਂ ਖੁਸ਼ ਹੋ ਤੁਸੀਂ? ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਇਹ ਤਾਂ ਨਹੀਂ ਕਿ 10 ਸਾਲ ਬਾਅਦ ਕਿਸੇ ਕਜ਼ਨ ਨੂੰ ਦੇਖ ਕੇ ਮਨ 'ਚ ਫਿਰ ਮਤਲਬ ਇੱਕ ਪਛਤਾਵਾ ਹੋ ਜਾਏਗਾ ਕਿ ਨਹੀਂ ਮੈਂ ਚਲਾ ਹੀ ਜਾਂਦਾ? ਨਹੀਂ, ਮੇਰਾ ਸਿਰਫ ਇੱਕ ਟਾਰਗੇਟ ਹੈ ਕਿ ਮੈਂ ਇਹ ਚਾਹੁੰਦਾ ਵੀ ਮੈਂ ਆਪਣੇ ਪਰਿਵਾਰ ਨਾਲ ਰਵਾਂ।
ਮੇਰੀ ਅਚੀਵਮੈਂਟ ਇਹ ਹੈ। ਜੇ ਅੱਜ ਕੋਈ ਬੰਦਾ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਮੇਰੇ ਤੋਂ 2 ਗੁਣਾ ਵੱਧ ਪੈਸੇ ਕਮਾ ਰਿਹਾ, ਪਰ ਮੈਂ ਇਹ ਜਿਹੜਾ ਡਬਲ ਪੈਸਾ ਕਮਾਉਣ ਦਾ ਫੈਕਟ ਹੈ, ਮੈਂ ਇਹ ਸੋਚ ਕੇ ਕੰਪਰੋਮਾਈਜ਼ ਕਰ ਸਕਦਾ ਕਿ ਮੈਂ ਆਪਣੀ ਫੈਮਿਲੀ 'ਚ ਰਹਿਣਾ। ਅਤੇ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੇਗੀ ਕਿ ਮੈਂ ਆਪਣੇ ਪਰਿਵਾਰ 'ਚ ਰਹਾਂ। ਮੈਨੂੰ ਨਹੀਂ ਲੱਗਦਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਐਸੀ ਐਕਟੀਵਿਟੀ ਦੇ ਪ੍ਰਤੀ ਝੁਕਾਅ ਰੱਖਦਾ। ਬਿਜ਼ਨਸ ਪੁਆਇੰਟ ਆਫ ਵਿਊ ਨਾਲ ਜਾਂ ਵਪਾਰਕ ਜਾਂ ਘੁੰਮਣ ਫਿਰਨ ਪੁਆਇੰਟ ਆਫ ਵਿਊ ਨਾਲ, ਜੇ ਮੈਨੂੰ ਲੱਗਦਾ ਕਿ ਮੇਰੇ ਕੋਲ ਕੋਈ ਅਪੋਰਚੁਨਿਟੀ, ਜੇ ਮੈਨੂੰ ਲੱਗਦਾ ਕਿ ਤਾਮਿਲਨਾਡੂ ਜਾ ਕੇ ਮੇਰੇ ਕੋਲ ਅਪੋਰਚੁਨਿਟੀ ਆਉਂਦੀ ਹੈ ਮੇਰੇ ਬਿਜ਼ਨਸ ਨੂੰ ਜੋ ਵਧਾ ਸਕਦੀ ਹੈ, ਤਾਂ ਮੈਨੂੰ ਜਾਣਾ ਚਾਹੀਦਾ। ਅਤੇ ਸੇਮ ਜੇ ਕੈਨੇਡਾ ਜਾਂ ਆਸਟ੍ਰੇਲੀਆ 'ਚ ਹਫ਼ਤਾ 10 ਦਿਨ ਜਾਂ 2 ਹਫ਼ਤੇ ਜਾ ਕੇ ਸਾਨੂੰ ਲੱਗਦਾ ਕਿ ਸਾਡੇ ਕੋਲ ਅਪੋਰਚੁਨਿਟੀ ਵੱਧਦੀ ਹੈ, ਤਾਂ ਸਾਨੂੰ ਵਧਾਉਣੀ ਚਾਹੀਦੀ ਹੈ। ਬਟ ਇਨ ਟੋਟਲ ਮੈਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਾਂ, ਚੰਗਾ ਕਰ ਰਿਹਾ, ਅਤੇ ਹਜੇ ਲਾਈਫ ਪਰਮਾਤਮਾ ਨੇ ਜਰਨੀ ਅਜੇ ਬਹੁਤ ਵੱਡੀ ਲਿਖੀ ਹੈ। ਤਾਂ ਨਹੀਂ, ਧੰਨਵਾਦ। ਮੈਨੂੰ ਮਤਲਬ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਮਤਲਬ ਲੱਗਿਆ ਨਹੀਂ ਕਿ ਤੁਸੀਂ ਏਜ 'ਚ ਇੰਨੇ ਛੋਟੇ ਹੋ ਨਾ, ਅਤੇ ਬਹੁਤ ਐਕਸਪੀਰੀਅੰਸ ਆ ਤੁਹਾਡੇ ਕੋਲ। ਅਤੇ ਤੁਹਾਡੇ ਵਰਗੇ ਲੋਕਾਂ ਨੂੰ ਦੇਖ ਕੇ ਸੱਚੀ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਸ਼ਾਇਦ 10-12 ਸਾਲ ਤੁਹਾਡੇ ਤੋਂ ਪਹਿਲਾਂ ਪੈਦਾ ਹੋਏ ਤਾਂ ਸਾਡੀ ਖੁਸ਼ਕਿਸਮਤੀ ਆ, ਕਿਉਂਕਿ ਕਾਮਯਾਬ ਹੋਣ ਵਾਲਾ ਇੰਨਾ ਪ੍ਰੈਸ਼ਰ ਸੱਚੀ ਸਾਡੇ 'ਤੇ ਨਹੀਂ ਸੀ ਹੁੰਦਾ। ਇਹ ਹੁੰਦਾ ਸੀ ਕਿ ਤੁਸੀਂ ਪੜ੍ਹ ਲਓ, ਚੰਗੀ ਪੜ੍ਹਾਈ ਲਿਖਾਈ ਅਤੇ ਮਤਲਬ ਹੋਣੀ ਚਾਹੀਦੀ ਹੈ ਬੰਦੇ ਕੋਲ, ਹੈ ਨਾ। ਅਤੇ ਪਰ ਤੁਸੀਂ ਉਸ ਫੇਸ 'ਚੋਂ ਨਿਕਲ ਕੇ ਆਏ ਹੋ ਵੀ ਹਾਂ, ਜਿੱਥੇ ਕਾਮਯਾਬੀ ਵਾਲਾ ਵੀ ਇੱਕ ਠੱਪਾ ਜਿਹੜਾ ਜੰਮਦੇ ਹੀ ਲੱਗ ਜਾਂਦਾ ਹੈ ਨਾ, ਕਿ ਤੁਸੀਂ ਪੈਦਾ ਹੋਵੋ ਅਤੇ ਕਾਮਯਾਬ ਹੋਣ ਲਈ। ਅਤੇ ਧੰਨਵਾਦ ਤੁਹਾਡਾ, ਤੁਸੀਂ ਸਮਾਂ ਦਿੱਤਾ। ਇਹ ਸਨ ਗੁਰਲਾਲ ਸਿੰਘ ਚੀਮਾ। ਬਹੁਤ ਗੱਲਾਂ ਉਹਨਾਂ ਨੇ ਦੱਸੀਆਂ। ਸ਼ਾਇਦ ਮਤਲਬ ਮੁਲਾਕਾਤ ਹਮੇਸ਼ਾ ਬਹੁਤ ਵੱਡੀ ਹੋ ਜਾਂਦੀ ਹੈ, ਫਿਰ ਵੀ ਲੱਗਦਾ ਹੁੰਦਾ ਕਿ ਗੱਲਾਂ ਬਹੁਤ ਸਾਰੀਆਂ ਹਲੇ ਹੋਰ ਕਰਨ ਵਾਲੀਆਂ ਸੀਗੀਆਂ। ਪ੍ਰਵਾਸ ਨੂੰ ਅਸੀਂ ਸਾਰੇ ਪੰਜਾਬੀ ਆਰਥਿਕ ਤੌਰ 'ਤੇ ਪੰਜਾਬ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਸੋਚਦੇ ਹਾਂ ਕਿ ਹੋਣਾ ਚਾਹੀਦਾ, ਪਰ ਨਾਲ ਦੀ ਨਾਲ ਉਹਨਾਂ ਨੇ ਵੀ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਪ੍ਰਵਾਸ ਦੇ ਚੱਕਰ 'ਚ ਪਿਸ ਵੀ ਜਾਂਦੀਆਂ ਨੇ। ਖਾਸ ਤੌਰ 'ਤੇ ਸਾਡੇ ਬਜ਼ੁਰਗ ਨੇ ਜਿਹੜੇ, ਉਹ ਹਮੇਸ਼ਾ ਬਹੁਤ ਸਾਰੇ ਘਰਾਂ 'ਚ ਦੇਖੋਗੇ ਤੁਸੀਂ ਕਿ ਇਕੱਲੇ ਹੁੰਦੇ ਨੇ, ਹੈ ਨਾ, ਅਤੇ ਇਸੇ ਤਰ੍ਹਾਂ ਇਕੱਲੇ ਹੀ ਉਹ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ। ਹਾਂ, ਪ੍ਰਵਾਸ ਹੋਣਾ ਚਾਹੀਦਾ, ਪਰ ਤੁਹਾਨੂੰ ਉਹਦੇ ਫਾਇਦੇ ਅਤੇ ਨੁਕਸਾਨ ਪਤਾ ਹੋਣੇ ਚਾਹੀਦੇ ਨੇ। ਸਿਰਫ ਇਕੱਲੀਆਂ ਆਰਥਿਕ ਲੋੜਾਂ ਲਈ ਤੁਸੀਂ ਆਪਣੀਆਂ ਬਾਕੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਪ੍ਰਵਾਸ ਇਸ ਲਈ ਵੀ ਹੋ ਰਿਹਾ ਕਿਉਂਕਿ ਸਾਡੇ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰਾਂ ਜਾਂ ਫਿਰ ਸਾਡਾ ਆਲਾ ਦੁਆਲਾ ਇੰਨਾ ਜ਼ਿਆਦਾ ਵਧੀਆ ਨਹੀਂ ਹੈ ਕਿ ਅਸੀਂ ਇਸ ਮੁਲਕ 'ਚ ਆਪਣੀ ਜ਼ਿੰਦਗੀ ਨੂੰ ਸੁਖਾਵੀਂ ਬਣਾ ਸਕੀਏ। ਇਸ ਲਈ ਬਹੁਤ ਸਾਰੇ ਆਰਥਿਕ ਤੌਰ 'ਤੇ ਸੰਪੰਨ ਪਰਿਵਾਰ ਵੀ ਇਸ ਪਾਸੇ ਵੱਲ ਨੂੰ ਝੁਕਾਅ ਕਰ ਰਹੇ ਨੇ। ਪਰ ਹਾਂ, ਹਮੇਸ਼ਾ ਸੋਚੋ ਕਿ ਤੁਹਾਡੇ ਲਈ ਕੀ ਚੀਜ਼ ਚੰਗੀ ਹੈ। ਇਹ ਸੋਚ ਕੇ ਤੁਸੀਂ ਜ਼ਿੰਦਗੀ ਦਾ ਫੈਸਲਾ ਕਰੋ। ਜੇ ਸਿਰਫ ਇਹ ਸੋਚੋ ਕਿ ਕਾਮਯਾਬੀ ਬਾਹਰਲੇ ਮੁਲਕ 'ਚ ਜਾ ਕੇ ਹੀ ਮਿਲ ਸਕਦੀ ਹੈ, ਤਾਂ ਤੁਸੀਂ ਸਰਾਸਰ ਗਲਤ ਹੋ, ਕਿਉਂਕਿ ਇਹ ਨੌਜਵਾਨ ਜਿਹਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਈ ਆ, ਇਸ ਤਰੀਕੇ ਦੇ ਬਹੁਤ ਸਾਰੇ ਨੌਜਵਾਨ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜਿਹੜੇ ਸੋਚਦੇ ਨੇ ਕਿ ਇੱਧਰ ਵੀ ਤੁਸੀਂ ਰਹਿ ਕੇ ਆਪਣੀ ਕਾਬਲੀਅਤ ਨੂੰ ਵਰਤ ਕੇ ਕਾਮਯਾਬ ਹੋ ਸਕਦੇ ਹੋ। ਇਹ ਫੈਸਲਾ ਅਸੀਂ ਤੁਹਾਡੇ 'ਤੇ ਛੱਡਦੇ ਹਾਂ ਕਿ ਤੁਹਾਡੇ ਲਈ ਕੀ ਸਹੀ ਹੈ। ਅੱਜ ਲਈ ਸਿਰਫ ਇੰਨਾ ਹੀ। ਇਜਾਜ਼ਤ ਦਿਓ, ਅਗਲੀ ਵਾਰ ਕਿਸੇ ਫਿਰ ਹੋਰ ਨਵੀਂ ਸ਼ਖਸੀਅਤ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।